ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਅੰਗਦ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰਮ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਨਾਹੀਂ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਗੁਜਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਪਾਲ ਕਿਰਪਾ ਕਰਾਏ। ਆਸ ਕਿਰਪਾਨ ਖੰਡੋ ਖੜਗ, ਤੁਬਕ ਤਵ ਅਰ ਤੀਰ। ਸਹਿਬ ਸਰੋਹੀ ਸਹਿ ਹਥੀ, ਯਹੀ ਹਮਾਰੇ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਾਰਣ ਨਿਧਾਨ, ਦੀਨਾ ਬੰਧੂ ਪਤਿਤ ਪਾਵਨ। ਜਗਤ ਗੁਰੂ ਨਿਰੰਜਨੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੀਆਂ ਸੰਗਤਾਂ ਔਰ ਪ੍ਰਬੰਧਕ ਰਲ ਮਿਲ ਕੇ ਕੁਝ ਸਮਾਂ ਪਹਿਲਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਲੜੀਵਾਰ ਵਿਆਖਿਆ ਔਰ ਸੂਰਜ ਪ੍ਰਕਾਸ਼ ਜੀ ਦੀ ਲੜੀਵਾਰ ਕਥਾ ਇਤਿਹਾਸ ਦੀ, ਇਸੇ ਤਰ੍ਹਾਂ ਹੀ ਕੁਝ ਸਮਾਂ ਪਹਿਲਾਂ ਸਤਿਕਾਰਯੋਗ ਸੋ ਸੰਤ ਗਿਆਨੀ ਸਰਜੀਤ ਸਿੰਘ ਜੀ ਸੋਧੀ ਸਾਹਿਬ, ਜੋ ਵੱਡੇ ਮਹਾਂਪੁਰਖ ਪੰਥ ਰਤਨ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਜੀ ਦੇ ਵਿਦਿਆਰਥੀ ਹਨ ਅਤੇ ਆਉਣ ਵਾਲੇ ਸਾਰੇ ਮਹਾਂਪੁਰਖਾਂ ਦੀ ਸੰਗਤ ਕੀਤੀ ਔਰ ਉਹਨਾਂ ਦੀ ਆਸ਼ੀਰਵਾਦ ਵੀ ਪ੍ਰਾਪਤ ਕੀਤੇ। ਅੱਜ ਵੀ ਕਿੰਨੇ ਪੁਸ਼ਤਾਂ ਤੋਂ ਮਹਿਤਾ ਸਾਹਿਬ ਟਕਸਾਲ ਦੇ ਵਿਦਿਆਰਥੀਆਂ ਨੂੰ ਸੰਥਿਆ ਕਰਵਾਉਂਦੇ ਆ ਰਹੇ ਹਨ। ਪਰਦੇਸਾਂ ਵਿੱਚ ਪਰਮੇਸ਼ਰ ਨੇ ਅੰਜਲ ਲਿਖਿਆ, ਇੱਥੇ ਆ ਕੇ ਵੀ ਬੜੇ ਪਿਆਰ ਨਾਲ ਤਨਦੇਹੀ ਨਾਲ ਸੇਵਾ ਨਿਭਾਉਂਦੇ ਹਨ। ਬੜਾ ਇਹਨਾਂ ਦਾ ਪਵਿੱਤਰ ਜੀਵਨ ਹੈ ਔਰ ਬੜੀ ਸਾਦਗੀ, ਮਿੱਠ ਬੋਲੇ ਹੈ, ਗੁਰਮੁਖ ਹੈ, ਮਹਾਂਪੁਰਖਾਂ ਦੀ ਸੰਗਤ ਦੀ ਰੰਗਣ ਹੈ। ਸੋ ਜਿਨ੍ਹਾਂ ਨੇ ਪੂਰਨ ਪੁਰਖਾਂ ਦੀ ਸੰਗਤ ਕੀਤੀ ਹੈ, ਸੋ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਸ੍ਰੀ ਦਸਮ ਗ੍ਰੰਥ ਜੀ ਦੀ ਕਥਾ ਕੋਈ ਸਮਾਂ ਪਹਿਲਾਂ ਗੁਰਦੁਆਰਾ ਧੰਨ ਧੰਨ ਬਾਬਾ ਸੁੰਦਰ ਸਿੰਘ ਸਾਹਿਬ ਜੀ ਮਹਾਰਾਜ ਪਿੰਡਰਾਂ ਵਾਲੇ, ਉਹਨਾਂ ਦੀ ਯਾਦ ਵਿੱਚ ਜੋ ਇਸ ਦੇਸ਼ ਵਿੱਚ ਸਥਾਪਿਤ ਕੀਤਾ ਗਿਆ, ਕਥਾ ਸੋਧੀ ਸਾਹਿਬ ਜੀ ਨੇ ਆਰੰਭ ਕੀਤੀ ਸੀ। ਬਹੁਤ ਸਾਰੇ ਸਿੰਘਾਂ ਵੱਲੋਂ ਵੀ ਪ੍ਰਬੰਧਕਾਂ ਵੱਲੋਂ ਵੀ ਮੈਨੂੰ ਪ੍ਰੇਰਨਾ ਦਿੱਤੀ ਗਈ ਸੀ
मैं यही बेनती की कि सोधी साहब जी ने आरंभ की है तो सोधी साहब जी तो ही संपूर्ण कराइए। सो जिथे गुरु ग्रंथ साहब जी महाराज जी दे जो हमेशा खंड जाप चलते हैं, भोग पए ਅਤੇ ਗਾਂ ਵੀ ਆਰੰਭ ਹਨ, ਉੱਥੇ ਅੱਜ ਦਸਮ ਗ੍ਰੰਥ ਜੀ ਦੀ ਜੋ ਕਥਾ ਸੀ ਉਹ ਸੰਪੂਰਨ ਹੋਈ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਰੂਪ ਹੈ, ਪਹਿਲਾਂ ਬਾਣੀ ਪੋਥੀਆਂ ਦੇ ਸਰੂਪ ਵਿੱਚ ਸੀ, ਪੋਥੀ ਪਰਮੇਸ਼ਰ ਕਾ ਥਾਨ। ਫਿਰ ਬਹੁਤ ਸਾਰੇ ਅਨੁਮਤੀਏ ਨਾਨਕ ਪਦ ਹੇਠ ਬਾਣੀ ਕਵਿਤਾ ਆਪੋ ਆਪਣੀ ਬਣਾਉਣ ਲੱਗ ਪਏ, ਤੇ ਜਿਹੜੀ ਸੱਚੀ ਅਕਾਲੀ ਬਾਣੀ ਸੀ ਇਹਦੇ ਰਲਗੱਡ ਹੋਣ ਦਾ ਡਰ ਸੀ। ਮੁਖੀ ਸਿੱਖਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ 'ਚ ਬੇਨਤੀ ਕੀਤੀ। ਅੱਜ ਦੇ ਪੁਰਾਣੇ ਸਿੱਖ ਮੌਜੂਦ ਹੈ, ਉਹਨਾਂ ਨੂੰ ਸਾਰਾ ਪਤਾ ਹੈ। ਕੱਲ ਨੂੰ ਜਦੋਂ ਨਵੀਨ ਸਿੱਖ ਹੋਣਗੇ ਤੇ ਅਸਲੀਅਤ ਬਾਰੇ ਪਤਾ ਨਹੀਂ ਲੱਗ ਸਕੇਗਾ। ਤੇ ਐਸਾ ਬਾਣੀ ਦਾ ਧਰੁਵਾ ਬਣਿਆ ਜਾਏ ਤਾਂ ਜੋ ਸੱਚੀ ਬਾਣੀ ਵਿੱਚ ਕੱਚੀ ਬਾਣੀ ਮਲਗੋਬਾ ਨਾ ਹੋ ਸਕੇ। ਫਿਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਤੋਂ ਜੋ ਪਹਿਲੇ ਗੁਰੂਆਂ ਦੀ ਬਾਣੀ ਨਾਲ ਨਾਲ ਲਿਖੀ ਜਾਂਦੀ ਸੀ, ਗੁਰਤਾ ਗੱਦੀ ਵੇਲੇ ਉਹ ਪੋਥੀਆਂ ਪਹਿਲੇ ਸਤਿਗੁਰੂ ਦੂਸਰੇ ਸਤਿਗੁਰੂ ਜੀ ਨੂੰ ਸੌਂਪਿਆ ਕਰਦੇ ਸਨ। ਅੱਜ ਉਹ ਪੋਥੀਆਂ ਗੋਇੰਦਵਾਲ ਸੋ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੋਂ ਬਾਅਦ ਬਾਬਾ ਮੋਹਨ ਜੀ ਦੇ ਪਾਸ ਸੁਰੱਖਿਅਤ ਸਨ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਬੜੇ ਅਦਬ ਸਤਿਕਾਰ ਨਾਲ ਪਹਿਲਾਂ ਸਿੱਖਾਂ ਨੂੰ ਭੇਜਿਆ, ਫਿਰ ਆਪ ਬੜੀ ਸੁੰਦਰ ਅੱਜ ਵੀ ਉਹ ਪਾਲਕੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ। ਗੋਇੰਦਵਾਲ ਸਾਹਿਬ ਦਰਸ਼ਨ ਕਰ ਸਕਦੇ ਹੋ, ਜਿਹਦੇ ਸਤਿਗੁਰੂ ਜੀ ਪੋਥੀਆਂ ਨੂੰ ਬੜੇ ਅਦਬ ਦੇ ਨਾਲ ਸੁਖ ਆਸਣ ਕਰਕੇ ਸ੍ਰੀ ਅੰਮ੍ਰਿਤਸਰ ਰਾਮਸਰ ਸਾਹਿਬ ਵਿਖੇ ਪਹੁੰਚੇ ਸੀ। ਭਾਈ ਗੁਰਦਾਸ ਸਾਹਿਬ ਜੀ ਨੂੰ ਲਿਖਣ ਦੀ ਸੇਵਾ ਦਿੱਤੀ ਤੇ ਸਤਿਗੁਰੂ ਜੀ ਨੇ ਫੇਰ ਖੁੱਲਾ ਸੱਦਾ ਦਿੱਤਾ, ਜਿਹਦੇ ਵਿੱਚ ਸਾਰੀ ਦੁਨੀਆ ਤੋਂ ਮਹਾਂਪੁਰਖ ਸੰਤ ਭਗਤ ਆਏ ਔਰ ਜਿਹੜੀ ਬਾਣੀ ਅਕਾਲੀ ਬਾਣੀ ਨਾਲ ਮੇਲ ਖਾਂਦੀ ਸੀ, ਕਸਵੱਟੀ ਤੇ ਪੂਰਾ ਲਾ ਕੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤਾ। ਗੁਰੂ ਮਹਾਰਾਜ ਦਾ ਸਰੂਪ ਸੰਪੂਰਨ ਕਰਕੇ ਭਾਈ ਬੰਨੋ ਸਾਹਿਬ ਦੀ ਸੇਵਾ ਜਲਦ ਬਣਾਉਣ ਵਾਸਤੇ ਲਾਈ ਗਈ। ਭਾਈ ਬੰਨੋ ਸਾਹਿਬ ਜੀ ਨੇ ਬਹੁਤ ਸਾਰੇ ਲਿਖਾਰੀ ਲਾ ਕੇ ਹਿੰਮਤ ਕਰਕੇ ਇੱਕ ਹੋਰ ਸਰੂਪ ਤਿਆਰ ਕੀਤਾ ਤੇ ਕੁਝ ਸ਼ਬਦ ਜਿਹੜੇ ਸੀ ਵਾਧੂ ਦਰਜ ਕੀਤੇ। ਜਦੋਂ ਮਹਾਰਾਜ ਜੀ ਨੇ ਫਿਰ ਦ੍ਰਿਸ਼ਟੀ ਗੋਚਰ ਕੀਤੇ ਸਰੂਪ ਤੇ ਬੰਨੋ ਦੇ ਲਿਖੇ ਹੋਏ ਸਰੂਪ ਨੂੰ ਖਾਰੀ ਬੀੜ ਦਾ ਨਾਮ ਦਿੱਤਾ ਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਖਾਰ ਪਾਈ। ਅਸੀਂ ਇਹ ਸਰੂਪ ਤਿਆਰ ਕੀਤਾ ਸੀ, ਇਹ ਹਰਿਮੰਦਰ ਸਾਹਿਬ ਹੀ ਪ੍ਰਕਾਸ਼ ਹੋਣਾ ਸੀ। ਜਿਹੜਾ ਇਹਦਾ ਦਰਸ਼ਨ ਕਰਦਾ ਉਹਦੀ 84 ਕੱਟ ਹੋ ਜਾਣੀ ਸੀ। ਤੁਸੀਂ ਹੁਣ ਇਹ ਸਰੂਪ ਵਾਧੂ ਬਾਣੀਆਂ ਰਲਾ ਕੇ ਤਿਆਰ ਕੀਤਾ ਤੇ ਪ੍ਰਕਾਸ਼ ਤੇ ਕਰ ਹੋਣਗੇ, ਪਰ ਲੋਕਾਂ ਦੇ ਮਨਾਂ 'ਚ ਸਤਿਕਾਰ ਦੀ ਭਾਵਨਾ ਦੀ ਬੜੀ ਘਾਟ ਹੋਵੇਗੀ। ਗੱਜ ਕੇ ਬੋਲੋ। ਅੱਜ ਉਹ ਸਾਰਾ ਕੁਝ ਦੇਖ ਰਹੇ ਹਾਂ। ਮਹਾਰਾਜ ਕਿਰਪਾ ਕਰਨ। ਬਾਣੀ ਦਾ ਸਤਿਕਾਰ ਕਿੰਨੀਆਂ ਜਗ੍ਹਾ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਰਹੇ ਆ। ਪਿਛਲੇ ਦਿਨਾਂ 'ਚ ਇੰਗਲੈਂਡ 11 ਸਰੂਪ ਅਗਨ ਭੇਟ ਹੋਏ। ਪੋਥੀਆਂ ਫਰੀਦਕੋਟੀਏ ਟੀਕੇ ਗੁਟਕਾ ਸਾਹਿਬ ਤੇ ਦਾਸ ਨੇ ਆਪਣੇ ਹੱਥੀਂ ਉਹ ਸਾਰੀ ਸੰਸਕਾਰ ਦੀ ਸੇਵਾ ਸੰਗਤਾਂ ਦੇ ਸਹਿਯੋਗ ਨੌਜਵਾਨ ਪਚੰਗੀਆਂ ਬੜੇ ਪਿਆਰ ਨਾਲ ਸੇਵਾ ਨਿਭਾਈ। ਸੋ ਕਹਿਣ ਤੋਂ ਭਾਵ ਇਹੋ ਜਿਹੇ ਫਾਰਵਰਡ ਦੇਸਾਂ ਵਿੱਚ ਵੀ ਜਿੱਥੇ ਇੰਨੀ ਪ੍ਰੋਟੈਕਸ਼ਨ ਸੁਰੱਖਿਆ, ਸੋ ਸਾਡੀ ਸੇਵਾ ਦੀਆਂ ਕੋਈ ਘਾਟਾਂ ਜਿਹਦੇ ਕਾਰਨ ਇਹ ਦਿਨ ਦੇਖਣੇ ਪੈ ਰਹੇ ਆ। ਮਹਾਰਾਜ ਸਮੱਤ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਗੁਰੂ ਘਰਾਂ ਦੇ ਅੰਦਰ ਬੜੀ ਚੌਕਸੀ ਔਰ ਪੂਰਾ ਪਹਿਰਾ
ਤੇ ਨਿਯਮ ਦੇ ਨਾਲ ਸਤਿਗੁਰੂ ਜੀ ਦਾ ਜਿਹੜਾ ਸਤਿਕਾਰ ਆ ਹਰ ਪੱਖੋਂ ਬਰਕਰਾਰ ਰੱਖਣ ਲਈ ਸਨੱਧਬੱਧ ਹੋਣਾ ਚਾਹੀਦਾ। ਤੇ ਤੀਸਰਾ, ਸਰੂਪ ਸਾਧ ਸੰਗਤ ਜੀ। ਜਦੋਂ 9ਵੇਂ ਪਾਤਸ਼ਾਹ ਜੀ ਦੀ ਬਾਣੀ ਦਰਜ ਕਰਨੀ ਸੀ ਜਾਂ ਗੁਰਸਿੱਖਾਂ ਨੂੰ ਅਰਥ ਬੋਧ ਕਰਾਉਣਾ ਸੀ, ਉਸ ਵੇਲੇ ਦਸਮ ਗੁਰੂ ਜੀ ਨੇ ਕੰਠੋਂ ਬਾਣੀ ਆਚਾਰੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਲਿਖੀ, ਜਿਨ੍ਹਾਂ ਦੇ ਪਰਿਵਾਰ ਵਿੱਚ 58 ਸ਼ਹੀਦ ਹੋਏ ਆ। ਸਭ ਨੂੰ ਵੱਧ ਕੁਰਬਾਨੀ ਵਾਲਾ ਇਹ ਪਰਿਵਾਰ ਹੈ। ਉਸ ਬੀੜ ਨੂੰ ਦਮਦਮੀ ਬੀੜ ਦਾ ਖਿਤਾਬ ਹੈ ਔਰ ਉਸੇ ਨੂੰ ਗੁਰਤਾ ਗੱਦੀ ਦੀ ਨਦੇੜ 300 ਸਾਲਾਂ ਪਿੱਛੇ ਮਨਾਇਆ ਰਸਮ ਹੋਈ ਸੀ। ਅੱਜ ਸਾਰੇ ਪੰਥ ਵਿੱਚ ਸਾਰੇ ਸਥਾਨਾਂ ਤੇ ਇਹੀ ਪ੍ਰਕਾਸ਼ਮਾਨ ਹੈ। ਸੋ ਇਹ ਬੀੜਾਂ ਦੇ 3 ਭੇਦ ਆ। ਅਤਾਰੇ ਬਹੁਤ ਸਾਰੇ ਦਰਸ਼ਨ ਕਰਨ ਲਈ ਮਿਲਦੇ ਆ, ਹੱਥ ਲਿਖਤ ਵੀ, ਪੱਥਰ ਛਾਪਾ ਵੀ, ਅੱਜ ਪ੍ਰੈਸ ਦੁਆਰਾ ਵੀ। ਸੋ ਇਸੇ ਤਰ੍ਹਾਂ ਦਸਮ ਗ੍ਰੰਥ ਦੇ ਸਰੂਪ ਵੀ ਪੁਰਾਤਨ ਹਨ। ਜੋ ਭਾਈ ਸਾਹਿਬ ਮਨੀ ਸਿੰਘ ਜੀ ਨੇ ਸਰੂਪ ਲਿਖਿਆ ਸੀ, ਉਹਦੇ 4 ਅਤਾਰੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਸਨ। ਉਹਨਾਂ ਚੋਂ ਇੱਕ ਹਜੂਰ ਸਾਹਿਬ ਮੌਜੂਦ ਹੈ, ਦੂਸਰਾ ਪਟਨੇ ਸਾਹਿਬ, ਤੀਸਰਾ ਬਸਤੀ ਸ਼ੇਖ ਗੁਰਦੁਆਰਾ ਜਲੰਧਰ। ਅੱਗੇ ਮੈਂ ਦਰਸ਼ਨ ਕੀਤੇ। ਭਾਵੇਂ ਤਖਤਾਂ ਤੇ ਸੀ, ਬਹੁਤ ਸਾਰੇ ਹਮਲੇ ਹੁੰਦੇ ਰਹੇ, ਯੁੱਗ ਬਦਲਦੇ ਰਹੇ, ਕਿਸ ਤਰ੍ਹਾਂ ਉੱਥੇ ਉਹ ਪਹੁੰਚੇ ਹੈ। ਸੋ ਇੱਕ ਸਰੂਪ ਭਾਈ ਰੂਪੇ, ਜੋ ਪਰਮ ਸਿੰਘ ਧਰਮ ਸਿੰਘ ਸਨ, ਮਹਾਰਾਜ ਦੇ ਹਜ਼ੂਰੀ ਸੇਵਾਦਾਰ, ਉਹਨਾਂ ਦੇ ਪਰਿਵਾਰ ਕੋਲ ਹੈ। ਸੋ ਇਹ 4 ਸਰੂਪ ਹੈ। ਤੇ ਜੋ ਹਜ਼ੂਰ ਸਾਹਿਬ ਸਰੂਪ ਹੈ, ਉਹਦੇ ਵੀ ਤੇ ਬਾਕੀ ਸਰੂਪਾਂ ਦੇ ਵੀ ਦਰਸ਼ਨ ਕਰਨ ਦੇ ਸਮੇਂ ਮਿਲੇ ਆ। ਹਜ਼ੂਰ ਸਾਹਿਬ ਵਾਲੇ ਸਰੂਪ ਤੋਂ ਮੈਂ ਲਗਾਤਾਰ 15 ਦਿਨ ਕਥਾ ਵੀ ਕੀਤੀ ਹੈ, ਪ੍ਰਕਾਸ਼ ਵੀ, ਸੁਖਾਸਨ ਵੀ 1-2 ਵਾਰੀ ਕਰਨ ਦਾ ਸਮਾਂ ਮਿਲਿਆ। ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਵਾਲਾ ਸਰੂਪ, ਉਹਦਾ ਵੀ 1 ਵਾਰੀ ਦਰਸ਼ਨ ਕੀਤਾ। 12 ਮਾਹਾਂ ਦੀ ਬਾਕ ਦੀ ਕਥਾ ਵੀ ਕੀਤੀ ਹੈ ਵਿਸਾਖੀ ਦੇ ਪੁਰਬ ਤੇ। ਉਹ ਧੀਰ ਮਲਿਆਂ ਦੇ ਪਾਸ ਹੈ। ਸੋ ਇਸੇ ਤਰ੍ਹਾਂ ਗੁਰੂ ਘਰ ਦੇ ਜੋ ਧਰਮ ਸ਼ਾਸਤਰ ਹੈ, ਜਿਵੇਂ ਵੇਦ ਹੁੰਦੇ ਆ, ਇਸ ਤਰ੍ਹਾਂ ਉਪਵੇਦ ਹੈ, ਜੋਤਿਸ਼ ਹੈ, ਵੈਦਿਕ ਹੈ, ਭੂਗੋਲਕ ਦੇ ਹੈ, ਸਾਇੰਸ ਵਿਗਿਆਨ ਦੇ ਹੈ, ਭਾਵ 64 ਪ੍ਰਕਾਰ ਦੀ ਵਿਦਿਆ, ਬੇਅੰਤ ਧਰਮ ਪੁਸਤਕ ਵੀ ਹੈ, ਰਾਜਨੀਤੀ ਦੇ ਵੀ ਹੈ, ਜਿਹਨੂੰ ਸਿਮਰਤੀਆਂ ਕਹਿ ਦਿੰਦੇ ਆ, ਪੁਰਾਣ ਹੈ ਜਿਹਨੂੰ ਇਤਿਹਾਸ ਕਹਿ ਦਿੰਦੇ ਆ, ਸ਼ਾਸਤਰ ਹੈ ਜਿਹਦੇ ਵਿੱਚ ਵੇਦਾਂ ਦਾ ਨਿਚੋੜ ਹੈ। ਇਸ ਤਰ੍ਹਾਂ ਵੇਦ ਜਿਹੜੇ ਉਹ ਭਾਰਤੀ ਸਭਾ 'ਚ ਮੂਲ ਹੈ। ਇਸ ਤਰ੍ਹਾਂ ਦੂਜੀਆਂ ਕੌਮਾਂ ਧਰਮਾਂ ਦੇ ਵੀ ਹਰ ਪੱਖ ਦੇ ਪੁਸਤਕ ਮਿਲਦੇ ਆ। ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਜੋ ਨਿਰੋਲ ਰੂਹਾਨੀਅਤ ਦਾ ਗਿਆਨ ਦੇਣ ਵਾਲੀ ਬਾਣੀ ਹੈ, ਪਰਮਾਰਥ, ਜੀਵ ਬ੍ਰਹਮ ਦੀ ਏਕਤਾ, 84 ਲੱਖ ਜੂਨਾਂ ਆਵਾਗਮਨ ਨੂੰ ਮਿਟਾਉਣ ਦੀ ਤਾਕਤ ਰੱਖਦੀ ਹੈ, ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ। ਤੇ ਹੁਣ ਮਹਾਰਾਜ ਨੇ ਆਪਣੇ ਸਿੱਖ ਨੂੰ ਹਰ ਪੱਖੋਂ ਕੁਸ਼ਲ ਬਣਾਉਣਾ ਹੈ। ਹਰ ਮਾਂ-ਪਿਓ ਚਾਹੁੰਦਾ ਹੁੰਦਾ ਮੇਰਾ ਬੱਚਾ ਹਰ ਤਰ੍ਹਾਂ ਦੀ ਵਿੱਦਿਆ ਹੁਨਰ ਸਿੱਖੇ, ਸਿਆਣਾ ਹੋਵੇ। ਉਹ ਫਿਰ ਉਹਨੂੰ ਹਰ ਤਰ੍ਹਾਂ ਦੀ ਵਿੱਦਿਆ ਦੇਣ ਵਾਸਤੇ ਕਿੰਨਾ ਖਰਚਾ, ਕਿੰਨਾ ਉਦਮ, ਕਿੰਨਾ ਜਫਰ ਜਾਪਦਾ ਹੈ। ਇਸ ਤਰ੍ਹਾਂ ਜਿਹੜੇ ਗੁਰੂ ਮਹਾਰਾਜ ਜੀ ਹਨ, ਉਹ ਵੀ ਆਪਣੇ ਸਿੱਖ ਨੂੰ ਹਰ ਪੱਖ ਤੋਂ ਸੂਝਵਾਨ, ਵਿਦਵਾਨ, ਸੂਰਮਾ, ਦਾਨੀ, ਤਿਆਗੀ, ਬਰਾਗੀ, ਬ੍ਰਹਮ ਗਿਆਨੀ, ਸਾਰੇ ਗੁਣ ਉਹਦੇ 'ਚ ਰੱਖਣਾ ਚਾਹੁੰਦੇ ਹਨ। ਇਸ ਵਾਸਤੇ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਜਾਂ ਪੌਂਟਾ ਸਾਹਿਬ ਬਹੁਤ 1800 ਵਿਦਵਾਨ ਰੱਖਿਆ ਸੀ ਔਰ 52 ਕਵੀਆਂ ਦਾ ਜ਼ਿਕਰ ਮਿਲਦਾ ਹੈ, ਵੱਧ ਘੱਟ ਵੀ ਹੁੰਦੇ ਰਹੇ ਹੋਣਗੇ। ਸੋ ਬਹੁਤ ਸਾਰੇ ਜਿਹੜੇ ਭਾਰਤੀ ਸਭਿਅਤਾ ਦੇ ਗ੍ਰੰਥ ਸਨ ਸੰਸਕ੍ਰਿਤ ਦੇ ਅੰਦਰ, ਫਾਰਸੀ, ਅਰਬੀ ਦੇ, ਉਹਨਾਂ ਦਾ ਵੀ ਅਨੁਵਾਦ ਕਰਾਇਆ, ਕਿਉਂਕਿ ਆਪਣੇ ਮਤ ਦਾ ਫੈਲਾਓ ਤਾਂ ਹੋ ਸਕਦਾ
ਜੇ ਸਾਨੂੰ ਦੂਏ ਮਤਾਂ ਬਾਰੇ ਨੌਲੇਜ ਹੋਵੇ, ਗਿਆਨ ਹੋਵੇ। ਔਰ ਜਦੋਂ ਅਸੀਂ ਅਨਮਤੀਆਂ ਨਾਲ ਬਚਨ ਕਰਨਾ, ਜੇ ਸਾਨੂੰ ਉਹਨਾਂ ਦੇ ਧਰਮ ਬਾਰੇ ਗਿਆਨ ਨਹੀਂ, ਆਪਣੇ ਧਰਮ ਬਾਰੇ ਗਿਆਨ ਨਹੀਂ, ਫਿਰ ਅਸੀਂ ਆਪਣੇ ਧਰਮ ਦੀ ਸਰਬ ਉਚਤਾ ਦੱਸ ਨਹੀਂ ਸਕਦੇ। ਦੱਸ ਤਾਂ ਹੀ ਸਕਦੇ ਹਾਂ ਜੇ ਪਤਾ ਲੱਗੇ ਕਿ ਉਹਨਾਂ ਦਾ ਧਰਮ ਕਿੰਨੀ ਕੁ ਡੰਗਾਈ 'ਚ ਹੈ ਤੇ ਸਾਡੇ ਧਰਮ ਦੀ ਕਿੰਨੀ ਮਹਾਨਤਾ। ਫਿਰ ਅਸੀਂ ਉਹਨਾਂ ਦੇ ਸ਼ੰਕੇ ਨਿਵਾਰਨ ਕਰਕੇ ਉਹਨਾਂ ਨੂੰ ਗੁਰਸਿੱਖੀ ਲਾਈਨ ਵਿੱਚ ਪ੍ਰਵਿਰਤ ਕਰ ਸਕਦੇ ਹਾਂ, ਅੰਮ੍ਰਿਤ ਛਕਾ ਕੇ ਸਿੰਘ ਸਜਾ ਸਕਦੇ ਹਾਂ। ਇਸ ਵਾਸਤੇ ਮਹਾਰਾਜ ਨੇ ਕਾਸ਼ੀ ਦੇ ਵਿੱਚ ਵੀ ਸੰਸਕ੍ਰਿਤ ਵਿਦਿਆ ਪੜ੍ਹਨ ਵਾਸਤੇ 13 ਸੰਤ ਭੇਜੇ ਸੀ, ਉਹਨਾਂ ਨੂੰ ਨਿਰਮਲਿਆਂ ਦਾ ਖਿਤਾਬ ਦਿੱਤਾ ਸੀ। ਉਹ ਵੀ ਸੰਪਰਦਾਵਾਂ ਚੱਲਦੀਆਂ, ਉਦਾਸੀ ਮਹਾਤਮਾ ਵੀ ਇਹ ਪ੍ਰਚਾਰਕ ਸ਼੍ਰੇਣੀ ਸੀ, ਤੇ ਜੰਗ ਯੁੱਧ ਵਾਲੇ ਸਿੰਘ ਵੀ ਸਨ, ਲੰਗਰ ਵਾਲੇ ਸੀ, ਗੁਰਦੁਆਰਿਆਂ ਦੀ ਕਾਰ ਸੇਵਾ ਵਾਲੇ ਸੀ, ਸ਼ਾਸਤਰ ਤਿਆਰ ਕਰਨ ਵਾਲੇ ਸਿਗਲੀਗਰ ਸਨ। ਹਾਂਜੀ, ਫਿਰ ਮਹਾਰਾਜ ਦਾ ਦਰਬਾਰ, ਸਟੇਜ ਸਜਾਉਣ ਵਾਲੇ, ਕਥਾ ਕੀਰਤਨ ਵਾਲੇ, ਹਾਂਜੀ, ਕਵੀ ਦਰਬਾਰ, ਢਾਡੀ ਦਰਬਾਰ, ਫਿਰ ਸਾਧੂਆਂ ਦੀਆਂ ਮੰਡਲੀਆਂ, ਵਿਦਵਾਨਾਂ ਦੀਆਂ, ਫਿਰ ਇਸੇ ਤਰ੍ਹਾਂ ਘੋੜ ਸਵਾਰੀ, ਨੇਜਾਬਾਜੀ, ਸ਼ਸਤਰ ਅਸਤਰ, ਤੋਪਾਂ ਤੱਕ, ਕਿਲਿਆਂ ਦੀ ਸਿਰਜਣਾ ਕਰਨ ਵਾਲੇ ਬੜੇ ਬੜੇ ਵਿਸ਼ਕਰਮੇ, ਹਰ ਪੱਖ ਦਾ ਵਿਅਕਤੀ ਮਹਾਰਾਜ ਦੇ ਪਾਸ ਸੀ। ਜੇ ਐਸਾ ਨਾ ਹੁੰਦਾ, ਏਡੇ ਵੱਡੇ ਡਿਕਟੇਟਰ ਰਾਜੇ ਦੇ ਨਾਲ ਕੋਈ ਲੋਹਾ ਲੈਣਾ ਸੌਖਾ ਨਹੀਂ। ਕੱਜ ਕੇ ਬੋਲੋ, ਲੋਹਾ ਹੀ ਨਹੀਂ ਲਿਆ। ਔਰੰਗਜ਼ੇਬ ਨੇ 21 ਲੜਾਈਆਂ ਮਹਾਰਾਜ ਦੇ ਗਲ ਪਾਈਆਂ, 21 'ਚ ਮਹਾਰਾਜ ਜੇਤੂ ਰਹੇ। ਹਿੰਦੁਸਤਾਨ ਦੇ ਬੜੇ ਬੜੇ ਰਜਵਾੜੇ ਤਾਂ ਉਹਦੀ ਸ਼ਾਨੀ ਭਰ ਰਹੇ ਆ, ਤੇ ਖਾਲਸਾ ਸੁਤੰਤਰਤਾ ਦਾ ਨਗਾਰਾ, ਡਾਂਕਾ, ਨਿਸ਼ਾਨ, ਕਲਗੀ ਜਗਾ, ਇਹ ਸਾਰਾ ਕੁਝ ਕਰਕੇ ਦਿਖਾਇਆ। ਜਦੋਂ ਕਿ ਹਰ ਪੱਖ ਤੇ ਕਲਗੀ ਲਾਉਣੀ, ਘੋੜ ਸਵਾਰੀ, ਸ਼ਸਤਰ ਰੱਖਣਾ, ਕਿਲਾ, ਨਿਸ਼ਾਨ ਚਲਾਉਣਾ, ਨਗਾਰਾ ਵਜਾਉਣਾ ਪਾਬੰਦੀ ਸੀ। ਤੇ ਮਹਾਰਾਜ ਕੋ ਉਸ ਵੇਲੇ ਵੀ 2 ਤੋਪਾਂ ਸਨ, ਜਿਨ੍ਹਾਂ ਦਾ ਨਾਮ ਬਾਗੜ ਤੇ ਬਿਜ ਘੋਖ ਸੀ। ਗੱਜ ਕੇ ਬੋਲੋ। ਉਹਨਾਂ ਚੋਂ ਇੱਕ ਤੋਪ ਲਾਹੌਰ ਪਈ ਹੈ। ਸੋ ਕਹਿਣ ਤੋਂ ਭਾਵ ਕਿਲੇ ਉਹਨਾਂ ਦੇ ਅੱਜ ਨਿਸ਼ਾਨ ਮਿਲ ਰਹੇ ਹਨ। ਸੋ ਮਹਾਰਾਜ ਦੀ ਇਹ ਸਾਰੀ ਹੀ ਬਖਤਾਬਤਾ ਬੜੀ ਅਲੌਕਿਕ ਹੈ। ਤੇ ਇਸੇ ਤਰ੍ਹਾਂ ਕਾਵਿ ਰਚਨਾ ਵੀ ਕੀਤੀ ਹੈ। ਕਾਵਿ ਰਚਨਾ ਦੇ ਵਿੱਚ ਪਿੰਗਲ ਹੈ, ਇਸ ਤਰ੍ਹਾਂ ਨਿਰੁਕਤ ਵਗੈਰਾ, ਜੋਤਿਸ਼, ਕਲਪ, ਵਿਆਕਰਨ ਆਦਿਕ ਜਿਹੜੇ ਅੰਗ ਹੈ। ਤੇ ਫਿਰ ਸੰਗੀਤ ਦਾ ਹੈ, ਸ਼ਿੰਗਾਰ ਰਸ ਆਦਿਕ, ਰੌਦਰ, ਭਿਅੰਕਰ, ਵਿਭਤਵ, ਤੇ ਹਾਸ ਰਸ ਹੈ, ਕਰਣਾ ਰਸ ਹੈ, ਵੀਰ ਰਸ ਹੈ। ਇਹ 9 ਰਸ ਭਾਵ ਜਾਣ ਲੈਣੇ। ਲੰਬੀ ਵਿਆਖਿਆ ਕਰੀਏ ਫਿਰ ਬੜਾ ਸਮਾਂ ਹੋ ਜਾਏਗਾ। ਤੇ ਇਹ ਜਿਹੜੀ 10ਵਾਂ ਗ੍ਰੰਥ ਹੈ, ਇਹ ਐਸਾ ਛੰਦਾਬੰਦੀ ਦਾ ਗ੍ਰੰਥ ਹੈ ਕਿ ਹੁਣ ਜਿਵੇਂ ਤੁਲਸੀਦਾਸ ਜੀ ਨੇ ਰਮਾਇਣ ਬਣਾਈ ਹੈ ਵਾਰਤਕ ਵਿੱਚ, ਉਹਦੇ ਵਿੱਚ ਉਹ ਛਪੈ ਛੰਦ ਦੋਹਰਾ, ਸੋਰਠਾ, ਕਵਿਤ, ਸਵਈਆ, ਚੌਪਈ, ਇਹ ਕੁਝ ਚੰਦ ਛੰਦ ਹੈ। ਤੇ 10ਵਾਂ ਗ੍ਰੰਥ ਵਿੱਚ ਬੇਅੰਤ ਛੰਦ ਹੈ। ਔਰ 10ਵਾਂ ਗ੍ਰੰਥ ਦੇ ਛੰਦਾਂ ਤੇ ਹੀ ਭਾਈ ਸਾਹਿਬ, ਭਾਈ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਨੇ ਸੂਰਜ ਪ੍ਰਕਾਸ਼ ਤਥਾ ਪੰਥ ਪ੍ਰਕਾਸ਼ ਵਿੱਚ ਉਹ ਛੰਦਾਂ ਦੀ ਕਾਫੀ ਵਰਤੋਂ ਕੀਤੀ ਹੈ। ਉਹ ਮਹਾਰਾਜ ਤੋਂ ਹੀ ਲਿਆ ਅਨੁਭਵ ਸਾਰਾ। ਫਿਰ ਕਾਵਿ ਰਚਨਾ ਦੇ ਜਿਹੜੇ ਰਸ ਹੈ, ਹੁਣ ਤੁਲਸੀਦਾਸ ਜੀ ਜਿੱਥੇ ਸ਼ਿੰਗਾਰ ਰਸ ਹੈ ਬਿਲਕੁਲ ਖਾਮੋਸ਼ ਹੈ, ਤੇ ਮਹਾਰਾਜ ਸ਼ਿੰਗਾਰ ਰਸ ਦਾ ਵਰਣਨ ਕਰਨ ਲੱਗੇ ਬਿਲਕੁਲ ਨਿਸੰਕੋਚ ਉਹਨਾਂ ਨੇ ਵਰਣਨ ਕੀਤਾ ਹੈ। ਕਿਉਂਕਿ ਅਸਲੀ ਵਿਦਵਾਨ ਤਾਂ ਉਹੀ ਹੈ ਜਿਹੜਾ ਹਰ ਰਸ ਨੂੰ ਕਾਵਿ ਰਚਨਾ ਦੇ ਖਾਕੇ ਵਿੱਚ ਭਰ ਸਕੇ। ਗੱਜ ਕੇ ਬੋਲੋ। ਸਾਹਿਤਕ ਪੱਖ ਲੈ ਲਓ, ਸੰਗੀਤਕ ਪੱਖ ਲੈ ਲਓ, ਸ਼ਸਤਰ ਅਸਤਰ ਦਾ ਪੱਖ ਲੈ ਲਓ, ਪ੍ਰੇਮਾ ਭਗਤੀ ਦਾ ਪੱਖ ਲੈ ਲਓ, ਸੂਰਵੀਰਤਾ, ਤਿਆਗ, ਬਰਾਗ, ਗਿਆਨ ਧਿਆਨ ਦਾ ਪੱਖ ਲੈ ਲਓ, ਰੂਹਾਨੀਅਤ, ਪਰਮਾਰਥ ਦਾ, ਹਰ ਵਿਸ਼ੇ ਉੱਤੇ ਮਹਾਰਾਜ ਨੇ ਬਚਨ ਲਿਖਿਆ। ਫਿਰ ਜਿਹੜਾ 5 ਵਕਾਰ ਹੈ, ਇਹਨਾਂ ਉੱਤੇ ਵੀ ਪੂਰਾ ਲਿਖਿਆ। ਮੌਕੇ ਦੇ ਮੌਜੂਦਾ ਰਾਜੇ, ਮੌਕੇ ਦੀ ਪ੍ਰਜਾ। ਆ ਬੀਬੀ ਜੀ ਬੱਚੇ ਨੂੰ ਪਾਸੇ ਲੈ ਜਾਓ। ਤੇ ਆਪਣਾ ਹਰ ਪੱਖ ਜਿਹੜਾ ਹੈ ਉਹਨੂੰ ਸੰਪੂਰਨ। ਇਹ ਡਿਊਟੀ ਭਾਈ ਤੁਹਾਡੀ ਸੇਵਾਦਾਰਾਂ ਦੀ ਹੈ, ਤੁਸੀਂ ਡਿਊਟੀ ਨਹੀਂ ਦਿੰਦੇ।
फिर बरसी हो जाती है। ये तो ही सेवादार एक जन ड्यूटी दिया करो ना। आ यही कुछ होया इंग्लैंड, बीबियां सुखमनी पढ़दियां सी, उत्थे गुरु ग्रंथ ਸਾਹਿਬ ਨੂੰ भेंट करके एक बंदा दौड़ गया। इन्ने भी साह मिट्टी दे माधो होके नहीं संगत च बैठना, उत्थे दी प्रोटैक्शन चाहिदी है, उत्थे दी हर चीज दे उत्ते नियमबद्ध कंट्रोल चाहिदा। 1:30 बजे दिन दे अंदर सुखमणियां पढ़ रही ते सुखासन जगन भेंट हो गया महाराज स्वरूप। इतनी बड़ी कमजोरी है साडे बैठिया ही हो जाता, फिर की करांगे। यही तो चीजां हन बाणी पढ़न दा। अज असीं ये बाणी वीर रस वाली पढ़दे नहीं, इसे करके साडी जिहड़ी आत्मा है वो बिल्कुल दबेली जा रही है। सो आओ, प्रकरण चल रहा सी, विशा बहुत लंबा होएगा ते समा बड़ा समास है, क्योंकि अज मैं आखिरी दिन आप जी की सेवा च हाँ, फिर फ्लाइट भी है, अज लंडन जाना है। सो 10वां ग्रंथ विजय मुक्त, 100 साखी, रहतनामे ਅਤੇ ਸਾਧ ਸੰਗਤ ਜੀ ਇਸੇ ਤਰ੍ਹਾਂ ਜਿਹੜੇ ਮਹਾਰਾਜ ਤੋਂ ਉੱਤਰ ਗ੍ਰੰਥ ਭਾਈ ਨੰਦ ਲਾਲ, ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ, ਸਰਬਲੋ ਗ੍ਰੰਥ ਜਿਹੜਾ ਉਹ ਬੁੱਢਾ ਦਲ ਨੇ ਪਹਿਲਾਂ ਹਜੂਰ ਸਾਹਿਬ ਖਰੜਾ ਸੀ, ਬੁੱਢੇ ਦਲ ਨੇ ਛਪਾਇਆ, ਹੁਣ ਉਹ ਪ੍ਰੈਸ ਤੇ ਵੀ ਮਿਲਦਾ ਹੈ। ਉਹਦੇ 3 ਭਾਗ ਹੈ। ਉਹ ਸਾਡੇ ਨੇੜੇ ਹੀ ਸੰਤ ਰਹਿੰਦੇ ਸੀ ਹਰਨਾਮਦਾਸ ਅਦਾਸੀ ਸਾਧੂ, ਉਹਨਾਂ ਨੇ ਹੀ ਉਸ ਦਾ ਅਨੁਵਾਦ ਕੀਤਾ। ਉਹ ਮਿਰਪਾ ਆਉਂਦੇ ਰਹੇ ਤੇ ਬੜੇ ਵਿਦਵਾਨ ਸਨ, ਤੇ 10ਵਾਂ ਗ੍ਰੰਥ ਦਾ ਵੀ ਉਹਨਾਂ ਨੇ ਟੀਕਾ ਕੀਤਾ ਸੀ। ਉਹ ਟੀਕਾ ਨਾਮਧਾਰੀਆਂ ਨੇ ਉਹਨਾਂ ਤੋਂ ਲੈ ਲਿਆ, ਹਾਲੇ ਤੱਕ ਛਪਿਆ ਨਹੀਂ। ਇਹ ਕਾਰਨ ਨਹੀਂ ਪਤਾ ਕੀ ਹੈ। ਸੋ ਇਸੇ ਤਰ੍ਹਾਂ ਪੰਡਿਤ ਨਰੈਣ ਸਿੰਘ ਜੀ ਨੇ ਟੀਕਾ ਕੀਤਾ, ਜੋ 10 ਸ਼ਾਇਦ 8 ਜਲਦਾਂ ਚ ਹੈ, ਤੇ ਇਸੇ ਤਰ੍ਹਾਂ ਗਿਆਨੀ ਬਿਸ਼ਨ ਸਿੰਘ ਜੀ ਨੇ ਪਹਿਲਾਂ ਕੀਤਾ ਸੀ। ਰਤਨ ਸਿੰਘ ਜੱਗੀ ਹੈ, ਉਹਨੇ ਵੀ ਕੀਤਾ ਟੀਕਾ। ਇਸ ਤਰ੍ਹਾਂ ਹੋਰ ਵੀ ਕਈਆਂ ਨੇ ਯਤਨ ਕੀਤੇ ਆ। ਤੇ ਛੋਟੇ ਜਿਹੜੇ ਆ 10 ਗ੍ਰੰਥੀ ਜਾਂ 5 ਗ੍ਰੰਥੀ, ਡਾਕਟਰ ਭਾਈ ਵੀਰ ਸਿੰਘ ਜਾਂ ਹੋਰ ਪੰਡਿਤ ਨਰੈਣ ਸਿੰਘ, ਕਈ ਗੁਰਮੁਖ ਜਨਾਂ ਨੇ ਕੀਤੇ। ਇਸੇ ਤਰ੍ਹਾਂ ਹੁਣ ਮਹਿਰੋਂ ਵਾਲੇ ਸਿੰਘਾਂ ਨੇ ਵੀ ਯਤਨ ਕੀਤਾ ਹੈ। ਪਰ ਤਕਰੀਬਨ ਜਿੰਨੇ ਟੀਕੇ ਪੜ੍ਹੇ ਆ ਆਪੋ ਆਪਣੀ ਵੈਸੇ ਪਸੰਦ ਹੈ, ਪਰ ਮੈਂ ਪੰਡਿਤ ਨਰੈਣ ਸਿੰਘ ਜੀ ਵਾਲਾ ਟੀਕਾ ਜਿਹੜਾ ਉਹ ਸਭ ਨੂੰ ਵੱਧ ਪਸੰਦ ਕੀਤਾ। ਉਹਨਾਂ ਨੇ ਅਰਥ ਬਹੁਤ ਸੋਹਣੇ ਖੋਲੇ ਹੈ। ਬਾਕੀ ਜਿਹੜੇ ਟਕਸਾਲਾਂ 'ਚ ਪੜ੍ਹਦੇ ਆ ਉਹਨਾਂ ਕੋ ਕਈਆਂ ਕੋ ਕਾਪੀਆਂ ਵੀ ਹਨ ਜਾਂ ਔਖੇ ਸ਼ਬਦਾਂ ਦੇ ਅਰਥ ਵਗੈਰਾ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੇ ਵੀ 10ਵਾਂ ਗ੍ਰੰਥ ਤੇ ਆਪਣੇ ਗਿਆਨੀ ਰਣਧੀਰ ਸਿੰਘ, ਉਹਨਾਂ ਨੇ ਉਹ ਰਿਸਰਚ ਕੀਤੀ ਹੈ, 10ਵਾਂ ਗ੍ਰੰਥ ਦੇ ਕੋਸ਼ ਜਿਹੜੇ ਹੈ ਉਹ ਲਿਖੇ ਹੈ। ਇਸ ਤਰ੍ਹਾਂ ਇਹਦਾ ਤੁਕ ਤਤਕਰਾ ਵੀ ਬਣਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਕ ਤਤਕਰਾ ਉਹ ਵੀ ਦਰਸ਼ਨ ਹੋਏ ਹੈ। ਸੋ ਚਿੱਤਰੋ ਪਖਿਆਨ ਦੀਆਂ ਪੋਥੀਆਂ ਜਿਹੜੀਆਂ, ਉਹਨਾਂ ਦੀ ਵਿਆਖਿਆ ਕਈਆਂ ਨੇ ਇੰਗਲਿਸ਼ ਵਿੱਚ ਵੀ ਜਾਂ ਹੋਰ ਭਾਸ਼ਾ 'ਚ ਵੀ ਕੱਲੇ ਵੀ ਹੋਏ ਹੈ। ਕਈ ਅਨਬਾਣੀਆਂ ਦੇ ਵੀ ਟੀਕੇ, ਵਿਚਿੱਤਰ ਨਾਟਕ ਆ, ਕਾਲ ਉਸਤਤ ਆ, ਜਫਰਨਾਮਾ, ਜੁਦੇ ਵੀ ਦੇਖਣ ਵਿੱਚ ਮਿਲਦੇ ਹਨ। ਸੋ ਹੁਣ ਇਸ ਪਾਸੇ ਸੇਵਾ ਤੁਸੀਂ ਲਾਈ ਹੈ ਤੇ ਬਹੁਤ ਕੁਝ ਦ੍ਰਿਸ਼ਟੀ ਗੋਚਰ ਕਰਨਾ ਪੈਂਦਾ ਹੈ। ਅਨ ਧਰਮਾਂ ਦੇ ਗ੍ਰੰਥ ਜਿਹੜੇ ਕੁਰਾਨ ਸ਼ਰੀਫ ਹੈ ਜਾਂ ਬਾਈਬਲ, ਜੈਨ ਬੌਧ ਮਤ ਦੇ ਜਾਂ ਹੋਰ ਮਤਾਂ ਦੇ ਵੀ ਸਾਡੇ ਲੋਕਾਂ ਨੂੰ ਪੜ੍ਹਨੇ ਪੈਂਦੇ ਹੈ। ਕਿਉਂ? ਬਾਕੀ ਵਾਸਤੇ ਗੁਰਬਾਣੀ ਦੀ ਮਹਾਨਤਾ ਤਾਂ ਹੀ ਦੱਸ ਸਕਦੇ ਹਾਂ ਜੇ ਸਾਨੂੰ ਦੋਹਾਂ ਧਰਮਾਂ ਬਾਰੇ ਵੀ ਨੌਲੇਜ ਹੋਵੇ। ਜੇ ਨਹੀਂ ਹੋਵੇਗਾ ਤੇ ਮਹਾਨਤਾ ਕਿਵੇਂ ਦੱਸਾਂਗੇ? ਸੋ ਇਸੇ ਤਰ੍ਹਾਂ 10ਵੇਂ ਗੁਰੂ ਜੀ ਨੇ ਦੂਜੇ ਧਰਮਾਂ ਬਾਰੇ ਦੂਸਰੇ ਗ੍ਰੰਥਾਂ ਦਾ ਅਨੁਵਾਦ ਕਰਾਇਆ। ਇਹ ਜਿਹੜਾ ਗ੍ਰੰਥ ਤਿਆਰ ਹੋਇਆ ਸੀ, ਇਹਦਾ 9 ਮਣ ਕੱਚਾ ਵਜਨ ਸੁਣਨ ਵਿੱਚ ਆਇਆ ਹੈ। ਜਦੋਂ ਫਿਰ ਜੰਗ ਯੁੱਧ, ਤੇ ਤੁਹਾਨੂੰ ਪਤਾ ਉਸ ਵੇਲੇ ਤੇ ਮਾਂ ਪੁੱਤ ਨੂੰ ਨਹੀਂ ਸੰਭਾਲਦੀ ਲੜਾਈਆਂ 'ਚ, ਬਹੁਤ ਸਾਰਾ ਲਿਟਰੇਚਰ, ਬਹੁਤ ਕੀਮਤੀ ਸਮਾਨ, ਕਿੰਨੀ ਤਬਾਹੀ ਹੋਈ, ਪ੍ਰਾਣਾਂ ਨੂੰ ਪਿਆਰੇ ਸਿੰਘ, ਮਾਤਾ ਜੀ, ਸਾਹਿਬਜ਼ਾਦੇ,
ਤੇ ਹੋਰ ਕਿੰਨਾ ਨੁਕਸਾਨ, ਉਹ ਇਤਿਹਾਸ ਪੜ੍ਹੋ, ਆਪ ਜੀ ਨੂੰ ਪਤਾ ਲੱਗਦਾ, ਸੁਣ ਤੋਂ ਵੀ ਪਤਾ ਲੱਗਦਾ। ਪਰ ਫਿਰ ਵੀ ਇੰਨੇ ਸੰਘਰਸ਼ਾਂ ਦੇ ਵਿੱਚ ਇਤਨੀ ਵੱਡੀ ਰਚਨਾ ਕਰਨੀ, ਇਹ ਮਹਾਰਾਜ ਜੀ ਦਾ ਹੀ ਕੰਮ ਹੈ। ਗੱਜ ਕੇ ਬੋਲੋ। ਸਾਧ ਸੰਗਤ ਜੀ, ਇੱਕ ਲਾਲ ਪਗੜੀ ਵਾਲਾ ਸਿਪਾਹੀ 2-3 ਦਿਨ ਘਰ ਗੇੜਾ ਮਾਰ ਜਾਏ ਤੇ ਰੋਟੀ ਨਹੀਂ ਅੰਦਰ ਲੰਘਦੀ। ਜਿੱਥੇ ਰੋਜ਼ ਲੜਾਈਆਂ, ਰੋਜ਼ ਜੰਗ। ਹਾਂਜੀ, 9 ਸਾਲ ਦੀ ਉਮਰ ਤੋਂ ਗੁਰਤਾ ਗੱਦੀ ਸਾਂਭੀ ਹੈ ਤੇ 42 ਸਾਲ ਦੇ ਉਮਰ ਤੱਕ ਚੱਲੇ ਆ। ਇੰਨੀ ਉਮਰ ਦੇ ਅੰਦਰ ਇਤਨੇ ਕਰਤੱਵ ਕਰਨਾ ਤੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਗੁਰੂ ਗ੍ਰੰਥ ਗੁਰਤਾ ਗੱਦੀ ਦੇ ਕੇ ਜਿਹੜੇ ਦੇਸ਼ ਵਿੱਚੋਂ ਧਰਮ ਦਾ ਨਿਸ਼ਾਨ ਮਿਟਾਉਣਾ ਚਾਹੁੰਦੇ ਸੀ, ਤੀਸਰ ਪੰਥ ਖਾਲਸਾ ਪ੍ਰਗਟਾਨੀ, ਮੈਂ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਉਹਦਾ ਹੀ ਆ, ਤੇਰੀ ਉਪਮਾ ਤੋਹੇ ਬਣਿਆ। ਇਹ ਉਹੀ ਕਰ ਗਿਆ, ਇਹ ਛਾਲ ਉਹੀ ਮਾਰ ਗਿਆ। ਇਹ ਖਾਲਸੇ ਦੇ ਬਖਸ਼ਾਂ ਜਾਂ ਖਾਲਸੇ ਨੇ ਵੀ ਕੰਮ ਘੱਟ ਨਹੀਂ ਕੀਤੇ, ਗੁਰੂ ਦੀ ਬਖਸ਼ਿਸ਼ ਲੈ ਕੇ। ਅੱਜ ਵੀ ਜੇ ਬਖਸ਼ਿਸ਼ ਦੇ ਪਾਤਰ ਬਣੋਗੇ ਫਿਰ ਤਾਂ ਸਭ ਕੁਝ ਮਿਲੇਗਾ। ਸੋ ਹੁਣ 10ਮ ਗ੍ਰੰਥ ਹੈ ਤੇ ਮਹਿਮਾ ਪ੍ਰਕਾਸ਼ ਹੈ। ਸੂਰਜ ਪ੍ਰਕਾਸ਼ 14 ਜਿਲਦਾਂ, ਮਹਿਮੇ ਦੀਆਂ 3, ਸੇਵਾਦਾਰ ਦੀਆਂ ਪਰਚੀਆਂ। ਇਸ ਤਰ੍ਹਾਂ ਹੋਰ ਵੀ ਆਪਣੇ ਗੁਰਪੁਰਬ ਪ੍ਰਕਾਸ਼ ਹੈ। ਬਹੁਤ ਸਾਰੇ ਇਤਿਹਾਸਕ ਪੱਖੋਂ ਵੀ ਪੁਸਤਕ ਮਿਲਦੇ ਆ। ਅੱਜ ਤਾਂ ਬਹੁਤ ਕਿਤਾਬਾਂ ਲਿਖੀਆਂ ਜੋ ਕੋਈ ਗਿਣਤੀ ਨਹੀਂ। ਵਿਦਿਆ ਪੜ੍ਹਦੇ ਨਹੀਂ, ਇੱਕ ਦੂਜੀ ਨਕਲ ਕਰਕੇ ਇੱਧਰ ਉੱਧਰ ਲਿਖੀ ਜਾਂਦੇ ਆ। ਪਰ ਉਹਨਾਂ ਦੇ ਅੰਦਰ ਸਾਹਿਤਕ ਪੱਖ ਦੀ, ਸਿਧਾਂਤ ਦੀ ਬੜੀ ਕਮਜ਼ੋਰੀ ਹੁੰਦੀ ਹੈ। ਕਿਤੇ ਸਹੀ ਵੀ ਲਿਖ ਜਾਂਦੇ ਆ, ਕਿਤੇ ਗਲਤ ਵੀ, ਸੰਗਤ ਨੂੰ ਭੰਬਲ ਭੂਸੇ ਵੀ ਪਾ ਦਿੰਦੇ। ਪਰ ਜਦੋਂ ਤੱਕ ਸ਼ਾਸਤਰ ਬੇਤੇ ਪੂਰੇ ਨਾ ਬਣੀਏ, ਉਦੋਂ ਤੱਕ ਅਸੀਂ ਨਾ ਸਿਧਾਂਤ ਨੂੰ ਸਮਝ ਸਕਦੇ ਹਾਂ, ਨਾ ਦੂਏ ਨੂੰ ਸਮਝਾ ਸਕਦੇ ਹਾਂ। ਇਹ ਦੋਹਾਂ ਗੱਲਾਂ ਦੀ ਲੋੜ ਹੈ। ਸੋ ਇਸ ਵਾਸਤੇ ਜਿਵੇਂ ਇਹ ਕੰਨਾ ਆ, ਇੱਕ ਸਾਧ ਸੰਗਤ ਜੀ ਲੂਲਾ ਆ। ਹੁਣ ਜਿਹੜਾ ਸੂਰਮਾ ਉਹਨੂੰ ਦੀਦਾ ਨਹੀਂ, ਲੂਲਾ ਚੱਲ ਨਹੀਂ ਸਕਦਾ। ਜੇ ਅੰਨਾ ਉਹਨੂੰ ਘਨੇੜੀ ਚੱਕ ਲੈ, ਉਹਦਾ ਸਫ਼ਰ ਤੈਅ ਹੋ ਜਾਊਗਾ। ਉਹਦੀਆਂ ਅੱਖਾਂ ਹਨ, ਉਹ ਦਰਖਤ ਤੋਂ ਫਲ ਵੀ ਖਾ ਸਕਦੇ। ਦੋਨੋਂ ਰਲ ਕੇ ਸੋਹਣਾ ਕੰਮ ਕਰ ਲੈਂਦੇ। ਇਸੇ ਤਰ੍ਹਾਂ ਜੇ ਵਿਚਾਰ ਦੇ ਨਾਲ ਬੰਦਾ ਚੱਲਦਾ, ਫਿਰ ਤਾਂ ਬਹੁਤ ਕੁਝ ਪ੍ਰਾਪਤ ਕਰ ਲੈਂਦਾ। ਬਾਕੀ ਹਰ ਗੱਲ ਵਿਚਾਰ ਦੇ ਉੱਤੇ ਖੜੀ ਹੈ, ਸੋਚ ਤੇ ਖੜੀ ਹੈ। ਤੁਹਾਡੀ ਸੋਚ ਨੈਗੇਟਿਵ ਦੇਖ ਰਹੀ ਹੈ ਕਿ ਪੋਜ਼ਿਟਿਵ ਦੇਖ ਰਹੀ ਹੈ। ਕਈਆਂ ਦਾ ਹਿਸਾਬ ਹੁੰਦਾ, ਉਹ ਨਹੀਂ ਹਰ ਵੇਲੇ ਪੋਜ਼ਿਟਿਵ ਹੀ ਦੇਖੀ ਜਾਣਾ, ਕਈ ਨੈਗੇਟਿਵ ਦੇਖਦੇ। ਪਰ ਜਿਹੜੇ ਸਿਆਣੇ ਆ, ਉਹ ਦੋਹਾਂ ਪੱਖਾਂ ਨੂੰ ਦੇਖ ਕੇ ਸੱਤ ਅਸੱਤ ਦਾ ਨਿਰਣਾ ਕਰਕੇ ਵਿਚਰਦੇ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ, ਹੁਣ ਉਹ ਮਹਾਂਪੁਰਖ ਕੋਈ ਬੈਠੇ ਸੀ, 3 ਲੜਕੀਆਂ ਪਾਣੀ ਭਰਨ ਜਾ ਰਹੀਆਂ ਖੂਹ ਤੇ। ਉਹ ਕਥਾ ਕਰਦੇ ਆ, ਉਹ ਨਹੀਂ ਤਾਂ ਆਪਣੇ ਰੰਗ 'ਚ ਵਚਨ ਕੀਤਾ, ਨਾ ਅਗਲੀ ਦੇ ਨਾ ਪਿਛਲੀ ਦੇ, ਬਲਿਹਾਰੇ ਜਾਈਏ ਵਿਚਲੀ ਦੇ। ਉਹ ਕੁੜੀਆਂ ਨੇ ਘਰ ਦੱਸਿਆ ਕਿ ਸੰਤ ਜੀ ਨੇ ਆਹ ਗੱਲ ਕਹੀ ਹੈ। ਉਹ ਆ ਗਿਆ ਜੀ ਡਾਂਗਾ ਲੈ ਕੇ, ਸਾਡੀਆਂ ਲੜਕੀਆਂ ਨੂੰ ਸੰਤ ਜੀ ਟੀਚਰ ਕੀਤੀ ਹੈ। ਉਹ ਕਹਿੰਦੇ ਗੁਰਮੁਖ ਅਸੀਂ ਤਾਂ ਤੁਹਾਡੀਆਂ ਲੜਕੀਆਂ ਨੂੰ ਦੇਖਿਆ ਵੀ ਨਹੀਂ, ਆ ਸੰਗਤ ਬੈਠੀ ਸੀ, ਅਸੀਂ ਤਾਂ ਕਥਾ ਕਰ ਰਹੇ ਸੀ। ਅਸੀਂ ਤਾਂ ਇਹ ਗੱਲ ਬੋਲੀ ਹੈ, ਬਾਲਕਪਨ ਦੀ ਉਮਰ ਹੈ ਤੇ ਅਖੀਰੀ ਹੈਗੀ ਹੈ ਬੁਢਾਪੇ ਦੀ। ਵਿਚਲੀ ਜਿਹੜੀ ਜਵਾਨੀ ਆ, ਜਿਨ ਸੰਭਾਲ ਲਿਆ, ਉਹਨ ਮਨੁੱਖਿਆਂ ਨੂੰ ਸਫਲ ਕਰ ਲਿਆ। ਚਾਹੇ ਵਿਸ਼ੇ ਵਿਕਾਰ ਭੋ ਲਓ, ਚਾਹੇ ਵਿਦਿਆ ਪੜ੍ਹ ਲਓ, ਚਾਹੇ ਕੋਈ ਗੁਣ ਵਿਦਿਆ ਸਿੱਖ ਲਓ, ਚਾਹੇ ਪਰਮਾਰਥ। ਬਚਪਨ ਅਗਿਆਨਤਾ ਦੀ ਹੁੰਦੀ ਹੈ, ਬੁਢਾਪੇ ਵਿੱਚ ਕਮਜ਼ੋਰੀ ਰੋਗ ਲੱਗ ਜਾਂਦੇ ਆ। ਜੋ ਜਵਾਨ ਬੰਦਾ ਸਫਲਤਾ, ਦੂਜਾ ਨਹੀਂ। ਵੈਸੇ ਤਾਂ ਕੋਈ ਐਸਾ ਨਹੀਂ ਕਿ ਮਹਾਰਾਜ ਬਖਸ਼ਿਸ਼ ਕਰੇ, ਪਰ ਫੇਰ ਵੀ ਉਮਰ ਦਾ ਤਕਾਜ਼ਾ ਬਹੁਤ ਕੰਮ ਦਿੰਦਾ। ਹੁਣ ਗੱਲ ਵਿਚਾਰ ਦੀ ਹੈ, ਉਹਨਾਂ ਦਾ ਸ਼ੰਕਾ ਦੂਰ ਹੋ ਗਈ। ਇਸੇ ਤਰ੍ਹਾਂ ਸਾਂਖੀਆ ਜ਼ਹਿਰ ਉਹਨਾਂ ਲਈ ਹੈ ਜਿਹੜਾ ਸੰਨਿਆਸੀ ਨਹੀਂ। ਜਿਹੜਾ ਉਹਨੂੰ ਮਾਰਨ ਜਾਣ ਦਾ ਕੁਸ਼ਤਾ ਬਣਾ ਲੈਂਦਾ, ਨਮੂਨੀਆ ਵੀ ਸਾਂਖੀਏ ਨਹੀਂ ਹਟਦਾ। ਪਾਰਾ ਕੱਚਾ ਗਾਲ ਦਿੰਦਾ, ਕੁਸ਼ਤਾ ਬਣ ਲਈ ਕੋੜ ਹਟਾਉਂਦਾ ਹੈ ਉਹੀ ਪਾਰਾ, ਕੋੜ ਕਰਦਾ ਵੀ ਹੈ, ਹਟਾਉਂਦਾ ਵੀ। ਇਸੇ ਤਰ੍ਹਾਂ ਜਿਹੜੇ ਧਰਮ ਸ਼ਾਸਤਰ ਆ, ਇਹਨਾਂ ਦੇ ਵਿੱਚ 2 ਪੱਖ ਚੱਲਦੇ ਆ। ਇੱਕ ਹੁੰਦਾ ਵਿਧੀ ਪੱਖ, ਹੁੰਦਾ ਨਿਖੇਧੀ ਪੱਖ। ਵਿਧੀ ਪੱਖ ਕੀ ਹੈ? ਮਰਜ਼ਾਦਾ ਵਾਲਾ ਪੱਖ। ਗੁਰੂ ਨੇ ਮਰਜ਼ਾਦਾ ਬਣਾਈ, ਤੁਸੀਂ 5 ਕਕਾਰ ਰੱਖਣੇ ਆ,
ਤੇ ਕੋਈ ਮਾੜਾ ਕਰਮ ਨਹੀਂ ਕਰਨਾ। ਸਾਡਾ ਧਰਮ ਕਹਿੰਦਾ ਗਲਤ ਕੰਮ ਨਹੀਂ ਕਰਨਾ। ਇਹ ਵਿਧੀ ਪੱਖ। ਨਿਖੇਧੀ ਕੀ ਹੈ? ਸ਼ਰਾਬ ਮਾੜੀ ਹੈ, ਤੰਬਾਕੂ ਮਾੜਾ, ਹਾਂਜੀ, ਪਰ ਇਸਤਰੀ ਦੀ ਕੁਸੰਗਤ ਮਾੜੀ ਹੈ, ਇਸਤਰੀਆਂ ਲਈ ਪਰ ਪੁਰਸ਼ ਦੀ ਕੁਸੰਗਤ ਮਾੜੀ ਹੈ, ਰੋਮਾਂ ਦੀ ਬੇਅਦਬੀ ਮਾੜੀ ਹੈ। ਜਿਹੜਾ ਇਹ ਦੱਸਿਆ ਸੀ ਕਿ ਰੋਮ ਕੇਸ ਰੱਖਣੇ ਆ, ਇਹ ਗੁਰੂ ਦਾ ਹੁਕਮ ਹੈ, ਇਹ ਪਰਮਾਤਮਾ ਦੀ ਦਰਗਾਹੀ ਦਾਤ ਹੈ, ਇਹ ਵਿਧੀ ਪੱਖ। ਉਹ ਵੀ ਕੇਸ ਰੱਖਣ ਦਾ ਭਾਵ ਹੈ। ਜਿਹੜਾ ਕਿ ਕੇਸ ਨਹੀਂ ਕੱਢਣੇ ਬੱਜਰ ਕਰਿਆ, ਤੇ ਉਹ ਵੀ ਕੇਸ ਰੱਖਣ ਦਾ ਹੀ ਭਾਵ ਹੈ। ਭਾਵ ਇੱਕੋ ਹੀ ਹੈ। ਵਿਧੀ ਪੱਖ ਦੁਆਰਾ ਵੀ ਆਪਾਂ ਉੱਥੇ ਹੀ ਪਹੁੰਚਣਾ ਚਾਹੁੰਦੇ ਹਾਂ, ਨਿਖੇਧੀ ਪੱਖ ਦੁਆਰਾ ਉਸ ਗਲਤ ਕੰਮ ਦੀ ਆਲੋਚਨਾ ਕਰਕੇ ਪਹੁੰਚਣਾ ਫਿਰ ਵੀ ਉੱਥੇ ਚਾਹੁੰਦੇ ਹਾਂ। ਪਰ ਕਈ ਬੰਦੇ ਗ੍ਰੰਥ ਵਿੱਚ ਲਿਖੇ ਹੋਏ ਨਾ ਵਿਧੀ ਪੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਨਾ ਨਿਖੇਧੀ ਦੀ। ਉਹਨੇ ਬਸ ਥੂ ਕਰਨਾ ਹੀ ਸਿੱਖ ਲਿਆ। ਆ ਨਹੀਂ ਚੰਗਾ, ਆ ਨਹੀਂ ਚੰਗਾ, ਆ ਨਹੀਂ ਚੰਗਾ। ਜੋ ਭਾਈ ਤੂੰ ਕਹਿ ਰਿਹਾ ਉਹੀ ਚੰਗਾ, ਬਾਕੀ ਸਾਰੇ ਗਲਤ ਆ। ਗੱਜ ਕੇ ਬੋਲੋ। ਚੰਦ ਤੇ ਥੁੱਕੀ ਜਾਓ, ਚੰਦ ਨੂੰ ਕੀ ਥੁੱਕਦਾ ਅਸਰ? ਆਕਾਸ਼ ਵੱਲ ਨੂੰ ਮੂੰਹ ਕਰਕੇ ਥੁੱਕੀ ਜਾਓ, ਆਪਣੇ ਮੂੰਹ ਤੇ ਪੈਂਦਾ। ਸੂਰਜ ਚੜ੍ਹਦੇ ਨੂੰ ਗਾਲਾਂ ਕੱਢੀ ਜਾਓ, ਉਹਦਾ ਪ੍ਰਕਾਸ਼ ਘਟ ਜਾਏਗਾ। ਇਸ ਗੱਲ ਦਾ ਵੀ ਬਹੁਤਾ ਮਾਈਂਡ ਕਰਨ ਦੀ ਲੋੜ ਨਹੀਂ। ਜਿੱਥੇ ਜਿੱਥੇ ਕਿਸੇ ਦੀ ਡਿਊਟੀ ਲਾਈ ਹੈ, ਸੂਰਜ ਜਿਹੜਾ ਉਹਨ ਰੂੜੀਆਂ ਹੀ ਸਾਫ਼ ਕਰਨੀਆਂ। ਇੱਲਾਂ ਗਿਲ ਜਾਣਾ, ਸਾਧ ਸੰਗ ਹੱਡਾ ਰੋੜੀ ਦੇ ਵਿੱਚ ਹੀ ਜਾਣਾ। ਕਾਮਾਂ ਨੇ ਬੇਸ਼ਟਾ ਹੀ ਫਰੋਲਣਾ, ਹੰਸਾਂ ਨੇ ਮੋਤੀ ਚੁਗਣੇ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਪਾਲਣ ਜਾਵੇ। ਆਪਾਂ ਦੇਖਣਾ ਆਪਣਾ ਜੀਵਨ ਅਸੀਂ ਹੰਸ ਬਿਰਤੀ ਦਾ ਬਣਾਉਣਾ ਕਿ ਕਾਗ ਬਿਰਤੀ ਦਾ ਬਣਾਉਣਾ। ਜੇ ਤਾਂ ਹੰਸ ਬਿਰਤੀ ਦਾ ਬਣਨਾ, ਫਿਰ ਅਸਤ ਵਸਤੂ ਤਿਆਗੋ, ਸਤ ਵਸਤੂ ਗ੍ਰਹਿਣ ਕਰੋ। ਗੱਜ ਕੇ ਬੋਲੋ। ਸੋਧੀ ਜੀ ਬੈਠੇ ਸਿਆਣੇ ਆ। ਸਾਡੇ ਸੰਪਰਦਾਵਾਂ ਵਿੱਚ ਜਿੱਥੇ ਗੁਰੂ ਮਹਾਰਾਜ ਦੀ ਕਥਾ ਇਤਿਹਾਸ ਦੀ, ਉੱਥੇ ਵੇਦਾਂਤ ਦੇ ਗ੍ਰੰਥ, ਨਿਆਏ ਦੇ ਵਿਆਕਰਨ ਵਗੈਰਾ, ਭਾਈ ਨੰਦ ਲਾਲ ਰਚਨਾਵਾਂ, ਗਜ਼ਲਾਂ, ਤੌਸੀਫੋ ਸਨਾ, ਦਸਤੂਰ ਅਲ ਇਨਸ਼ਾ, ਅਰਜੁਲ ਅਲਫਾਜ਼ ਔਰ ਜ਼ਿੰਦਗੀ ਨਾਮਾ, ਬੰਦਗੀ ਨਾਮਾ, ਜੋਤ ਵਿਕਾਸ, ਇਹ ਭਾਈ ਨੰਦ ਲਾਲ ਦੀਆਂ ਰਚਨਾਵਾਂ। ਬਹੁਤਿਆਂ ਨੇ ਨਾਂ ਹੀ ਅੱਜ ਸੁਣਿਆ ਹੋਣਾ। ਇਸੇ ਤਰ੍ਹਾਂ ਸਾਧ ਸਿੰਘ ਬਹੁਤ ਕੁਝ ਆ। ਸੋ ਦਸਮ ਗੁਰੂ ਜੀ ਨੇ ਅਨੁਵਾਦ ਕਰਾਏ ਆ, ਤੇ ਨਾਲ ਬਚਨ ਵੀ ਕਹੇ, ਦਸਮ ਕਥਾ ਭਗਉਤ ਕੀ ਭਾਖਾ ਕਰੀ ਬਣਾਏ, ਅਵਰ ਵਾਸਨਾ ਨਾਹੀ ਧਰਮ ਜੁੱਧ ਕਹਿ ਚਾਹੇ। ਉਹ ਜਿਹੜੇ ਸੂਰਮੇ ਸੀ, ਭਾਵੇਂ ਕਿਸੇ ਮੱਤ ਦੇ ਸੀ, ਖੜਕ ਸਿੰਘ ਵਰਗੇ, ਜਿਨ੍ਹਾਂ ਦੇ ਕ੍ਰਿਸ਼ਨ ਜੀ ਨਾਲ ਯੁੱਧ ਹੋਏ, ਉਹਨਾਂ ਦੇ ਪ੍ਰਕਰਮ ਨੇ ਲਿਖੇ ਕਿ ਸੂਰਵੀਰਾਂ ਦਾ ਇਤਿਹਾਸ ਪੜ੍ਹ ਕੇ ਸਾਡੇ ਸਿੰਘਾਂ ਦੀ ਸੂਰਵੀਰਤਾ ਹੋਵੇ। ਤਿਆਗ ਬਰਾਗ ਦੀਆਂ ਸਾਖੀਆਂ ਲਿਖੀਆਂ, ਗਿਆਨ ਦੀਆਂ, ਧਰਮ ਦੀਆਂ, ਰਾਜਨੀਤੀ ਦੀਆਂ, ਹਰ ਪੱਖ ਤੋਂ ਪਾਤਸ਼ਾਹ ਨੇ ਕਿਰਪਾ ਕੀਤੀ। ਫਿਰ ਸ਼ਾਸਤਰ ਦੇ ਨਾਮ ਗਿਣੇ। 10 ਪਹਿਲਾਂ ਜਿਸ ਤਰ੍ਹਾਂ ਜਪਜੀ ਸਾਹਿਬ ਦੀ ਬਾਣੀ ਨਿਰੋਲ ਬ੍ਰਹਮ ਗਿਆਨ ਦੀ, ਤੇ ਜਾਪ ਸਾਹਿਬ ਦੇ ਅੰਦਰ 1400 ਪਰਮਾਤਮਾ ਦਾ ਨਾਮ ਆ। 1400 ਰੱਬ ਦਾ ਨਾਮ ਆ। ਇਹਦੇ ਚ ਉਹਦੇ ਨਾਮ ਲੈ ਲੈ ਕੇ ਉਹਨੂੰ ਨਮਸਤਲ ਸਲਾਮੇ, ਨਮਸਤਲ ਕਾਮੇ। ਜੇ ਛੰਦ ਦੀ ਚਾਲ ਨਾ ਪੜ੍ਹੀਏ ਕਿੰਨਾ ਆਨੰਦ ਆਉਂਦਾ। ਗੱਜ ਕੇ ਬੋਲੋ। ਜਾਜਰੀ ਛੰਦ ਪੜ੍ਹੋ, ਆਪਾਂ ਉਵੇਂ ਪੜ੍ਹਦੇ ਹਾਂ, ਆਨੰਦ ਨਹੀਂ ਆਉਂਦਾ। ਜੇ ਉਸ ਚਾਲ ਚ ਪੜ੍ਹੀਏ, ਦੇਖੋ ਕਿੰਨਾ ਆਨੰਦ। ਗੋਬਿੰਦੇ ਮਕੰਦੇ ਉਦਾਰੇ ਅਪਾਰੇ, ਹਰਿਜਨ ਕਰਿਜਨ ਨਿਰਨਾਮੇ ਅਕਾਮੇ। ਇਹ ਜਾਜਰੀ ਛੰਦ, ਇਹ ਛੰਦਾਂ ਦੀ ਵਰਤੋਂ ਕੀਤੀ। ਜੋ ਮਹਾਰਾਜ ਦੀ ਕਾਵਿ ਰਚਨਾ ਹੈ, ਇਹੋ ਜਿਹੀ ਅੱਜ ਕੋਈ ਕਰ ਹੀ ਨਹੀਂ ਸਕਿਆ, ਆਸ ਵੀ ਨਹੀਂ ਕੋਈ ਕਰੇ। ਅੱਜ ਹੁਣ ਬੜੇ ਬੜੇ ਫਿਲਾਸਫਰ ਆ, ਉਹਨਾਂ ਨੂੰ ਕਹੋ ਤੁਸੀਂ ਕੋਈ ਛੰਦ ਇਹੋ ਜਿਹਾ ਰਚ ਕੇ ਦਿਖਾਓ, ਤੇ ਮਹਾਰਾਜ ਦੀਆਂ ਗੱਲਾਂ ਮਹਾਰਾਜ ਜਾਣਦੇ ਆ। ਸੋ ਫੇਰ ਅਕਾਲ ਉਸਤਤ ਉਸ ਬਾਣੀ ਦਾ ਨਾਮ ਆ। ਗੁਰੂ ਨਾਨਕ ਸਾਹਿਬ ਨੇ ਜਾਪ ਰੱਖਿਆ, ਮਹਾਰਾਜ ਨੇ ਉਹਦਾ ਜਾਪ। ਔਰ ਜਪਜੀ ਤੋਂ ਬਾਅਦ ਇਹ ਜਾਪ ਆਇਆ। ਜਾਪ ਤੋਂ ਬਾਅਦ ਅੰਮ੍ਰਿਤ ਸਵਈਏ ਆਏ। ਅੰਮ੍ਰਿਤ ਸਵਈਆਂ ਤੋਂ ਬਾਅਦ ਚੌਪਜ ਆਈ। ਉਹ ਸਤਸੰਗ ਰਾਜਾ, ਸਾਧ ਸੰਗ ਦੇਖ ਲਓ, ਧਰਮੀ, ਰਾਖਸ਼ਾਂ ਨਾਲ ਯੁੱਧ, ਉਹਦੀ ਰੱਖਿਆ ਵਾਸਤੇ ਭਗਵਾਨ ਆਏ ਹੈ। ਉਹਦੀ ਜਿਵੇਂ ਰੱਖਿਆ ਹੋਈ ਹੈ, ਚੌਪੇ ਆਚਾਰੀ ਹੈ ਧਰਮੀ ਦੀ। ਗੱਜ ਕੇ ਬੋਲੋ।
ਸੋ ਕਹਿਣ ਤੋਂ ਭਾਵ ਫਿਰ ਅਕਾਲ ਉਸਤਤ ਆ, ਨਰੋਲ ਅਕਾਲ ਦੀ ਉਸਤਤ। ਔਰ ਸਾਰੇ ਰਾਗੀ ਗਾਉਂਦੇ ਆ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ। ਇਹ ਅਕਾਲ ਉਸਤਤ ਦੇ ਹੀ ਸ਼ਬਦ ਹੈ। ਇਸੇ ਤਰ੍ਹਾਂ ਵਿਚਿੱਤਰ ਨਾਟਕ ਹੈ। ਅੱਜ ਲੋਕਾਂ ਨੇ ਆਪਣੀਆਂ ਸਵੈਂਗ ਜੀਵਨੀਆਂ ਹੁਣ ਲਿਖਣ ਲੱਗੇ ਆ, ਪਰ ਮਹਾਰਾਜ ਆਪਣੀ ਸਵੈਂਗ ਜੀਵਨੀ ਪਹਿਲਾਂ ਲਿਖ ਕੇ ਗਏ ਕਿੰਨੀਆਂ ਸਦੀਆਂ। ਪਿਛਲਾ ਵੀ ਤੇ ਅਗਲਾ ਵੀ ਸਾਰਾ, ਭੂਤ ਭਵਿੱਖ ਵਰਤਮਾਨ ਦਾ ਤ੍ਰੈ ਕਾਲ ਦਰਸੀ। ਉਹ ਵੀ ਰਾਗੀਆਂ ਦੀਆਂ ਟੇਪਾਂ ਵਿਕ ਰਹੀਆਂ। हेमकुंट पर्वत है जहां अब हम अपनी कथा बखानो, मूवियां भी विक रही, टेपां भी, व्याख्या भी होई हुई है। सो इसे तरह साध संगत जी असीं ओही बाणी गा के पैसे भी कमाउंदे हां, ਉਹਦੀ ਆਲੋਚਨਾ ਵੀ ਕਰਦੇ ਹਾਂ। ਜਿਹੜੀ ਥਾਲੀ 'ਚ ਖਾਣਾ ਉਸੇ ਥਾਲੀ 'ਚ ਛੇਕ ਕਰਨਾ ਕੋਈ ਸਿਆਣੇ ਬੰਦਿਆਂ ਦਾ ਕੰਮ ਨਹੀਂ। ਗੱਜ ਕੇ ਬੋਲੋ। ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ 24 ਅਵਤਾਰਾਂ ਦੀ ਕਥਾ ਵਰਣਨ ਕੀਤੀ ਹੈ, ਔਰ ਉਹਦੇ ਵਿੱਚ ਨੇਹ ਕਲੰਕ ਦੀ ਹੈ। ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ ਆਵੇਂਗੇ। ਵਿਸ਼ਨੂੰ ਦੇ 23 ਅਵਤਾਰ ਹੋ ਚੁੱਕੇ ਆ, 24ਵਾਂ ਹੋਣਾ। ਉਹਦਾ ਨਾਮ ਹੈ ਨੇਹ ਕਲੰਕ। ਨੇਹ ਕਲੰਕ ਬੱਜੀ ਡੰਕ ਚੜੂ ਦਲ ਅਰਵਿੰਦ ਜੀ। ਸੋ ਇਸ ਪ੍ਰਕਾਰ ਕਲੰਕ ਤੋਂ ਰਹਿਤ। ਸੋ ਸਤਿਗੁਰੂ ਜੀ ਦੇ ਜਿਹੜੇ ਅਵਤਾਰ ਹੈ ਸੁਤੰਤਰ ਹੈ, ਕਿਉਂਕਿ ਆਪ ਜਦੋਂ ਇੱਛਾ ਹੁੰਦੀ ਆਪਣੀ ਮੌਜ ਦੇ ਮਾਲਕ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਗੁਣ ਗਰਾਹੀ ਬਿਰਤੀ ਬਣ ਦਾ ਉਪਦੇਸ਼ ਦਿੱਤਾ। ਜਿਵੇਂ ਦੱਤਾਤਰੇय ਜੀ ਨੇ 24 ਗੁਰੂ ਧਾਰੇ ਗੁਣ ਸਿੱਖਣ ਲਈ। ਹੁਣ ਦੇਖੋ ਸਾਡੇ ਪਰਮਾਰਥ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ, ਪਰ ਜੇ ਕਿਸੇ ਨੇ ਮਕੈਨਿਕੀ ਸਿੱਖਣੀ ਹੈ ਕਿਸੇ ਮਕੈਨਿਕ ਕੋਲ ਜਾਣਾ ਪਏਗਾ। ਡਾਕਟਰੀ ਸਿੱਖਣੀ ਹੈ ਡਾਕਟਰਾਂ ਕੋਲ, ਸਰਜੀਕਲ ਆਪਰੇਸ਼ਨ ਹੈ ਸਰਜੀ ਕੋਲ ਜਾਣਾ ਪਏਗਾ। ਗੱਡੀ ਦੀ ਡਰਾਈਵਰੀ ਸਿੱਖਣੀ ਉਹ ਵੀ ਕਿਸੇ ਤੋਂ ਸਟੇਅਰਿੰਗ ਫੜਨਾ ਸਿੱਖਣਾ ਪਊ। ਕੋਈ ਵੀ ਦੁਨੀਆ ਦੀ ਵਿਦਿਆ ਆ ਉਸਤਾਦ ਤੋਂ ਬਿਨਾਂ ਪ੍ਰਗਟ ਨਹੀਂ ਹੁੰਦੀ। ਬਿਨਾਂ ਮੁਰਸ਼ਿਦਾਂ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਿਝਦੀ ਖੀਰ ਮੀਆਂ। ਸਾਹਿਤ ਆ ਸੰਗੀਤ ਆ ਜੋ ਵੀ ਹੈ। ਸੋ ਇੱਥੇ ਤੱਕ ਹੁਣ ਗੁਰੂ ਗ੍ਰੰਥ ਸਾਹਿਬ ਜੀ ਬ੍ਰਹਮ ਵਿਦਿਆ ਤਾਂ ਬਹੁਤ ਕਠਿਨ ਹੈ। ਇਹਦੇ ਵਾਸਤੇ ਵੀ ਤਾਂ ਜਿਹੜੇ ਸੰਪਰਦਾਈ ਮਹਾਂਪੁਰਖ ਆ ਉਹਨਾਂ ਤੋਂ ਪੜ੍ਹਨਾ ਪਊਗਾ ਤਾਂ ਹੀ ਸਮਝ ਆਏਗੀ। ਇਤਿਹਾਸ ਸੰਗੀਤ ਹੈ। ਸੋ ਉਹਦੇ ਵਾਸਤੇ 24 ਗੁਣ ਗਰਾਹੀ ਉਸਤਾਦਾਂ ਦਾ ਵਰਣਨ ਕੀਤਾ ਹੈ ਕਿ ਸਾਨੂੰ ਗੁਣ ਗਰਾਹੀ ਬਣਨਾ ਚਾਹੀਦਾ। ਜਿਵੇਂ ਸ਼ਹਿਦ ਦੀ ਮੱਖੀ ਆ, ਉਹ ਹਰ ਫੁੱਲ ਤੋਂ ਤੱਤ ਲਿਆ ਕੇ ਕਿਤਨਾ ਮਿੱਠਾ ਸ਼ਹਿਦ ਤਿਆਰ ਕਰਦੀ ਹੈ। ਉਹਦਾ ਡੰਗ ਬੜਾ ਤੇਜ਼ ਆ, ਆਪਣੇ ਮੂੰਹ ਨਾਲ ਤਿਆਰ ਕਰਦੀ ਹੈ। ਉਹਦੀ ਝੂਠ ਵੀ ਕੋਈ ਨਹੀਂ ਸਮਝਦਾ। ਸਾਰੇ ਖਾਂਦੇ ਆ, ਬੜੇ ਬੜੇ ਬਵੇਕੀ ਵੀ ਖਾਂਦੇ, ਗੱਜ ਕੇ ਬੋਲੋ, ਕਿ ਦੁੱਧ 'ਚ ਪਾ ਕੇ ਪੀ ਲੈਂਦੇ ਜਿਹਨਾਂ ਨੂੰ ਬਾਏ ਬੂਏ ਜ਼ਿਆਦਾ ਹੁੰਦੀ। ਕਈ ਤਾਂ ਰੋਟੀ ਦੇ ਪਾ ਕੇ ਰੋਟੀ ਖਾ ਲੈਂਦੇ, ਦਾਲ ਨਾ ਹੋਵੇ। ਸੋ ਕਹਿਣ ਤੋਂ ਭਾਵ ਉਹ ਮੱਖੀ ਇਤਨਾ ਵਧੀਆ ਪਦਾਰਥ ਤਿਆਰ ਕਰਦੀ। ਇਸ ਤਰ੍ਹਾਂ ਜਿਹੜੇ ਗੁਣ ਗਰਾਹੀ ਬੰਦੇ ਆ ਜਿੱਥੋਂ ਵੀ ਚੰਗੀ ਚੀਜ਼ ਮਿਲਦੀ ਉੱਥੋਂ ਹੀ ਗ੍ਰਹਿਣ ਕਰ ਲੈਂਦੇ। ਤੇ ਜਿਹੜੇ ਦੋਖ ਦ੍ਰਿਸ਼ਟੀ ਵਾਲੇ ਆ, ਮੱਖੀ ਜਿਹੜੀ ਹੈ ਉਹ ਬਿਸਟੇ ਤੇ ਵੀ ਬਹਿ ਜਾਂਦੇ, ਜਲੇਬੀਆਂ ਤੇ ਵੀ ਬਹਿ ਜਾਂਦੀ ਹੈ। ਉਹਦੇ ਤੇ ਫਿਰ DDT ਛਿੜਕ ਹੁੰਦੀ ਹੈ। ਗੱਜ ਕੇ ਬੋਲੋ। ਦੇਖ ਲੋ ਕੀ ਹਾਲਤ ਹੁੰਦੀ, ਕਿਉਂ ਗੰਦ ਖਿਲਾਰਦੀ। ਸ਼ਹਿਦ ਦੀ ਮੱਖੀ ਲੋਕ ਆਪ ਤਿਆਰ ਕਰ ਰਹੇ। ਸਾਡੇ ਹੁਣ ਪੰਜਾਬ 'ਚ ਕਈ ਗਰੀਬ ਲੋਕ ਆ ਉਹ ਖੋਖੇ ਰੱਖੇ ਆ, ਇਹਦੇ ਨੇ ਗੁਜ਼ਾਰਾ ਕਰਦੇ। ਇੱਧਰ ਵੀ ਦੇਖਿਆ ਬੋਤਲਾਂ ਵੇਚਦੇ ਕਈ ਨਹੀਂ। ਸੋ ਗੁਣ ਗਰਾਹੀ ਬਿਰਤੀ ਬਣਾਉਣੀ ਹੈ ਉਪਦੇਸ਼। ਫਿਰ ਗਿਆਨ ਪ੍ਰਬੋਧ ਆ, ਇਹਦੇ ਵਿੱਚ ਪੂਰਾ ਨੌਲੇਜ ਦਿੱਤਾ ਗਿਆ ਹਰ ਪੱਖ ਦਾ। ਇਸ ਸਰਲੇਖ ਥੱਲੇ ਬਾਣੀ ਸ਼ਾਸਤਰ ਨਾਮ ਮਾਲਾ। ਹੁਣ ਜੇ ਸੂਰਮੇ ਨੂੰ ਇਹ ਹੀ ਨਹੀਂ ਪਤਾ ਵੀ ਸ਼ਾਸਤਰ ਕਿਹੜੇ ਕਿਹੜੇ ਆ, ਸ਼ਾਸਤਰਾਂ ਨੂੰ ਉਹਦਾ ਪਿਆਰ ਨਹੀਂ ਪੈਂਦਾ, ਉਹਨਾਂ ਦੇ ਸਿੱਖਣ ਦਾ ਸ਼ੌਂਕ ਨਹੀਂ,
ਜਿਨ੍ਹਾਂ ਦੁਆਰਾ ਉਹ ਸਿੱਖੇ ਜਾਂਦੇ ਉਹਨਾਂ ਉਸਤਾਦਾਂ ਦੀ ਭਾਲ ਨਹੀਂ ਕਰਦਾ, ਉਹ ਸੂਰਮਾ ਟ੍ਰੇਨਡ ਕਿਵੇਂ ਹੋ ਸਕਦਾ? ਗੱਜ ਕੇ ਬੋਲੋ। ਸ਼ਾਸਤਰਾਂ ਦੇ ਨਾਂ ਲਿਖੇ ਆ, ਉਹਨਾਂ ਦਾ ਅਰਥ ਨਹੀਂ ਪਤਾ ਕਿਹੜੇ ਕਿਹੜੇ ਸ਼ਾਸਤਰ ਆ, ਉਹ ਟ੍ਰੇਨਿੰਗ ਕਿਵੇਂ ਲਏਗਾ? ਪਹਿਲਾਂ ਤਾਂ ਸ਼ਾਸਤਰਾਂ ਦੇ ਨਾਂ ਹੋਣੇ ਚਾਹੀਦੇ, ਥਿਊਰੀ ਵੀ ਹੋਣੀ ਚਾਹੀਦੀ, ਜਿਓਮੈਟ੍ਰੀਕਲੀ ਵੀ ਹੋਣਾ ਚਾਹੀਦਾ, ਸਬਜੈਕਟ ਆਬਜੈਕਟ ਹਰ ਗੱਲ ਦਾ ਗਿਆਨ ਹੋਣਾ ਚਾਹੀਦਾ। ਸ਼ਾਸਤਰ ਨਾਮ ਮਾਲਾ ਚੋਂ ਸ਼ਾਸਤਰਾਂ ਦੇ ਨਾਂ ਦੱਸੇ ਗਏ ਆ, ਔਰ ਇੱਕ ਇੱਕ ਸ਼ਾਸਤਰ ਨੂੰ ਕੀ ਕਹਿੰਦੇ ਆ। ਜਿਵੇਂ ਹੁਣ ਵਿਚਾਰ ਦੇ ਤੌਰ ਤੇ ਲੈ ਲਓ, ਅੰਗਰੇਜ਼ਾਂ ਵਿੱਚ ਗੋਡ ਦੇ ਮੁਕਾਬਲੇ ਤੇ ਕੋਈ ਅੱਖਰ ਨਹੀਂ ਹੈ, ਪਰ ਸਾਡੇ ਸਾਹਿਤ ਵਿੱਚ ਰੱਬ ਦੇ ਪਤਾ ਨਹੀਂ ਕਿੰਨੇ ਕੁ ਨਾਮ ਰੱਖੇ ਹੋਏ ਸਾਡੇ ਵਿਦਵਾਨਾਂ ਨੇ। ਇਹਨਾਂ ਦਾ ਹੁਣ ਤਲਵਾਰ ਲਈ ਸੋਲਡ ਹੀ ਹੋਏਗਾ, ਦੂਆ ਅੱਖਰ ਨਹੀਂ ਲੱਜੇਗਾ। ਸਾਡੇ ਕਿਰਪਾਨਾਂ ਦੇ ਹਜ਼ਾਰਾਂ ਨਾਂ ਲਿਖੇ, ਗ੍ਰੰਥਾਂ 'ਚ ਲਿਖੇ। ਇਤਨਾ ਵੱਡਾ ਸਾਹਿਤ, ਇਤਨਾ ਵੱਡਾ ਲਿਟਰੇਚਰ ਹੈ। ਇਹ ਆਲੋਚਨਾ ਕਰਨੀ ਤਾਂ ਬੜੀ ਸੌਖੀ ਹੈ, ਪਰ ਜੋ ਕਰਕੇ ਦਿਖਾਉਣਾ ਉਹ ਬੜਾ ਕਠਿਨ ਹੁੰਦਾ। ਛੋਟੀ ਜ਼ਬਾਨ ਨਾਲ ਨਿੰਦਿਆ ਤਾਂ ਬਹੁਤ ਵੱਡੇ ਦੀ ਕੀਤੀ ਜਾਂਦੀ ਹੈ, ਪਰ ਜਿੱਥੇ ਵੱਡਾ ਪਹੁੰਚਾ ਉੱਥੇ ਪਹੁੰਚਣਾ ਬੜਾ ਔਖਾ। ਫਿਰ ਇਸੇ ਤਰ੍ਹਾਂ ਚਰਿਤਰੋਪਖਿਆਨ ਹੈ। ਹੁਣ ਜਿਹੜੇ 5 ਦੂਤ ਆ, ਸਾਰੇ ਇਹਨਾਂ ਦੀ ਚਰਚਾ ਕਰਦੇ ਆ। ਇਹ ਦੁਸ਼ਮਣ ਆ ਬੰਦੇ ਦੇ, ਮਾਨਸਿਕ ਦੁਸ਼ਮਣ, ਇੱਕ ਬਾਹਰਲੇ ਇੱਕ ਅੰਦਰਲੇ ਆ। ਇਹ ਹਰ ਵੇਲੇ ਪੀੜਤ ਕਰਦੇ ਆ। ਗੁਰੂ ਗ੍ਰੰਥ ਸਾਹਿਬ ਵੀ ਇਹ ਕਾਮਕ ਨਰਕ ਵਿਸਰਾਮ, ਕਾਮੀ ਕੀੜਾ ਨਰਕਾ ਪਰਿਆ ਨਰਕੇ ਮਾਹੇ, ਇਹ ਘੜੀ ਸੋ ਕਾਰਨੇ ਫਿਰ ਜੋਨੀ ਪਾਏ, ਇਹ ਲਿਖੇ ਹੋਏ। ਇਸ ਤਰ੍ਹਾਂ ਚਰਿਤਰੋਪਖਿਆਨ ਦੇ ਵਿੱਚ ਜਿਹੜੇ ਬੰਦੇ ਕਰੈਕਟਰ ਤੋਂ ਗਿਰੇ ਸੀ, ਇਹ ਨਹੀਂ ਕਿ ਇਸਤਰੀਆਂ ਬਾਰੇ ਚਾਹੇ ਪੁਰਸ਼ ਕੋਈ ਵੀ ਸੀ, ਜਿਹੜਾ ਸਾਧ ਸੰਗਤ ਜੀ ਕਰੈਕਟਰਲੈਸ ਬੰਦਾ ਸੀ, ਉਸ ਨੇ ਕਿਹੜੀ ਕਿਹੜੀ ਗਲਤੀ ਕੀਤੀ, ਕਿਸ ਤਰ੍ਹਾਂ ਕੀਤੀ, ਉਹ ਸਾਰੀਆਂ ਕਹਾਣੀਆਂ ਦਸੀਆਂ। ਰਾਜੇ ਬਿਕਰਮ ਨੇ ਆਪਣੇ ਵਜ਼ੀਰ ਬੈਤਾਲ ਨੂੰ ਪੁੱਛਿਆ ਕਿ ਮੈਨੂੰ ਇਹਨਾਂ ਬਾਰੇ ਦੱਸਿਆ ਜਾਏ। ਉਹਨੂੰ ਸੁਣਾਈਆਂ। ਉਹ ਕਈ ਦੇਸਾਂ ਦੀਆਂ ਸਟੋਰੀਆਂ, ਇੱਕ ਦੀਆਂ ਨਹੀਂ, ਫਲਾਣੇ ਥਾਂ ਹੋਇਆ, ਫਲਾਣੇ ਥਾਂ ਹੋਇਆ। ਉਹਨਾਂ ਦੇ ਦੱਸਣ ਦਾ ਮਤਲਬ ਕੀ ਹੈ ਕਿ ਉਹਨਾਂ ਨੂੰ ਪੜ੍ਹ ਕੇ ਬਕਾਰਾਂ ਤੋਂ ਬੰਦਾ ਬਚ ਜਾਏ। ਜੇ ਹੁਣ ਦੱਸਿਆ ਜਾਏਗਾ ਤੈਨੂੰ ਦਮਾ ਆ ਪਾਥਿਆ, ਆ ਕਪਾਥਿਆ, ਇਹ ਖਾਣ ਨਾਲ ਬਿਮਾਰੀ ਵੱਧਦੀ ਹੈ, ਇਹ ਖਾਣ ਨਾਲ ਘਟਦੀ, ਤੇ ਫੇਰ ਦਵਾਈ ਖਾ। ਇਸੇ ਤਰ੍ਹਾਂ ਜਿਹੜਾ ਚੰਗਾ ਡਾਕਟਰ ਆ, ਉਹ ਪੱਥ ਵੀ ਦੱਸਦਾ, ਉਹ ਫੱਥ ਵੀ ਦੱਸਦਾ, ਫਿਰ ਦਵਾਈ ਦਿੰਦਾ ਤੇ ਤੰਦਰੁਸਤੀ ਹੁੰਦੀ ਹੈ। ਹਜੂਰ ਪਾਤਸ਼ਾਹ ਜਿਹੜੇ ਆ ਸਾਡੇ ਮਾਨਸਿਕ ਰੋਗਾਂ ਦਾ ਇਲਾਜ ਕਰਨਾ ਚਾਹੁੰਦੇ ਆ, ਉਹ ਸਾਨੂੰ ਹਰ ਬਿਮਾਰੀ ਤੋਂ ਬਚਾਉਣਾ ਚਾਹੁੰਦੇ। ਹੁਣ ਦੇਖੋ, ਡਾਕਟਰ ਕੋਲ ਗਲਿਆ ਸੜਿਆ ਮਰੀਜ਼ ਜਾਂਦਾ, ਜੋ ਤੋਂ ਨਫ਼ਰਤ ਕਰੇਗਾ, ਚੱਲ ਦੌੜ ਜਾ, ਛੂ ਦੀ ਬਿਮਾਰੀ ਖਿਲਾਵੇਗਾ, ਉਹਨੂੰ ਆਪਾਂ ਡਾਕਟਰ ਨਹੀਂ ਕਹਾਂਗੇ, ਉਹ ਨਫ਼ਰਤ ਨਹੀਂ ਕਰੇਗਾ। ਅਸੀਂ ਕੋਲ ਬੈਠੇ ਸੂਕ ਮੰਨਾਂਗੇ, ਡਾਕਟਰ ਨਹੀਂ ਕਰੂਗਾ ਕਦੀ ਵੀ। ਉਹਦਾ ਦਿਮਾਗ ਇਹੋ ਜਿਹਾ, ਉਹ ਸਾਫ਼ ਕਰੇਗਾ, ਚੀਰ ਫਾੜ ਕਰੇਗਾ, ਪੱਟੀ ਕਰੇਗਾ, ਰਾਜੀ ਕਰੇਗਾ। ਜਿਹੜੇ ਰਾਜੀ ਹੋ ਜਾਏਗਾ, ਜਿਹਦੇ ਆਪਣੇ ਜ਼ਖਮ ਹੈ ਉਹਨੂੰ ਵੀ ਘਿਰਣਾ ਹੋ ਜਾਂਦੀ ਹੈ, ਕੋੜ ਤੋਂ ਦੁਖੀ ਹੈ ਪਰ ਪੇਸ਼ ਨਹੀਂ, ਪਰ ਡਾਕਟਰ ਨਹੀਂ ਘਿਰਣਾ ਕਰਦਾ, ਉਹਨੂੰ ਵੀ ਤੰਦਰੁਸਤ ਕਰਦਾ। ਇਸ ਤਰ੍ਹਾਂ ਮਹਾਰਾਜ ਜਿਹੜੇ ਆ, ਉਹਨਾਂ ਦੇ ਕੋਲ ਕਿੰਨੇ ਵੀ ਕੌਡੇ ਰਾਜ, ਸੱਜਣ ਠੱਗ, ਭੂਮੀਏ ਚੋਰ, ਬੇਸਵਾ ਵਰਗੇ ਦੁਰਾਚਾਰੀ ਆਏ, ਉਹਨਾਂ ਨੇ ਉਹਨਾਂ ਨਾਲ ਨਫ਼ਰਤ ਨਹੀਂ ਕੀਤੀ, ਉਹਨਾਂ ਨੂੰ ਕੋਲ ਜਗ੍ਹਾ ਦਿੱਤੀ ਸੰਗਤ, ਔਰ ਉਹਨਾਂ ਨੂੰ ਸੋਝੀ ਦਿੱਤੀ, ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੇ ਸੇਵਾਦਾਰ ਬਣਾਤਾ। ਗੱਜ ਕੇ ਬੋਲੋ। ਹੁਣ ਭਾਂਡਾ ਮੈਲਾ ਹੋਇਆ, ਰੋਜ਼ ਮੈਲੇ ਹੁੰਦੇ ਆ, ਕੱਪੜੇ ਰੋਜ਼ ਮੈਲੇ ਹੁੰਦੇ, ਆਪਣੇ ਹੱਥ ਰੋਜ਼ ਮੈਲੇ ਨਾਲ ਧੋਣੇ ਆ, ਸਾਬਣ ਨਾਲ ਸਾਫ਼ ਕਰੀ, ਫੇਰ ਵਰਤੋਂ ਚ ਆਉਂਦੇ, ਸਾਰਾ ਕੁਝ ਕਰਦੇ ਆ। ਇਸੇ ਤਰ੍ਹਾਂ ਸਾਡੇ ਅੰਦਰ ਇਹ ਮੈਲਾਂ ਹਨ, ਉਹਨਾਂ ਦੀ ਨਿਵਰਤੀ ਵਾਸਤੇ ਸਾਰਾ ਕੁਝ ਹੈ। ਜਿਵੇਂ ਹੁਣ ਸਾਧ ਸੰਗਤ ਜੀ ਇੱਕ ਟੂਕਾਂ ਦੇਣ ਲੱਗਿਆ, ਚਰਿੱਤਰ ਕੀ ਹੈ? ਇੱਕ ਮੈਦਲ ਖਾਂ ਪਠਾਨ ਹੈ, ਤੇ ਪੀਂਗ ਦੀ ਰੁੱਤ ਹੈ, ਤੇ ਸਾਧ ਸੰਗਤ ਜੀ ਲੜਕੀਆਂ ਲੜਕੇ ਅੱਗੇ ਪੀਂਘਾਂ ਸਾਡੇ ਦੇਸ਼ ਝੂਟਦੇ ਹੁੰਦੇ ਸੀ, ਅਸੀਂ ਵੀ ਛੋਟੇ ਹੁੰਦੇ ਦੇਖਿਆ, ਬਜ਼ੁਰਗਾਂ ਨੇ ਸਾਤੋਂ ਜ਼ਿਆਦਾ ਦੇਖਿਆ। ਤੇ ਰੁੱਤ ਸਪ੍ਰਭਾ ਨਾਮ ਦੀ ਇੱਕ ਲੜਕੀ ਹੈ, ਉਹ ਆਪਣੀ ਸਹੇਲੀ ਨਾਲ ਪੀਂਘ ਝੂਟ ਰਹੀ ਹੈ, ਤੇ ਉਹ ਜਿਹੜਾ ਮੈਦਲ ਖਾਂ ਪਠਾਨ, ਉਸ ਵੇਲੇ ਉਹਨਾਂ ਰਾਜ ਸੀ, ਬਹੁਤ ਜ਼ਿਆਦਾ ਦੁਰਾਚਾਰ ਹੁੰਦਾ ਰਿਹਾ ਸਾਡੇ ਦੇਸ਼ ਵਿੱਚ। ਹੋਣ ਦਾ ਕਾਰਨ ਇਹ ਸੀ, ਉੱਥੇ ਦੇ ਜਿਹੜੇ ਰਾਜੇ ਸੀ,
ਛਾਹਾਂ ਸੁਰਤ ਗਵਾਈਆ ਰੰਗ ਤਮਾਸ਼ੇ ਚ ਆਏ। ਰੰਗਾਂ ਤਮਾਸ਼ਾ ਲੱਗ ਗਿਆ। ਫੌਜੀ ਬਲ ਕਮਜ਼ੋਰ ਹੋ ਗਿਆ, ਅੰਤਰਰਾਸ਼ਟਰੀ ਬਲ ਕਮਜ਼ੋਰ ਹੋ ਗਿਆ। ਹਮਲੇ ਤੇ ਹਮਲੇ ਹੋਏ। ਜੇ ਪਿਰਥੀ ਚੰਦ ਨੇ ਮੁਕਾਬਲਾ ਕੀਤਾ, ਜੈ ਚੰਦ ਦੀ ਫੌਜ ਨੇ ਉਹਦੋਂ ਪਿੱਛੋਂ ਹਮਲਾ ਕੀਤਾ ਔਰ ਸੱਦਣ ਵਾਲਾ। ਤੇ ਜਿਹੜੇ ਪਿਰਥੀ ਚੰਦ ਮਾਰਿਆ ਗਿਆ ਤੇ ਸ਼ਾਹ ਅਬਦੀਨ ਗੌਰੀ ਉਧਰ ਤੁਰਿਆ, ਇਹ ਭੱਜ ਗਿਆ ਤੇ ਬੇੜੀ 'ਚ ਬੈਠ ਕੇ ਗੰਗਾ ਤੋਂ ਪਾਰ ਨਿਕਲ ਬੇੜੀ ਵਿੱਚੇ ਡੁੱਬ ਕੇ ਮਰ ਗਿਆ ਉੱਥੇ। ਦੇਸ਼ ਧਰੋਹੀ ਤੇ ਸਦਾ ਲਈ ਦੇਸ਼ ਗੁਲਾਮ ਕਰਾਤਾ। ਇਹ ਫੁੱਟ ਦੀਆਂ ਨਿਸ਼ਾਨੀਆਂ। ਸੋ ਇਸ ਕਰਕੇ ਇਸੇ ਤਰ੍ਹਾਂ ਖਾਲਸਿਆਂ ਦਾ ਰਾਜ ਆਇਆ, ਉਦੋਂ ਵੀ ਡੋਗਰਿਆਂ ਬੁਰਸ਼ਿਆਂ ਨੇ ਜੋ ਕੁਝ ਪਤਾ ਹੀ ਆ ਤੁਹਾਨੂੰ। ਸੋ ਇਸ ਵਾਸਤੇ ਸਾਧ ਸੰਗਤ ਜੀ, ਇਹ ਜਿਹੜੀਆਂ ਵਿਚਾਰਾਂ ਹੈਗੀਆਂ, ਉਹ ਮੈਗਲ ਖਾਂ ਪਠਾਨ ਜਦੋਂ ਬਗਾਨਾ ਰਾਜ ਹੁੰਦਾ ਸਭ ਕੁਝ ਹੁੰਦਾ। ਹੁਣ ਤੁਹਾਡੇ ਤੇ ਕੀ ਕੁਝ ਨਹੀਂ ਹੋਇਆ, ਗੱਜ ਕੇ ਬੋਲੋ। ਜਿਹੜੀ ਕੌਮ ਦਾ ਆਪਣਾ ਰਾਜ ਨਹੀਂ, ਆਪਣਾ ਦੇਸ਼ ਨਹੀਂ, ਆਪਣਾ ਅਸੂਲ ਨਹੀਂ, ਆਪਣਾ ਕਾਨੂੰਨ ਨਹੀਂ। ਹੁਣ ਏਅਰਪੋਰਟਾਂ ਤੇ ਜਾਂਦੇ ਆ, ਤੁਹਾਡੀ ਪੁੱਛ ਪੜਤਾਲ ਜ਼ਿਆਦਾ ਹੁੰਦੀ ਹੈ। ਤੇ ਜਿਹੜੀ ਕੌਮ ਦਾ ਆਪਣਾ ਰਾਜ ਨਹੀਂ, ਸਮਾਜ ਨਹੀਂ, ਬੜਾ ਔਖਾ ਹੈ। ਸੋ ਉਸ ਵੇਲੇ ਵੀ ਇਸ ਤਰ੍ਹਾਂ ਹੀ ਸੀ। ਉਹਨਾਂ ਦੀ ਨਾ ਧੀ ਭੈਣ ਦੀ ਇੱਜ਼ਤ ਵੱਜਦੀ, ਨਾ ਧਰਮ ਸਥਾਨਾਂ ਦੀ ਇੱਜ਼ਤ ਵੱਜਦੀ ਹੈ। ਕੁਛ ਵੀ ਨਹੀਂ ਬਚਦਾ, ਹਰ ਪਾਸੇ ਨੁਕਸਾਨ ਹੁੰਦਾ ਹੈ। ਤੁਹਾਡਾ ਕਮਾਇਆ ਧਨ ਵੀ ਧੱਕੇ ਨਾਲ ਲੁੱਟ ਲੈਂਦੇ, ਖੋਹ ਲੈਂਦੇ ਆ, ਜਿਨ੍ਹਾਂ ਦੇ ਹੱਥ ਵਿੱਚ ਸੱਤਾ ਹੁੰਦੀ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ, ਰਾਜ ਬਿਨਾਂ ਨੇ ਧਰਮ ਚਲਾਇਆ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸ਼ਾਸਤਰਨ ਕੇ ਅਧੀਨ ਹੈ ਰਾਜ, ਇਹ ਮਹਾਰਾਜ ਦਾ ਸਿਧਾਂਤ ਹੈ। ਬਿਨਾਂ ਤੇਗ ਤੀਰੰਗ ਨਰੰਗ ਭੇਟ ਜਾਨੋ, ਗਹੂ ਕਾਨ ਤਾਕੂ ਕਿਤੈ ਲੈ ਸਧਾਨੂ। ਇਹੀ ਮੋਰ ਆ ਗਿਆ ਸੁਨੋ ਹੈ ਪਿਆਰੇ, ਬਿਨਾਂ ਤੇ ਕੇਸੰਗ ਦੇਹੋ ਨਾ ਦੀਦਾਰੇ। ਹੋਂ ਸਫਲਾ ਤਬ ਹੀ ਜਗ ਥੈ, ਹੋਂ ਲਗ ਜਾਤਨ ਕੋ ਬੜਪਨ ਦੈ ਹੋਂ। जिन की जात और कुल माही, न सरदारी भई कदाही। तिन्ही को सरदार बने तब है गोबिंद सिंह नाम कह। चिड़िया से मैं बाज तड़ाऊं, 1.25 लाख एक लड़ाऊं, तब है गोबिंद सिंह नाम कहूं। जामे रंचना मिथ्या पाखी, पार ब्रह्म गुरु नानक साखी। कीटन ते कर हों मरगिंदू, ये पातशाह दे वचन है। सो कहण तो भाव साध संगत जी, वो मैगल खां पठान ने उस लड़की नूं वेख्या ਕਿ ਉਹਦੇ ਮਨ ਵਿੱਚ ਕੋਈ ਦੂਸ਼ਿਤ ਭਾਵ ਪੈਦਾ ਹੋਇਆ। ਉਹਨੂੰ ਮੂੰਮੋਂ ਠਗਣੀ ਨੂੰ ਭੇਜਿਆ ਲਿਆਉਣ ਵਾਸਤੇ। ਤੇ ਲੜਕੀ ਨੇ ਆਪਣਾ ਧਰਮ ਬਚਾਉਣ ਵਾਸਤੇ ਕਿਹਾ ਕਿ ਮਹਾਰਾਜ ਸਵਲਾ ਹਾਂ, ਕਿ ਮੈਂ ਆਪਣੇ ਆਪ ਫਲਾਣੇ ਦਿਨ ਆਵਾਂਗੀ। ਉਸ ਨੇ ਉਹਦੇ ਵਾਸਤੇ ਵਸਤਰ ਭੇਜ ਦਿੱਤੇ। ਉਹ ਲੜਕੀ ਬਚਨ ਮੁਤਾਬਕ ਚਲੇ ਗਈ ਤੇ ਜਾ ਕੇ ਉਹ ਜਿਹੜੇ ਵਸਤਰ ਸੀ ਉਹਦੀ ਲੜਕੀ ਨੂੰ ਦੇ ਆਏ। ਵਸਤਰ ਸੋਹਣੀ ਸੋਹਣੀ ਪਹਿਨ ਲੈ। ਉਹ ਸਾਧ ਸੰਗ ਆ ਗਈ। ਉੱਥੇ ਹੁਣ ਚਰਿੱਤਰ ਵਿੱਚ ਲਿਖਦੇ ਆ, ਏਕ ਤਰਨ ਦੂਜੈ ਮਦੀ, ਤੀਜੈ ਧਨ ਧਾਮ। ਤਾਂ ਕਿ ਗਤ ਕਿਆ ਜਾਣੀਏ ਬਚੇ ਬਚਾਵੇ ਰਾਮ। ਹੁਣ ਤੁਸੀਂ ਲੈ ਲਓ ਵੀ ਕੀ ਮਾੜੀ ਗੱਲ ਹੈ। ਇੱਕ ਤਾਂ ਜਵਾਨ ਹੋਵੇ, ਦੂਜਾ ਮਦੀ ਸ਼ਰਾਬੀ ਹੋਵੇ, ਤੀਜਾ ਘਰ 'ਚ ਮਾਇਆ ਖੁੱਲੀ ਹੋਵੇ। ਕਹਿੰਦੇ ਉਹ ਬੇਅਕਤੀ ਰੱਬ ਬਚਾ ਲੈ, ਮਾੜੀ ਕਰਤੂਤ ਤੋਂ, ਮਾੜੀ ਹਰਕਤ ਤੋਂ ਬਚ ਨਹੀਂ ਸਕਦਾ। ਉਹਨੇ ਆਪਣੀ ਲੜਕੀ ਦਾ ਸਤ ਭੰਗ ਕੀਤਾ। ਇਹ ਸਿੱਖਿਆ ਦਿੱਤੀ ਆ ਕਿ ਸਿੱਖੋ ਇਹਨਾਂ ਤਿੰਨਾਂ ਔਗਣਾਂ ਤੋਂ ਬਚਿਓ ਜੇ ਤੁਸੀਂ ਆਪਣਾ ਕਰੈਕਟਰ ਹਾਈ ਰੱਖਣਾ ਚਾਹੁੰਦੇ ਆ। ਫਿਰ ਇਸੇ ਤਰ੍ਹਾਂ ਇੱਕ ਘਰ ਵਿੱਚ ਡਾਕੂ ਚਲੇ ਗਏ। ਉਹ ਡਾਕੂ ਚਲੇ ਗਏ ਆ ਤੇ ਬੀਬੀ ਇਕੱਲੀ ਸੀ। ਉਹਨੇ ਕਿਹਾ ਰੱਖ ਜੋ ਕੁਝ ਹੈ। ਉਹ ਰੋਣ ਲੱਗ ਪਏ। ਕਹਿੰਦੇ ਕੀ ਗੱਲ? ਕਹਿੰਦੇ ਜੀ ਮੈਂ ਇਸ ਘਰ 'ਚ ਬਹੁਤ ਔਖੀ ਆ। ਮੈਨੂੰ ਮੇਰੇ ਸਹੁਰਿਆਂ ਨੇ, ਘਰ ਵਾਲੇ ਨੇ ਸੂਲੀ ਟੰਗਿਆ ਹੋਇਆ, ਚਿੱਤਰ ਖੇਲਿਆ ਕਿ ਮੈਨੂੰ ਵੀ ਨਾਲੇ ਲੈ ਚਲੋ, ਸੋਨਾ ਵੀ, ਧਨ ਵੀ, ਸਭ ਲੈ ਚਲੋ, ਪਰ ਜਾਣਾ ਤਾਂ ਹੁਣ ਆਪਾਂ ਹੈਗਾ ਆ। ਸਾਡੇ ਪਰਿਵਾਰ ਦੇ ਕਿਸੇ ਬਾਹਰ ਗਏ ਆ ਤੇ ਲੈ ਚਲੀਏ ਸਭ ਕੁਝ, ਪਰ ਆਪਾਂ ਹੁਣ ਕੁਝ ਖਾ ਚਲੀਏ। ਤੇ ਮਾਰੇ ਹਾਸ ਰਸ ਵੀ ਦੱਸਦੇ। ਕਹਿੰਦੇ ਉਹ ਬੀਬੀ ਦੀ ਚਿਤਰਾਈ ਵੀ ਦੱਸਦੇ ਆ। ਉਹ ਸਾਧ ਸੰਗਤ ਉਹਨੇ ਫਿਰ ਭੰਗ ਵਾਲੇ ਪਕੌੜੇ ਤਿਆਰ ਕੀਤੇ। ਭੰਗ ਚੰਗੀ ਪਾਤੀ, ਉਹ ਖਿਲਾਤੇ ਉਹਨਾਂ ਡਾਕੂਆਂ ਨੂੰ। ਇੰਨੀ ਭੰਗ ਸੀ ਉਹ ਖਾਂਦਿਆਂ ਗੁੱਟ ਹੋ ਗਏ। ਤੇ ਜਿਹੜੀ ਕੜਾਹੀ ਦੇ ਤੇਲ 'ਚ ਪਕੌੜੇ ਤਲੇ ਸੀ ਨਾ, ਉਹ ਤੱਤਾ ਤੇਲ ਉਹਨਾਂ ਦੇ ਸਿਰ 'ਚ ਪਾ ਕੇ ਮਾਰ ਦਿੱਤੇ। ਫਿਰ ਰਾਜੇ ਕੋਲ ਚਲ ਗਈ। ਮਹਾਰਾਜ ਆ ਡਾਕੂ ਮੈਨੂੰ ਲੁੱਟਣ ਆਏ ਸੀ, ਮੈਂ ਇਸ ਢੰਗ ਦੇ ਨਾਲ ਆਪਣੀ ਇੱਜ਼ਤ ਵੀ ਬਚਾਈ, ਜਰ ਜੋਰੂ ਜ਼ਮੀਨ ਵੀ ਬਚਾਈ ਤੇ ਉਹਨਾਂ ਨੂੰ ਵੀ ਖਤਮ ਕਰਤਾ ਤੇ ਰਾਜੇ ਤੋਂ ਵੀ ਇਨਾਮ ਲੈ ਲਿਆ। ਰਾਜੇ ਤੋਂ ਵੀ ਇਨਾਮ ਲੈ ਲਿਆ
ਇਸ ਤਰ੍ਹਾਂ ਦੀਆਂ ਸਾਖੀਆਂ ਹੈਗੀਆਂ ਹੈ। ਹੁਣ ਘਰਾਂ ਦੇ ਵਿੱਚ ਅਸੀਂ ਕਈ ਵਾਰੀ ਭੜੋਲੇ ਜਿਹੜੀਆਂ ਗਾਲਾਂ ਕੱਢਦੇ ਆ, ਉੱਥੇ ਧੀ ਬੈਠੀ ਹੁੰਦੀ ਆ, ਮਾਂ ਬੈਠੀ ਹੁੰਦੀ, ਭੈਣ ਹੁੰਦੀ ਆ, ਕੋਈ ਉਹਨੂੰ ਅਸ਼ਲੀਲ ਨਹੀਂ ਦੱਸਦਾ। ਟੈਲੀਵਿਜ਼ਨਾਂ ਦੇ ਵਿੱਚ ਅੱਜ ਕੱਲ ਇਹੋ ਜਿਹੀਆਂ ਮੂਵੀਆਂ ਬਣੀਆਂ ਹੋਈਆਂ, ਇਸਤਰੀਆਂ ਦੇ ਨਗਨ ਔਰ ਅਰਧ ਨਗਨ ਚਿੱਤਰ ਆ। ਤੇਲ ਦੀ ਸ਼ੀਸ਼ੀ ਲੈ ਲਓ, ਸਾਬਣ ਦਾ ਪੈਕਟ ਲੈ ਲਓ, ਹਰ ਉੱਤੇ ਇਸਤਰੀਆਂ ਦੇ ਅਰਧ ਨਿਗਨ ਚਿੱਤਰ ਛਪੇ ਹੁੰਦੇ ਆ। ਇਸ ਯੁੱਗ ਵਿੱਚ ਇਤਨਾ ਅਸ਼ਲੀਲਪੁਣਾ ਚਾਰ ਚੁਫੇਰੇ ਛਾਇਆ ਹੋਇਆ, ਪਰ ਸਾਧ ਸੰਗਤ ਜਿੱਥੇ ਹਜ਼ੂਰ ਨੇ ਸਾਡਾ ਅਸ਼ਲੀਲਪੁਣਾ ਦੂਰ ਕਰਨ ਵਾਸਤੇ ਸਾਨੂੰ ਸਿੱਖਿਆ ਦਿੱਤੀ ਹੈ, ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹਾਂ। ਹੁਣ ਮੇਲ ਤੇ ਫੀਮੇਲ ਡਾਕਟਰੀ ਦੀਆਂ ਦੋਨੋਂ ਕਿਤਾਬਾਂ ਆ, ਇਸਤਰੀਆਂ ਬਾਰੇ ਵੀ ਡਾਕਟਰੀ ਕਿਤਾਬਾਂ, ਪੁਰਸ਼ਾਂ ਬਾਰੇ ਵੀ। ਹੁਣ ਬੀਬੀਆਂ ਵੀ ਡਾਕਟਰ ਆ, ਉਹ ਕਹਿਣਾ ਅਸੀਂ ਪੁਰਸ਼ਾਂ ਦੇ ਹਾਂਜੀ ਗ੍ਰੰਥ ਹੀ ਨਹੀਂ ਪੜ੍ਹਨੇ, ਤੇ ਪੁਰਸ਼ ਕਹਿਣ ਇਸਤਰੀਆਂ ਦੇ ਨਹੀਂ ਪੜ੍ਹਨੇ, ਫਿਰ ਤਾਂ ਉਹ ਡਾਕਟਰੀ ਕਰ ਹਟੇ। ਫਿਰ ਹੁਣ ਆਪਰੇਸ਼ਨ ਹੁੰਦੇ ਆ, ਬੀਬੀਆਂ ਦੇ ਆਪਰੇਸ਼ਨ ਪੁਰਸ਼ ਕਰਦੇ ਡਾਕਟਰ ਹਾਂਜੀ, ਔਰ ਪੁਰਸ਼ਾਂ ਦੇ ਇਸਤਰੀਆਂ ਕਰਦੀਆਂ। ਡਾਕਟਰ ਦਾ ਤਾਂ ਦਿਮਾਗ ਹੀ ਇੰਨਾ ਉੱਚਾ ਹੁੰਦਾ, ਉਹਦੇ ਵਿੱਚ ਇਹੋ ਜਿਹੀ ਘਟੀਆ ਸੋਚ ਹੁੰਦੀ ਹੀ ਨਹੀਂ। ਤੇ ਮਹਾਰਾਜ ਤੇ ਸਾਧ ਸਾਡੇ ਰੂਹਾਨੀਅਤ ਦੇ ਡਾਕਟਰ ਆ, ਸਾਡੇ ਅੰਦਰ ਦਾ ਸਾਰਾ ਮਵਾਦ ਕੱਢ ਕੇ ਸਾਨੂੰ ਬੜਾ ਸਵੱਛ ਔਰ ਪਵਿੱਤਰ ਜੀਵਨ ਦੇਣਾ ਚਾਹੁੰਦੇ ਆ। ਮੇਰਾ ਖਿਆਲ ਇੰਨੀ ਕੁ ਗੱਲ ਹੀ ਬਹੁਤ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ। ਫਿਰ ਟਿੱਡੇ ਜੱਟ ਦੀ ਹੈ ਹਾਂਜੀ, ਉਹ 'ਚ ਲਿਖਿਆ ਹੋਇਆ ਕਿ ਉਹਦੇ ਘਰ ਵਾਲੀ ਜਿਹੜੀ ਸੀ ਬੜੀ ਅਮੋੜ ਚੱਲਦੀ ਸੀ। ਉਹਨ ਪੇਕੀ ਜਾਣਾ ਸੀ, ਭਾਵ ਉਹਦੇ ਸਹੁਰੇ ਕਹਿੰਦੇ ਆਪਾਂ ਪੁਲ ਤੋਂ ਚੱਲੀਏ, ਕਹਿੰਦੇ ਨਹੀਂ ਮੈਂ ਤਾਂ ਬੇੜੀ 'ਚ ਜਾਣਾ। ਉਹ ਕਹਿੰਦਾ ਚੱਲ ਬੇੜੀ ਸਹੀ ਹੈ, ਕਹਿੰਦਾ ਨਹੀਂ ਬੇੜੀ 'ਚ ਨਾ, ਮੈਂ ਗਾਂ ਦੀ ਪੂਛ ਆਣੀ, ਉਹ ਪੂਛ ਫੜ ਲਈ। ਕਹਿੰਦੇ ਚੱਲ ਮੈਂ ਵੀ, ਉਹਨੂੰ ਪੂਛ ਛੱਡਤੀ, ਉਹ ਦਰਿਆ 'ਚ ਰੁੜ ਗਈ। ਉਹ ਹੁਣ ਟਿੱਡਾ ਜਿੱਧਰੋਂ ਪਾਣੀ ਆਉਂਦਾ ਉਧਰ ਉਹਨੂੰ ਲੱਜਣ ਜਾ ਰਿਹਾ। ਉਹ ਕਹਿੰਦੇ ਟਿੱਡਿਆ ਕਿੱਧਰ ਚੱਲਿਆ? ਕਹਿੰਦੇ ਮੇਰੇ ਘਰ ਵਾਲੀ ਰੁੜ ਗਈ, ਉਹਨੂੰ ਲੈਣ ਚੱਲਿਆ। ਕਹਿੰਦੇ ਸਾਈਂ ਲੋਕਾ ਉਹ ਰੁੜ ਕੇ ਰਹਿਣ ਨੂੰ ਜਾਊਗੀ, ਪਾਣੀ ਇਹਨੂੰ ਜਾਂਦਾ। ਕਹਿੰਦੇ ਨਹੀਂ ਉਲਟ ਚੱਲਣ ਵਾਲੀ ਹੁੰਦੀ ਸੀ। ਗੱਜ ਕੇ ਬੋਲੋ। ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਕਹਾਣੀਆਂ ਜਿਹੜੀਆਂ ਉਹ ਦੱਸੀ, ਉਹਦਾ ਮਤਲਬ ਦੱਸਿਆ ਕਿ ਇਸਤਰੀ ਨੂੰ ਪਤੀ ਤੋਂ ਮੁੜ ਨਹੀਂ ਚੱਲਣਾ ਚਾਹੀਦਾ। ਪਤੀ ਹਾਂਜੀ ਜਿਹੜਾ ਹੈ ਉਹਨੂੰ ਇਸਤਰੀ ਤੋਂ ਬਾਗੀ ਹੋ ਕੇ ਨਹੀਂ ਚੱਲਣਾ ਚਾਹੀਦਾ। ਇਹ ਗ੍ਰਸਤ ਰੂਪੀ ਗੱਡੀ ਦੇ ਦੋਨੇ ਪੜੂਏ ਆ, ਜਿਹਨੂੰ ਦੋਨੋਂ ਬੈਲੈਂਸ ਵਿੱਚ ਚੱਲਦੇ ਆ, ਇੱਕ ਦੂ ਦਾ ਬਚਨ ਮੰਨ ਕੇ ਚੱਲਦੇ। ਧਨ ਫਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਹਜੂਰ ਪਾਤਸ਼ਾਹ ਜੀ ਸਾਨੂੰ ਸਾਡਾ ਜਿਹੜਾ ਜੀਵਨ ਆ ਉਹਦਾ ਸੰਤੁਲਨ ਸਹੀ ਰੱਖਣ ਵਾਸਤੇ ਉਪਦੇਸ਼ ਦਿੰਦੇ ਆ ਹਾਂਜੀ। ਕਿਉਂਕਿ ਸਭ ਤੋਂ ਵੱਡੀ ਬੰਦੇ ਨੂੰ ਬਿਮਾਰੀ ਹੈ ਸੈਕਸ ਦੀ। ਜੇ ਕੋਈ ਲੋਭੀ ਹੋਇਆ ਇੰਨਾ ਕਹਿ ਦਿਆਂਗੇ ਲੋਭੀ ਆ, ਕ੍ਰੋਧੀ ਹੋਏ ਕ੍ਰੋਧੀ ਆ ਜੀ, ਇਹ ਬੜਾ ਮੋਹ ਕਰਦਾ। ਪਰ ਜਦੋਂ ਬੰਦਾ ਕਰੈਕਟਰ ਤੋਂ ਡਿੱਗ ਪੈਂਦਾ ਹੈ, ਇਹ ਬੱਜਰ ਕ੍ਰੈਤ ਵਿੱਚ ਆ, ਤੇ ਬੰਦੇ ਕਿਸੇ ਪਾਸੇ ਮੂੰਹ ਦੇਣ ਜੋਗਾ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਨੇ ਇਸ ਵਿਸ਼ੇ ਨੂੰ ਬੜੇ ਵਿਸਤਾਰ ਵਿੱਚ ਲਿਖਿਆ ਕਿ ਤੁਸੀਂ ਇਹਨਾਂ ਵਿਕਾਰਾਂ ਤੋਂ ਬਚ ਕੇ ਆਪਣੇ ਜੀਵਨ ਨੂੰ ਸਤਵਾਦੀ ਬਣਾਓ। ਜੋ ਜਪਜੀ ਸਾਹਿਬ ਦਾ ਮੋਰਲ ਹੈ, ਜਤ ਪਹਾਰਾ ਧੀਰੇ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭਉ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ ਘੜੀਐ, ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ। ਸੋ ਇਸ ਵਾਸਤੇ ਹੁਣ ਜੇ ਡਾਕਟਰੀ ਦੀਆਂ ਕਿਤਾਬਾਂ ਨੂੰ ਕਹੀਏ, ਇਹ ਬੜਾ ਓਪਨ ਹੀ ਲਿਖਿਆ, ਉੱਥੇ ਚਿੱਤਰ ਵੀ ਵਾਹੇ ਹੋਏ ਆ, ਉੱਥੇ ਸਾਰੇ ਅੰਗਾਂ ਬਾਰੇ ਵੀ ਪੂਰਾ ਨੌਲੇਜ ਦਿੱਤਾ ਹੋਇਆ। ਫਿਰ ਇਹ ਹੈ ਕਿ ਅਸ਼ਲੀਲਪੁਣਾ ਕਰਦਾ ਕੌਣ ਹੈ? ਜਿਹੜੇ ਬੰਦੇ ਅਸ਼ਲੀਲਪੁਣਾ ਕਰਦੇ ਉਹਨਾਂ ਨੂੰ ਬਹੁਤਾ ਡਰ ਲੱਗਦਾ ਹੈ, ਕਿਉਂਕਿ ਜਿੱਥੇ ਫੋੜਾ ਹੁੰਦਾ ਮੱਖੀ ਉੱਥੇ ਹੀ ਬਹਿੰਦੀ ਹੈ। ਤੇ ਜਿਨ੍ਹਾਂ ਦਾ ਆਪਣਾ ਕਰੈਕਟਰ ਹਾਈ ਹੈ ਉਹਨਾਂ ਵਾਸਤੇ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ। ਸੋ ਇਸ ਕਰਕੇ ਫਿਰ ਉਸ ਤੋਂ ਅੱਗੇ ਇਹ ਚਰਿਤਰੋਪਖਿਆਨ ਦੇ ਆਖਰੀ ਉਹ ਧਰਮੀ ਰਾਜੇ ਦੀ ਅਕਾਲ ਪੁਰਖ ਨੇ ਰੱਖਿਆ ਕੀਤੀ ਹੈ, ਉੱਥੇ ਚੌਪਈ ਹੈ। ਹੁਣ ਆਪਾਂ ਤਾਂ ਹਮਰੀ ਕਰੋ ਪੜ੍ਹਦੇ ਆ ਨਾ, ਇਹਦੇ ਉੱਪਰ ਹੋਰ ਵੀ ਚੌਪਈਆਂ। ਗੱਜ ਕੇ ਬੋਲੋ। ਇਸ ਤੋਂ ਅੱਗੇ ਫਿਰ ਜਫਰਨਾਮਾ ਹੈ, ਜਿੱਤ ਦੀ ਚਿੱਠੀ। ਜਦੋਂ ਮਹਾਰਾਜ ਇੱਥੇ ਦੀਨੇ ਕਾਂਗੜ ਪਹੁੰਚੇ, ਉੱਥੇ ਪਹਿਲਾਂ ਔਰੰਗਜ਼ੇਬ ਵੱਲੋਂ ਇੱਕ ਪੱਤਰ ਆਇਆ। ਆਮ ਜਾਣੀ ਗਿਆਨੀ ਦੱਸਦੇ ਵੀ ਮਹਾਰਾਜ ਨੇ ਉਹਨੂੰ ਚਿੱਠੀ ਲਿਖੀ। ਮਹਾਰਾਜ ਨੂੰ ਉਹਨੂੰ ਚਿੱਠੀ ਲਿਖਣ ਦੀ ਕੋਈ ਲੋੜ ਨਹੀਂ, ਉਸ ਦੁਰਜਨ ਨੂੰ। ਉਸ ਵੱਲੋਂ ਚਿੱਠੀ ਆਈ ਹੈ, ਕਸਦ ਲਿਆਇਆ। ਉਹਦੇ ਵਿੱਚ ਉਸਨੇ ਗੁਰੂ ਮਹਾਰਾਜ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਜਦੋਂ ਬੰਦਾ ਕ੍ਰੀਤੀਆਂ ਕੁਕਰਮ ਕਰਦਾ
ਇਹ ਬੇੜੀ ਡੋਲਦੀ ਹੈ, ਪਾਪ ਦੀ ਬੇੜੀ ਭਰ ਕੇ। 9ਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਭਾਈ ਮਤੀ ਦਾਸ ਨੇ ਉਹਨੂੰ ਦਿੱਲੀ ਨਹੀਂ ਰਹਿਣ ਦਿੱਤਾ, ਔਰੰਗਾਬਾਦ ਰਿਹਾ, ਉੱਥੇ ਮਰਿਆ ਤੇ ਉੱਥੇ ਹੀ ਦੱਬਿਆ। ਗੱਜ ਕੇ ਬੋਲੋ। ਤੇ ਜਿੱਥੇ ਮਹਾਰਾਜ ਦੀ ਸ਼ਹੀਦੀ ਹੋਈ ਹੈ, ਸੀਸਗੰਜ ਦੇ ਸਰਦਲ ਤੇ ਦਿਨਾਂ ਚੱਲ ਜਾਇਓ, ਰਾਤ ਚੱਲ ਜਾਇਓ, ਉਹ ਕਦੀ ਮਸਤਕਾਂ ਤੋਂ ਖਾਲੀ ਨਹੀਂ ਦੇਖੋਗੇ, ਖਾਲੀ ਨਹੀਂ ਦੇਖੋ। ਜਿੱਥੇ ਸੀਸ ਕਟਿਆ ਉੱਥੇ ਸੀਸਗੰਜ ਹੈ, ਜਿੱਥੇ ਸੀਸ ਦਾ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਉੱਥੇ ਵੀ ਸੀਸਗੰਜ, ਜਿੱਥੇ ਧੜਦਾ ਹੋਇਆ ਰਕਾਬਗੰਜ। ਉਹ ਜਿਹੜਾ ਔਰੰਗਜ਼ੇਬ ਦਿੱਲੀ ਦਾ ਮਾਲਕ ਆਉਂਦਾ ਸੀ, ਉਹਨੂੰ ਜੀਂਦੇ ਨੂੰ ਦਿੱਲੀ 'ਚ ਥਾਂ ਨਹੀਂ ਮਿਲੀ। 3.5 ਫੁੱਟ ਔਰੰਗਾਬਾਦ ਉਹ ਮਹਾਰਾਸ਼ਟਰ ਜਾ ਕੇ ਤੇ ਕੱਚੀ ਕਬਰ ਹੈ, ਕੁੱਤੇ ਲੱਤਾਂ ਚੱਕ ਚੱਕ ਮੂਤਦੇ ਆ। ਤੇ ਜਿੱਥੇ ਪਾਤਸ਼ਾਹ ਦਾ ਸਥਾਨ, ਜੋਤਾਂ ਜਗਦੀਆਂ, ਧੂਪ ਤੁਖਦੇ ਆ, ਅਖੰਡ ਜਾਪ ਚੱਲਦੇ ਆ, ਹਾਂਜੀ ਸਿਮਰਨ ਹੁੰਦੇ ਆ, ਕਥਾ ਕੀਰਤਨ ਹੁੰਦੇ ਆ, ਲੰਗਰ ਦੀਵਾਨ ਚੱਲਦੇ ਆ, ਆਇਆਂ ਨੂੰ ਆਰਾਮ ਵਿਸ਼ਰਾਮ ਮਿਲਦਾ, ਮਨ ਨੂੰ ਸ਼ਾਂਤੀ। ਅੱਜ ਵੀ ਧਰਮ ਦੀ ਰੱਖਿਆ ਕਰ ਰਹੇ ਪਾਤਸ਼ਾਹ, 9ਵੇਂ ਪਾਤਸ਼ਾਹ। ਸੋ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਦੇਣ ਕਿਰਪਾ ਹੈ। ਕੋਈ ਵੀ ਲੀਡਰ ਜਿੱਤਦਾ ਪਹਿਲਾਂ ਸੀਸਗੰਜ ਸਾਹਿਬ ਮੱਥਾ ਟੇਕਣ ਆਉਂਦਾ, ਪਹਿਲਾਂ ਵੀ ਬਾਅਦ ਚ ਵੀ ਅਸ਼ੀਰਵਾਦ ਮਾਰ ਕਿਰਪਾ ਕਰੋ ਹਜੂਰ। ਸਿੱਖਾਂ ਦਾ ਜਿਹੜਾ ਦਿਲ ਹੈ, ਦਿਲ ਹੁੰਦਾ ਧੜ ਚ, ਉਹ ਦਿੱਲੀ ਹੈ, ਤੇ ਦਿਮਾਗ ਆਨੰਦਪੁਰ ਸਾਹਿਬ ਹੈ। ਗੱਜ ਕੇ ਬੋਲੋ। ਜੇ ਮਹਾਰਾਜ ਦੇ ਸੀਸ ਦਾ ਉੱਥੇ ਸੰਸਕਾਰ ਹੋਇਆ ਤੇ ਹਜੂਰ ਨੇ ਵੀ ਸੀਸ ਭੇਟ ਲਏ ਉੱਥੇ। ਪਿਤਾ ਦਾ ਤਾਂ ਮੈਂ ਕੀਤਾ, ਤੁਹਾਡੇ ਵੀ ਲੈ ਕੇ ਕੁਰਬਾਨੀ ਕਰਨੀ ਹੈ, ਪਰਖ ਫੇਰੇ ਹੋਣੀ ਹੈ। ਫੇਰੇ 5 ਪ੍ਰਵਾਨ 5 ਪ੍ਰਧਾਨ ਬਣੇ, 5 ਸਿੱਖਨ ਮੈਂ ਮੇਰੋ ਬਾਸਾ। ਆ ਵਿਸਾਖੀ ਆਪ ਜੀ ਨੇ ਮਨਾਈ ਹੈ, ਸਾਲਾਨਾ ਖਾਲਸੇ ਦਾ ਜਨਮ ਦਿਨ। ਕੋਈ ਕੌਮ ਆਪਣਾ ਜਨਮ ਨਹੀਂ ਦੱਸ ਸਕਦੀ, ਇਹ ਵੀ ਖਾਲਸੇ ਦਾ 300 ਸਾਲੇ ਵੀ, ਹਰ ਸਾਲ ਵੀ ਪਾਤਸ਼ਾਹ ਦੀ ਕਿਰਪਾ। ਸੋ ਸਾਧ ਸੰਗਤ ਜੀ, ਫਿਰ ਜਫਰਨਾਮਾ ਇਹ ਚਿੱਠੀ ਮਹਾਰਾਜ ਨੇ ਫਾਰਸੀ ਚ ਲਿਖੀ ਕਿ ਕਾਂਗੜ ਕਨੁੱਤ, ਉਹਦੇ ਵਿੱਚ ਫਿਰ 12 ਹਕਾਇਤਨਾਮਾ ਸਾਖੀ। ਹੁਣ ਉਹ ਜਿਹੜੀਆਂ ਸਾਖੀਆਂ ਉਹ ਬਹੁਤ ਖੁਲਾਸੇ ਬਚਨ ਆ, ਕਿਉਂਕਿ ਔਰੰਗਜ਼ੇਬ ਨੂੰ ਉਹ ਸਾਖੀਆਂ ਦੇ ਨਾਲ ਪੂਰਾ ਸ਼ਰਮਿੰਦਿਆ ਕੀਤਾ। ਤੇਰੇ ਨੂੰ ਆਹ ਜਨਾਨੀ ਚੰਗੀ ਸੀ, ਉਹ ਚ ਆਹ ਗੁਣ ਸੀ, ਤੂੰ ਤਾਂ ਜਨਾਨੀ ਨੂੰ ਵੀ ਗਿਆ ਗੁਜਰਿਆ। ਉਹਦੇ ਜਿਹੜੇ ਗੁਣ ਉਹ ਵੀ ਦੱਸੇ ਆ, ਤੂੰ ਘੋੜ ਸਵਾਰ ਆ, ਨੇਜੇਬਾਜ਼ ਆ, ਤੂੰ ਇਸ ਤਰ੍ਹਾਂ ਫਲਾਨਾ ਤੇ ਮਕੜਾ। ਉਹਦੇ ਜਿਹੜੇ ਔਗਣ ਆ ਉਹ ਵੀ ਦੱਸੇ। ਇਹ ਵੀ ਦੇਖੋ ਮਹਾਰਾਜ ਦੀ ਕਲਮ ਆ, ਉਹਦੀਆਂ ਸਿਫਤਾਂ ਵੀ ਲਿਖੀਆਂ ਹੋਈਆਂ, ਉਹਦੇ ਔਗਣ ਵੀ ਦੱਸੇ। ਫਿਰ ਤੂੰ ਮਾਰ ਕਿਉਂ ਖਾਧੀ? ਉਹਦੇ ਕਰਕੇ। ਅਸੀਂ ਕਿੱਥੇ ਖੜੇ ਆ? ਤੇਰੇ ਕੋਲ ਫੌਜਾਂ ਸੀ, ਤੇਰੇ ਕੋਲ ਕਿਲੇ ਸੀ, ਤੇਰੇ ਕੋਲ ਆਹ ਕੁਝ ਸੀ, ਪਰ ਸੱਚੇ ਪਾਤਸ਼ਾਹ ਕਹਿੰਦੇ ਜੱਜ ਦਾ ਆਕਾਰ ਸਾਡਾ, ਰਾਖਾ ਦਾ ਅਕਾਲ ਹੀ ਸੀ। ਗੱਜ ਕੇ ਬੋਲੋ। ਜੇ ਮੇਰੇ 4 ਸਾਹਿਬਜ਼ਾਦੇ ਮਾਰ ਲਿਆ, 4 ਚੰਗਿਆੜੀਆਂ ਨੂੰ ਬੁਝਾ ਕੇ ਕੀ ਕਰੇਗਾ? ਤੈਂ ਭਾਂਬੜ ਬਾਲ ਲੈ। ਤੇਰੇ ਘੋੜਿਆਂ ਦੇ ਨਾਲਾਂ ਦੇ ਪੈਰ ਮੈਂ ਪੰਜਾਬ ਦੀ ਧਰਤੀ ਵਿੱਚ ਨਹੀਂ ਪੈਣ ਦਿਆਂਗਾ। ਉਸ ਵੇਲੇ ਵੀ ਮਹਾਰਾਜ ਕਿੰਨੀ ਚੜ੍ਹਦੀ ਕਲਾ ਵਿੱਚ ਹੈ ਜੀ, ਹਰ ਹਕਾਇਤ ਪਿੱਛੋਂ ਹੀ ਲਿਖਦੇ ਆ, ਵਿਦੇ ਸਾਕੀਆ ਸਾਗਰੇ ਸਬਜ਼ ਰੰਗ ਕਿ ਮਾਰਾ ਵਕਾਰਾ ਦਰੇ ਵਕਤ ਜੰਗ। ਹੇ ਮੇਰੇ ਸਾਕੀ ਭਗਵਾਨ, ਮੈਨੂੰ ਸਬਜ਼ ਰੰਗ ਦਾ, ਨਾਮ ਰੂਪੀ ਰੰਗ ਦਾ ਪਿਆਲਾ ਦੇ ਦਿਓ, ਜਿਹਨੂੰ ਮੈਂ ਪੀ ਕੇ ਆਪਣੇ ਅੰਦਰਲੇ ਔਰ ਬਾਹਰਲੇ ਦੁਸ਼ਮਣਾਂ ਤੇ ਵਿਜੈ ਪ੍ਰਾਪਤ ਕਰ ਸਕਾਂ। ਤੇ ਅਸੀਂ ਉਹਨੂੰ ਸੁੱਖ ਨਿਧਾਨ ਬਣਾ ਲਿਆ। ਗੱਜ ਕੇ ਬੋਲੋ। ਇਹ ਦੁੱਖ ਨਿਧਾਨ ਬਣ ਜਾਂਦਾ ਜੇ ਜ਼ਿਆਦਾ ਕੰਮ ਚੱਲ ਪੈਂਦਾ। ਉੱਥੇ ਨਾਮ ਰੂਪੀ ਸਬਜ਼ ਰੰਗ ਦਾ ਪਿਆਲਾ ਮੰਗਿਆ ਪਾਤਸ਼ਾਹ ਨੇ। ਇਹ ਪਾਤਸ਼ਾਹ ਦੀ ਬਾਣੀ, ਤੇ ਇਹਦੇ ਵਿੱਚ ਸਾਧ ਸੰਗਤ ਜੀ ਅਸਫੋਟਕ ਤੇ ਲੱਖੀ ਜੰਗਲ ਖਾਲਸਾ ਕਈ ਹਕਾਇਤਾਂ ਦੇ ਭੋਗ ਪਾਉਂਦੇ ਆ, ਕਈ ਉੱਥੇ ਪਾਉਂਦੇ ਆ, ਕਿਉਂਕਿ ਕਈ ਬੀੜਾਂ ਵਿੱਚ ਉਹ ਹੈ ਤੇ ਕਈਆਂ 'ਚ ਨਹੀਂ। ਸੋ ਅੱਜ ਸੋਧੀ ਸਾਹਿਬ ਨੇ ਇਹ ਉਦਮ ਕੀਤਾ ਸੀ ਤੇ ਮਹਾਰਾਜ ਦੀ ਕਿਰਪਾ ਨਾਲ ਇਹ ਸੰਪੂਰਨ ਵਿਆਖਿਆ ਵੀ ਹੋਈ, ਅੱਜ ਸੰਪੂਰਨਤਾ ਹੋਈ ਹੈ। ਸੋ ਹੁਣ ਤੁਸੀਂ ਬਹੁਤਿਆਂ ਨੇ ਸੁਣਿਆ, ਤੁਸੀਂ ਸਾਨੂੰ ਦੱਸ ਦਿਓ ਇਹ ਸੁਣ ਕੇ ਕਿੰਨੇ ਕੁ ਅਸ਼ਲੀਲ ਬਣਿਆ। ਗੱਜ ਕੇ ਬੋਲੋ। ਸਿਨੇਮਾ ਟੈਲੀਵਿਜ਼ਨਾਂ ਗੰਦੀਆਂ ਫਿਲਮਾਂ ਦੇਖਦੇ ਆ, ਉਹਨਾਂ ਦੇ ਕਿਸੇ ਦੀ ਨੁਕਤਾਚੀਨੀ ਨਹੀਂ। ਵਿਆਹਾਂ ਸ਼ਾਦੀਆਂ 'ਚ ਫੈਸ਼ਨ ਪ੍ਰਸਤੀ ਔਰ ਮੂਵੀਆਂ ਕਿਸ ਤਰ੍ਹਾਂ ਦੀਆਂ ਬਣਾਉਂਦੇ ਆ, ਕੀ ਕੁਝ ਹੁੰਦਾ, ਅਸ਼ਲੀਲ ਪੁਣਾ ਬੰਦਾ ਹੀ ਕਰਦਾ ਹੈ। ਕਿਉਂਕਿ ਜਿਹਦੇ 'ਚ ਆਪਣੇ 'ਚ ਕੋਈ ਕਮਜ਼ੋਰੀ ਹੁੰਦੀ ਆ ਨਾ, ਜਦੋਂ ਦੱਸਿਆ ਜਾਏ ਉਹਨੂੰ ਬੜਾ ਦੁੱਖ ਲੱਗਦਾ।
ਤੇ ਜੇ ਅਸੀਂ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਬਣਾ ਲਈਏ ਫਿਰ ਤਾਂ ਇਹੋ ਜਿਹਾ ਹੁੰਦਾ ਹੀ ਨਹੀਂ। ਇਹ ਤਾਂ ਬਹੁਤ ਵੱਡੀ ਉੱਚੀ ਵਿਚਾਰਧਾਰਾ ਬਣ ਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਅੱਜ ਦਾ ਇਨਸਾਨ ਆਪਾਂ ਦੀਵਾ ਬਾਲਦੇ ਆਂ, ਜੇ ਤਾਂ ਘਿਓ ਰਹੂਗਾ ਬੱਤੀ ਦੇ ਥੱਲੇ ਇਹ ਤਾਂ ਦੀਵਾ ਬਲਦਾ ਰਹੂਗਾ, ਤੇ ਜੇ ਘਿਓ ਬੱਤੀ ਦੇ ਉੱਤੇ ਚਲੇ ਗਿਆ ਜਿੰਨੀ ਮਰਜ਼ੀ 30 ਲਾਈ ਚਲੋ ਨਹੀਂ ਬਲਣਾ। ਜੇ ਤਾਂ ਅਸੀਂ ਗੁਰੂ ਦੀ ਬੁੱਧੀ ਦੇ ਥੱਲੇ ਆਪਣੀ ਬੁੱਧੀ ਰੱਖਾਂਗੇ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋਊ। ਜੇ ਗੁਰੂ ਦੀ ਬੁੱਧੀ ਤੋਂ ਆਪਣੀ ਬੁੱਧੀ ਨੂੰ ਅਕਲ ਲੈ ਜਾਵਾਂਗੇ ਤੇ ਹਨੇਰਾ ਹੀ ਹਨੇਰਾ ਆ। ਇਹ ਤੁਹਾਡੀ ਮਰਜ਼ੀ ਹੈ, ਕਿਉਂਕਿ ਖੁੱਲਿਆ ਜਿੱਥੇ ਮਰਜ਼ੀ ਘੁੰਮੋ, ਜੋ ਮਰਜ਼ੀ ਕਰੋ, ਰਸੇ ਵੱਡੇ ਹੋਏ ਆ ਜਿੱਥੇ ਮਰਜ਼ੀ, ਪਰ ਅਵਾਰਾ ਹੋਣ ਨਾਲ ਡੰਡੇ ਵੀ ਪੈਂਦੇ ਹੁੰਦੇ ਆ। ਜੇ ਗੁਰੂ ਦੇ ਬਚਨ ਵਿੱਚ ਹੁਕਮ ਵਿੱਚ ਵੱਜ ਕੇ ਮਰਜ਼ਾਦਾ ਵਿੱਚ ਤੁਰਾਂਗੇ ਫਿਰ ਬਖਸ਼ਿਸ਼ ਵੀ ਹੈ। ਇਸ ਕਰਕੇ ਗੁਰਮੁਖ ਪਿਆਰੋ, ਸਤਿਗੁਰੂ ਗਰੀਬ ਨਿਵਾਜ, ਕਿਉਂਕਿ ਸਾਡਾ ਜਿਹੜਾ ਮਿਸ਼ਨ ਹੈ ਕਿਸੇ ਦੀ ਆਲੋਚਨਾ ਕਰਨ ਦਾ ਨਹੀਂ। ਜੇ ਕੋਈ ਦੇਖ ਕੇ ਕਿਸੇ ਗੱਲ ਦੀ ਈਰਖਾ ਸਾੜਾ ਕਰਦਾ ਉਹਦਾ ਦੁੱਖ ਉਹਨੂੰ ਹੀ ਆ। ਬਾਕੀ 10 ਗ੍ਰੰਥ ਤੋਂ ਜਿਹੜੇ ਅਖਿਆਈ ਮੰਨਦੇ ਆ ਮੱਲੋ ਮਰੀ ਤਾਂ ਕਿਸੇ ਦੇ ਢਿੱਡ 'ਚ ਪੈਂਦਾ ਨਹੀਂ। ਉਹਨਾਂ ਦੀ ਨਹੀਂ ਸ਼ਰਧਾ ਨਾ ਪੜਨ, ਜਿਹੜੇ ਪੜ੍ਹਦੇ ਆ ਉਹਨਾਂ ਨੂੰ ਕਿਉਂ ਰੋਕਣ। ਇਹ ਤਾਂ ਹੈ, ਦੇਖੋ ਬਾਜ਼ਾਰ ਦੇ ਵਿੱਚ ਸਾਰਾ ਕੁਝ ਪਿਆ। ਜਿਨ੍ਹਾਂ ਨੇ ਦਵਾਈ ਬਣਾਉਣੀ ਉਹ ਸੰਖਿਆ ਲਿਆ ਕੇ ਸੰਨਿਆਸੀ ਤੋਂ ਪੁਸ਼ਤਾ ਬਣਾ ਕੇ ਇਲਾਜ ਕਰਦੇ ਆ। ਜਿਨ੍ਹਾਂ ਦੀ ਬਿਰਤੀ ਭੈੜੀ ਹੈ ਉਹ ਦੁੱਧ 'ਚ ਮਿਲਾ ਕੇ ਦੂਏ ਦਾ ਸੰਸਾਰ ਤੋਂ ਘੋਗਾ ਚੱਕਦੇ। ਸੰਖਿਆ ਇੱਕੋ ਹੀ ਹੈ, ਪਕਸ਼ ਦੋ। ਬੰਦੇ ਦਾ ਆਪਣਾ ਜੀਵਨ ਵੀ ਅੰਮ੍ਰਿਤਮਈ ਵੀ ਹੈ, ਜ਼ਹਿਰਮਈ ਵੀ ਹੈ। ਜੇ 5 ਵਿਕਾਰਾਂ ਦੇ ਅਧੀਨ ਹੋ ਕੇ ਚੱਲਦਾ ਜ਼ਹਿਰਮਈ ਹੈ। ਜੇ ਸਤ ਸੰਤੋਖ ਦਇਆ ਧਰਮ ਆਦਿ ਗੁਣ ਲੈ ਕੇ ਤੁਰਦਾ ਅੰਮ੍ਰਿਤਮਈ ਬਣ ਜਾਂਦਾ। ਹੁਣ ਤੁਸੀਂ ਵਿਚਾਰ ਕਰੋ, ਅਸੀਂ ਆਪਣਾ ਜੀਵਨ ਅੰਮ੍ਰਿਤਮਈ ਬਣਾਉਣਾ ਹੈ ਜਾਂ ਜ਼ਹਿਰਮਈ ਬਣਾਉਣਾ ਹੈ। ਜਿਹੜੇ ਗਿਆਨਵਾਨ ਆ ਉਹਨਾਂ ਵਾਸਤੇ ਤਾਂ ਕੋਈ ਬੁਰਾਈ ਹੈ ਹੀ ਨਹੀਂ। ਫਰੀਦਾ ਹਮ ਸਭ ਤੇ ਬੁਰੇ, ਹਮ ਤਾਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਉੱਥੇ ਕਿਤੇ ਜੀ ਰਾਸਧਾਰੀਆਂ ਨੇ ਰੱਖ ਲਿਆ ਸਮਾਗਮ ਤੇ ਸੰਗਤ ਬਹੁਤ ਆਉਂਦੀ, ਕਾਠੋ ਚੜਾਵਾ ਚੰਗਾ ਚੜੂਗਾ। ਉਹ ਡੇਰੇ ਦੇ ਸੇਵਾਦਾਰ ਇਕੱਠੇ ਹੋ ਕੇ ਮਹਾਂਪੁਰਖਾਂ ਕੋ ਗਏ, ਮਹਾਂਪੁਰਖੋ ਆ ਨਕਲੀਆਂ ਰਾਸਧਾਰੀਆਂ ਨੇ ਇੱਥੇ ਪ੍ਰੋਗਰਾਮ ਰੱਖ ਲਿਆ, ਭਜਨ ਕਿਵੇਂ ਕਰਾਂਗੇ? ਸਾਰੀ ਰਾਤ ਤੇ ਲੱਚਰ ਗੀਤ ਗਾਉਣਗੇ। ਤੇ ਮਹਾਂਪੁਰਖ ਕਹਿਣ ਗੁਰੂ ਭਲੀ ਕਰ ਸੀ, ਭਲਾ ਹੋ ਜਾ ਸੀ। ਉਹ ਪੋਠੋਹਾਰੀ ਬੋਲੀ ਸੀ ਉਹਦੇ, ਗੁਰੂ ਨਾਨਕ ਭਲੀ ਕਰ ਸੀ, ਪਾਤਸ਼ਾਹ ਭਲਾ ਕਰ ਸੀ। ਹੁਣ ਇਹ ਜਿਹੜੇ ਹੁੰਦੇ ਆ ਰੇਡੀਓ ਸਿੰਗਰ ਵਿਆਹਾਂ ਤੇ ਸਾਦੇ ਆ, ਇਹਨਾਂ ਨੂੰ ਟਿਕਟ ਵੀ ਦਿੰਨੇ ਆ ਤੇ ਪੰਜਾਬ ਤਾਂ 4.5 ਲੱਖ ਆ, ਤੁਸੀਂ ਤਾਂ ਬਹੁਤ ਜ਼ਿਆਦਾ ਦਿੰਨੇ ਆ। ਉਹ ਸਾਰੇ ਲੱਚਰ ਗੀਤ ਸੁਣਾਉਂਦੇ, ਅਸ਼ਲੀਲ ਕਦੀ ਨਹੀਂ ਕਿੰਤੂ ਹੁੰਦੀ, ਨਾ ਪੈਸੇ ਦਿੰਨੇ ਆ। ਗੱਜ ਕੇ ਬੋਲੋ, ਕਿੰਤੂ ਨਹੀਂ ਕਰਦਾ ਕੋਈ ਵੀ। ਆ ਗੰਦੇ ਰਿਕਾਰਡਾਂ ਤੇ ਕਹਿੰਦੇ ਚੋਂਦਾ ਚੋਂਦਾ ਸੁਣਾਇਓ, ਗੱਜ ਕੇ ਬੋਲੋ। ਸਿਨੇਮੇ ਨੂੰ ਕਹਿਣਗੇ ਅਸਲੀ ਗੁਰਦੁਆਰਾ ਇਹ, ਜਿਹੜੇ ਜਾਂਦੇ ਹੀ ਦਿਖਾ ਦਿੰਦੇ ਪ੍ਰਤੱਖ। ਉੱਥੇ ਨੀ ਕੋਈ ਸ਼ੰਕਾ ਕਰਦਾ, ਕੀ ਕੁਝ ਦੇਖਦੇ, ਕੀ ਕੁਝ ਧਮੱਚੜ ਪੈਂਦੇ ਆ ਵਿਆਹਾਂ ਸ਼ਾਦੀਆਂ। ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਆ ਸਾਡੀਆਂ ਮੂਵੀਆਂ ਜਾ ਕੇ ਅਰਬ 'ਚ ਵਿਕਦੀਆਂ, ਕਹਿੰਦੇ ਸਿੰਘਣੀਆਂ ਦਾ ਨਾਚ ਦੇਖ ਲਓ। ਅਸੀਂ ਜਿਹੜੇ ਕੰਮ ਕਰਦੇ ਆ ਇਤਨੀ ਮਿੱਟੀ ਪੁੱਟ ਹੋ ਰਹੀ ਹੈ, ਇਸ ਪਾਸੇ ਧਿਆਨ ਦੇਈਏ। ਅਸੀਂ ਕੀ ਕੀ ਕਰਦੇ ਹਾਂ, ਸਾਡੇ ਘਰਾਂ 'ਚ ਕੀ ਕੀ ਅਸ਼ਲੀਲਪੁਣਾ ਹੋ ਰਿਹਾ। ਜੇ ਬਾਣੀ ਦੇ ਨੁਕਤੇ ਲੈ ਕੇ ਤੁਰਾਂਗੇ ਅਸ਼ਲੀਲਪੁਣਾ ਖਤਮ ਹੋ ਜਾਊਗਾ। ਮਹਾਰਾਜ ਸਵੱਛਤਾ ਪਵਿੱਤਰਤਾ ਦੇਣਗੇ, ਚੜ੍ਹਦੀ ਕਲਾ ਦੇਣਗੇ, ਬਖਸ਼ਿਸ਼ ਕਰਨਗੇ। ਕਿਹੜੇ ਨੁਕਤੇ ਦੇ ਪ੍ਰੇਮ ਸਿੰਘ ਬੋਲ ਰਹੇ ਸੀ? ਬਸ ਇੱਥੇ ਹੀ ਭੁੱਲ ਜਾਣਾ। ਕਿਹੜਾ ਜੀ? ਹਾਂਜੀ ਹਾਂਜੀ ਦੱਸੋ ਬਈ। ਹਾਂਜੀ ਨਕਲਾਂ ਲੱਗਦੀਆਂ ਸੀ। ਹੁਣ ਸਰੋਤੇ ਤੁਸੀਂ ਦੇਖ ਲਓ ਇੰਨੇ ਕਿਆ, 14 ਗੁਣ ਸਰੋਤੇ ਚਾਹੀਦੇ, 14 ਵਕਤ 'ਚ 28 ਗੁਣ ਹੁਣ ਫੇਰ ਗੱਲ ਬਣਨੀ ਹੈ। ਹੁਣ ਮੇਰੇ ਪਾਸ ਟਾਈਮ ਨਹੀਂ, ਮੈਂ ਕੱਲੇ ਕੱਲੇ ਦੱਸ ਦਿਆਂ। ਜੇ ਸਾਨੂੰ ਕਹਿੰਦੇ ਅਸੀਂ ਚੁੱਪ ਕਰਕੇ ਬਹਿ ਜੰਨੇ ਆ, ਕਹਿੰਦੇ ਨੇ ਸਾਧ ਬੇਲੀਆਂ ਖਾਂਦੇ ਆ, ਫੌਜ ਵਾਲੇ ਵੀ ਤੁਹਾਡਾ ਹਾਲ ਨਹੀਂ ਪਾਉਂਦੇ। ਜੇ ਫੌਜ ਨਾ ਹੋਵੇ, 4 ਗੁੰਡੇ ਦੇਖ ਲਓ ਤਾਲਵਾਨਾਂ ਨੇ ਸੂਲੀ ਟੰਗੇ ਹੋਏ ਸਾਰੇ। ਫੌਜ ਹੀ ਆ ਜਿਹੜੀ ਥੰਮ ਰੱਖਦੀ ਆ
मैं फौजी का पोतियां दे फौजी का ही चेला हाँ। चेले भी अं फौजियां दे हाँ, फौजी साधां दे। कहण तो भाव साध संगत जी बाबा करम सिंह जी महाराज उन्हीं सुपारियां पान ਚੱਬੇ ਹਾਂਜੀ कथे ਚੱਬੇ भी गल साफ होण जरा लैचियां लूचियां खाधियां ते नकली आ है नकली आपां नकलां आप लवाउने आ अश्लीलपना पैसे दे के घरां च कराउने आ ते आ जिहड़ा मेकअप दा समान है सारा अश्लीलपना ही आ। 3-3 घंटे ड्राइंग रूमां च बह के आ बीबियां दे भरवट्टे मुन्नणे ते करजन फैशन दियां बुलबुलां बनाउणियां ये सारा अश्लीलपना नहीं ते होर की है। क्लबां पबां च बह के शराबां बोतलां पीणियां कई तरह के साह जी होर कर्म करने ये क्या अश्लीलपना नहीं? ये अश्लीलपना नजर नहीं आ रहा। जो अश्लीलपने नूं रोकण वास्ते विचार दित्ती जाती है उत्ते किंतु ये साडी बुद्धि की कमजोरी का लक्षण है। असीं इन्ने अश्लील हो गए सानू सब कुछ अश्लील ही नजर आउण लग पिया। जिन्हों पीलिया हो जाए ना उहदी निगाह पाटण लग पैंदी है। एक चंद दे कई कई दिसण लग पैंदे उहनूं पीलिया की दवाई खा लेनी चाहिए है ते जिहदे मन च अपनी कमजोरी है कमजोरी दूर कर लेनी चाहिए है। जदों दूर हो जाए उहनूं कमजोरी का पक्ष नजर ही नहीं आउंदा। उहदा कहंदे फरीदा हम सब ते बुरे हम ताज भुलो सब कोई जिन्हें ऐसा कर बूझिया मीत हमारा सोए वीरा अपन बुरा मिटावे ताहू बुरा निकट नहीं आवे। देखो महापुरख कहंदे महाराज हुण सारी रात आ काम चलना किवें ते महापुरख कहंदे गुरु नानक पातशाह जी भली कर सी भला हो जासी। वो हुण जी आ गए ते हुण गाउणा हुंदा रग दा ही रागी है। जे रागी ना काम करे रागी काहदा? वो सोधी साहब सारियां दे गल बह गए आवाजां ही ना निकलन। वो कहंदे कमाल दी गल पहली मेरी गल बह गए ते हुण जवाब की देंगे? जिन्हें अखाड़ा लाया पैसे तां ही मिलणगे जे तिखा तिखा गावांगे आवाजां निकलना। उन्हें कारण की बनिया? हुण कारण लाइदे कहंदे कारण यह होया इत्थे सतवादी महापुरख धन धन बाबा करम सिंह जी महाराज दे तप स्थान दे नेड़े असीं अश्लीलपुणे दा अखाड़ा लाउण लगे सी। ये सानू खुदा दी मार वग गई है तां जवानां बंद हो गईयां। इकट्ठे हो गया आ गए महाराज बख्श लो पठाणा दा देश अफगानिस्तान दा जिथे गिट्टा नंगा कोई नंगी लत नहीं निकल सकता नंगे सिर इतनी सख्ती पर उत्थे महापुरख बैठा ही बुकिया सिंह अजाड़ विच सब मरगावल भन्नी जाए जां गुरु नानक पातशाह जां गुरु नानक दे प्यारे बाबा खुदा सिंह वर्गियां ने डांके वजाए जाके। साध संगत जी हुण आ गए बेनतियां करदे महाराज साडी रोजी मारी जानी है असीं तां बहुत पैसा सातों गलती हो गई असीं तां कीता सी भी संगत बहुत आउंदी है कोई साडे वल नूं भी आ जाणगे ज्यादे लोटे माया दे भरनगे। महापुरख कहंदे तुसीं खुदा दी उस्तत करो तुहाडे गल खुल जाणगे या अश्लील गीत ना गाओ। फिर कहंदे असीं भी सुणांगे। उन्हां जी माफी मंगी प्रतिज्ञा कीती अज तो बाद अश्लील गीत नहीं गावांगे खुदा दी बंदगी करांगे। उन्होंने फिर गुरु नानक पातशाह खुदा दी उस्तत च कवालियां गाइयां ते महापुरखां ने भी सुनिया ते सदा वास्ते गुरु दी उस्तत वाले बन गए। यह है गुरमुख जनां दे जीवन। सो इस करके प्यारिओ सतगुर सच्चे पातशाह सानू सारियां नूं सोझी ते समत देण। असीं हर गल ते फुट पा के बह जन्ने आ किसे पासे देख लो। कौम साडी टुकड़े टुकड़े होए है अंदरों ते बाहरों सिख धर्म दे बड़े मारू हमले हो रहे ते जे असीं इसे तरह ही चलदे रहे बहुत वड्डा नुकसान असीं खा चुके हैं। अगे भी खतरे की घंटी तुहाडे सिर ते है ते जे असीं सुरक्षित रहना चाहुंदे आ जथेबंद होवो राणा रंग बराबरी पैरी पवना जग वरताया और एक पिता एक सके हम बारक तू मेरा गुरहाई। जो पातशाह का सिद्धांत है खत्री ब्राह्मण सूद वैस
ਉਪਦੇਸ਼ ਚੋਂ ਵਰਨਾ ਕੋ ਸਾਂਝਾ। ਉਹਦੇ ਅੱਗੇ ਅਰਦਾਸ ਕਰੋ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿੱਤੈ ਲਿਓ ਉਬਾਰ। ਜਥੇਬੰਦ ਹੋਣਾ ਸਿੱਖੋ। ਫੁੱਟ ਵਿੱਚੋਂ ਕੀ ਨਿਕਲੇਗਾ? ਰਹਿਤ ਮਰਜ਼ਾਦਾ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ, ਟੀਕਾ ਟਿੱਪਣੀ ਦੇ ਤੇ ਵੀ ਕਰੀ ਜਾਂਦੇ ਆ। ਹੋ ਚੁੱਕੀ ਹੈ, ਕਈ ਕੁਝ ਹੋ ਚੁੱਕਾ, ਮੰਗਲ ਬਦਲੇਗਾ। ਕਿੰਨੀ ਜਦੋਜਹਿਦ ਹੋਈ, ਪੰਜਾਂ ਪਿਆਰਿਆਂ ਤੇ ਵੀ, ਪੰਜ ਬਾਣੀਆਂ ਉੱਤੇ ਵੀ, ਜਿਹੜੇ ਧਰਮ ਦਾ ਪ੍ਰਚਾਰ ਕਰਨ ਵਾਲੇ ਮਹਾਂਪੁਰਖ ਹੈ ਉਹਨਾਂ ਤੇ ਵੀ ਕਿੰਤੂ ਪਰੰਤੂ। ਕਿਉਂਕਿ ਕਈਆਂ ਦਾ ਤਾਂ ਸਵਾਇਆ ਰਸਾ ਚੱਬੀ ਜਾਣਾ। ਕਈ ਬੱਚਿਆਂ ਨੂੰ ਗੂਠਾ ਚੁੰਘਣ ਦੀ ਆਦਤ ਪੈ ਜਾਂਦੀ, ਦੁੱਧ ਤਾਂ ਨਿਕਲਦਾ ਨਹੀਂ, ਟਾਈਮ ਪਾਸ ਜ਼ਰੂਰ ਹੋ ਜਾਂਦਾ। ਗੱਜ ਕੇ ਬੋਲੋ। ਕਈ ਹੈ ਇਸ ਤਰ੍ਹਾਂ ਹੀ ਟਾਈਮ ਪਾਸ ਕਰਦੇ ਆ। ਬਾਣੀ ਪੜ੍ਹ ਕੇ ਕਰੋ, ਭਜਨ ਕਰਕੇ। ਜੇ ਕਿਸੇ ਨੂੰ ਕਲਮ ਦੀ ਬੁੱਧੀ ਦੀ ਸ਼ਕਤੀ ਦਿੱਤੀ ਆ, ਸਾਰੀ ਕੌਮ ਨਸ਼ੇ ਨੇ ਤਬਾਹ ਕਰ ਦਿੱਤੀ, ਫੈਸ਼ਨਾਂ ਨੇ ਤਬਾਹ ਕਰ ਦਿੱਤੀ। ਘਰ ਘਰ ਡਿਵੋਰਸ, ਜੰਮਦੀਆਂ ਕੁੜੀਆਂ ਮਾਰੀ ਜਾਂਦੇ, ਦਾਜ ਦਹੇਜਾਂ ਦੀਆਂ ਗੰਦੀਆਂ ਲਾਹਨਤਾਂ, ਆਤਮ ਘਾਤ ਦੀਆਂ ਬਿਮਾਰੀਆਂ, ਏਡ ਦੀਆਂ ਬਿਮਾਰੀਆਂ। ਸਾਧ ਸੰਗਤ ਜੀ, ਮਾਰ ਮਾਰ ਛਾਲਾਂ ਆ ਰਹੀਆਂ ਨੌਜਵਾਨਾਂ ਦੇ ਅੰਦਰ। 85% ਸਾਡੇ ਪੰਜਾਬ ਦੇ ਅੰਦਰ ਬੱਚੇ ਨਸ਼ਈ ਹੋ ਚੁੱਕੇ, 75% ਕੁੜੀਆਂ। ਉਹ ਬਿਮਾਰੀ ਇੱਧਰ ਨੂੰ ਵੀ ਛੂਤ ਦੀ ਆ ਰਹੀ ਹੈ, ਕਿਉਂਕਿ ਆਪਣਾ ਸੰਬੰਧ ਚੱਲਦਾ ਹੀ ਹੈ ਦੋਹਾਂ ਦੇਸਾਂ, ਜਿੱਥੇ ਵੀ ਅਸੀਂ ਬੈਠੇ ਹਰ ਪਾਸੇ। ਸੋ ਇਸ ਕਰਕੇ ਅੱਜ ਕੌਮ ਜਿਹੜੀ ਬਹੁਤ ਵੰਡੀਆਂ 'ਚ ਵੰਡਦੀ ਜਾ ਰਹੀ। ਛੋਟੀਆਂ ਛੋਟੀਆਂ ਸੰਸਥਾ, ਛੋਟੀਆਂ ਛੋਟੀਆਂ ਸੁਸਾਇਟੀਆਂ ਇੰਨੀਆਂ ਬਣ ਗਈਆਂ। ਕਹਿੰਦੇ 12 ਮੈਂ ਜੋਗੀ ਖੱਪ ਜਾਵੇ, ਸੰਨਿਆਸੀ 6-4। ਜੋਗੀ ਤਾਂ 12 ਪੰਥ ਸੀਗੇ, ਸੰਨਿਆਸੀਆਂ ਦੇ 10 ਸੀ, ਮੁਸਲਮਾਨ 72 ਫਿਰਕੇ। ਹੁਣ ਸਾਡੇ ਅੰਤੇ ਕੋਈ ਨਹੀਂ। ਜਿਹੜਾ ਜਾਂਦਾ ਸਾਧ ਸੰਗਤ ਜੀ ਆਪੋ ਆਪਣੇ ਬਣਾਈ ਜਾਂਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਬੈਠੇ ਸੀ, ਕਹਿੰਦੇ ਅਫਸੋਸ ਅਫਸੋਸ ਅਫਸੋਸ। ਕਹਿੰਦੇ ਪਾਤਸ਼ਾਹ ਆਪਦੀ ਰਸਨਾ ਤੋਂ ਗੁਰੂ ਨਾਨਕ ਸਾਹਿਬ ਗੱਦੀ। ਕਹਿੰਦੇ ਭਾਈ ਇਹ ਗੁਰੂ ਨਾਨਕ ਨੇ ਸਿੱਖੀ ਦਾ ਜਹਾਜ਼ ਬਣਾਇਆ ਸੀ, ਬੇੜਾ ਫੁੱਟ ਗਿਆ। ਕਹਿੰਦੇ ਮਹਾਰਾਜ ਉਹੀ ਜੋਤ ਆ, ਇਹਨੂੰ ਫੇਰ ਕਾਇਮ ਕਰ ਦਿਓ। ਕਹਿੰਦੇ 10ਵੇਂ ਜਾਮੇ ਕਰਾਂਗੇ। 10ਵਾਂ ਜਾਮਾ ਕਰ ਗਿਆ, ਫੇਰ ਮਿਸਲਾਂ ਬਣੀਆਂ, ਖਾਲਸਾ ਰਾਜ ਆਇਆ। ਉਹ ਬੇੜਾ ਉਦੋਂ ਦਾ ਇਹੋ ਜਿਹਾ ਟੁੱਟਾ ਹੋਇਆ। ਬਾਬਾ ਵੀਰ ਸਿੰਘ ਵੀ ਤੋਪਾਂ ਦੇ ਗੋਲੇ ਨਾ ਉੜੇ। ਤੇ ਬਾਬਾ ਵੀਰ ਸਿੰਘ ਨੇ ਕਿਹਾ ਸੀ, ਜੱਟ ਜੱਟ, ਨਾਈ ਨਾਈ, ਚੀਰ ਚੀਰ, ਮੋਚੀ ਮੋਚੀ। ਮਹਾਰਾਜ ਨੇ ਅੰਮ੍ਰਿਤ ਛਕਾ ਕੇ ਖਾਲਸੇ ਬਣਾਏ ਸੀ। ਅਸੀਂ ਜਾਤਾਂ ਪਾਤਾਂ 'ਚ ਫੇਰ ਵੰਡ ਗਏ ਤੇ ਗੁਰਦੁਆਰੇ ਜਾਤਾਂ ਦੇ ਨਾਂ ਤੇ ਬਣਨੇ ਸ਼ੁਰੂ ਹੋ ਗਏ। ਆ ਬੋਰਡ ਲੱਗੇ ਹੋਏ ਆ, ਆਪਣਾ ਇਲੈਕਸ਼ਨ ਤੇ ਖੜੇ ਆ। ਜਿਹੜਾ ਸਿੱਖਾਂ ਦਾ ਬੱਚਾ ਨਾਲ ਸਿੰਘ ਸ਼ਬਦ ਨਹੀਂ ਲਿਖਦਾ ਤੇ ਬੀਬੀ ਕੌਰ ਨਹੀਂ ਲਿਖਦੀ। ਵਿਆਹ ਹੁੰਦਾ ਕਾਰਡ ਛਪਦਾ, ਦਵਿੰਦਰ ਬਿੰਦਰ ਰਵਿੰਦਰ। ਇਹ ਨਹੀਂ ਪਤਾ ਕੁੜੀ ਕਿਹੜੀ ਆ ਤੇ ਮੁੰਡਾ ਕਿਹੜਾ। ਗੱਜ ਕੇ ਬੋਲੋ। ਮੁੰਡੇ ਦੀ ਮੁੰਡੇ ਨਾਲ ਸ਼ਾਦੀ ਹੋ ਰਹੀ ਆ ਕਿ ਕੁੜੀ ਦੀ ਕੁੜੀ ਨਾਲ ਹੋ ਰਹੀ ਹੈ। ਜਿਹਦਾ ਸਿੰਘ ਹੋਵੇ, ਕੌਰ ਹੋਵੇ, ਤਾਂ ਹੀ ਪਤਾ ਲੱਗੇ। ਤੰਦ ਨਹੀਂ ਟੁੱਟੇ, ਤਾਣੀਆਂ ਟੁੱਟੀਆਂ ਹੋਈਆਂ। ਜਿਹੜਾ ਗੰਢਣ ਗੰਢੀ ਹੈ। ਹੁਣ ਤਾਂ ਪਾਤਸ਼ਾਹ ਅੱਗੇ ਅਰਦਾਸ ਆ, ਹੁਣ ਭਾਲ ਬਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ, ਕੂੜ ਅਮਾਵਸ ਸੱਚ ਚੰਦਰਮਾ, ਦੀਸਾ ਨਾਹੀਂ ਕਹਿ ਚੜਿਆ। ਉਹ ਹਾਲਤ ਬਣਦੀ ਜਾ ਰਹੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਬਾਕੀ ਸਾਰੀਆਂ ਕੌਮਾਂ ਕਿੰਨੀ ਤਰੱਕੀ ਪ੍ਰਗਤੀ ਵੱਲ ਜਾ ਰਹੀਆਂ, ਪਰ ਸਾਡੀ ਕੌਮ ਕਿਉਂ ਮਾਰ ਖਾ ਰਹੀ? ਸਿੱਖ ਬਹਾਦਰ ਆ। ਸਿੱਖਾਂ ਨੇ ਦੁਨੀਆ ਦੇ ਜੰਗਲ ਕੱਟ ਕੱਟ ਆਬਾਦ ਕੀਤੇ, ਸਿੱਖਾਂ ਦੀਆਂ ਕੁਰਬਾਨੀਆਂ ਵਾਧਿਆ। ਸਿੱਖਾਂ ਨੇ ਬੜੇ ਬੜੇ ਮਹਾਂਪੁਰਖ, ਸੂਰਮੇ, ਦਾਨੀ, ਤਿਆਗੀ ਪੈਦਾ ਕੀਤੇ। ਔਰ ਸਿੱਖਾਂ ਨੇ ਬੜੇ ਬੜੇ ਡਾਕਟਰ, ਫਿਲਾਸਫਰ, ਸੰਗੀਤਕਾਰ ਪੈਦਾ ਕੀਤੇ। ਸਿੱਖਾਂ ਨੇ ਬੜ ਬੜੀਆਂ ਲੜਾਈਆਂ ਦੇ ਵਿੱਚ ਵਿਜੈ ਪ੍ਰਾਪਤ ਕੀਤੀ। ਮਾਰ ਕਿਉਂ ਖਾ ਰਹੇ ਆ? ਇੱਕ ਤਾਂ ਸ਼ਰਾਬ ਦੀ ਬੋਤਲ ਨਹੀਂ ਖੜਾ ਛੱਡਦੇ, ਦੂਜਾ ਫੁੱਟ ਬਹੁਤ ਹੈ, ਤੀਜਾ ਕਿਸੇ ਸਿਆਣੇ ਨੂੰ ਪੱਲੇ ਨਹੀਂ ਬੰਨ੍ਹਦੇ। ਗੱਜ ਕੇ ਬੋਲੋ। ਸਿਆਣੇ ਦੀ ਖਿੱਲੀ ਉਡਾਉਂਦੇ ਆ। ਜੇ ਕਿਸੇ ਸੂਝਵਾਨ ਬੰਦੇ ਤੋਂ ਗਾਈਡਲਾਈਨਸ ਲੈ ਕੇ ਤੁਰਾਂਗੇ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਗਿਆਨ ਦਾ ਭੰਡਾਰ ਆ, ਪਰ ਇਸ ਗਿਆਨ ਨੂੰ ਦੇਣ ਵਾਲੇ ਵੀ ਚਾਹੀਦੇ ਆ ਕਿ ਨਹੀਂ? ਗੁਰੂ ਗ੍ਰੰਥ ਸਾਹਿਬ ਮਹਾਨ ਆ, ਇਹਦੀ ਮਹਾਨਤਾ ਕੋਈ ਦੱਸੂਗਾ ਤੇ ਪਤਾ ਲੱਗੇਗਾ। ਇਹਦੇ ਸਤਿਕਾਰ ਦਾ, ਇਹਦੇ ਪਿਆਰ ਦਾ, ਇਹਦੀ ਸੇਵਾ ਦਾ, ਹਾਂਜੀ, ਫੇਰੇ ਸਾਨੂੰ ਸਿੱਖਿਆ ਮਿਲੇਗੀ ਦੀ ਸੇਵਾ ਕਿਵੇਂ ਕਰਨੀ। ਆਮ ਬੰਦਾ ਤੇ ਪ੍ਰਕਾਸ਼ ਵੀ ਨਹੀਂ ਕਰ ਸਕਦਾ, ਸੁੱਖ ਆਸਣ ਵੀ ਨਹੀਂ, ਆਦਬ ਸਤਿਕਾਰ ਨਹੀਂ, ਧੂਫ ਬੱਤੀ ਕਰਨੀ, ਭੋਗ ਲਵਾਉਣਾ, ਬਾਹਰੀ ਪੂਜਾ ਕਰਨੀ ਆ, ਪਾਠ ਮਰਜ਼ਾਦਾ ਕਰਨੀ, ਸੰਥਾ ਪੰਥਾ ਹਰ ਚੀਜ਼ ਜਿਹੜੀ ਹੈ ਫੇਰ ਵੀ ਕਿਸੇ ਨਾ ਕਿਸੇ ਤੋਂ ਸਿੱਖਣੀ ਪਊਗੀ।
सानू आया नू अद्धी सदी हो गई है, हाले भी कई बार डरी दा महाराज तो तरास तरा तुहाडी सेवा कोई फर्क ना रहे। संगत अगे भी हाथ जोड़ के खड़ी दा, कोई संगत दा तिरस्कार ना हो जाए, कोई असीं गुरमत तो उल्ट काम ना कर बैठे। सो इस करके गुरमुख प्यारिओ, ये तो बहुत सूझ बूझ दा मार्ग है। कबीर साहब कहते हैं, जब किस जाने ने तब सुख नींद बिहाए, अब जो बूझा बूझना पूरी परी बुलाए। कहते जे जानते ना कुछ भी, खा लिया सौ लिया इन्ना जीवन सी। कहते जिदन दा हुण सूझ आई है, एक एक पैर सोच के रखना पैंदा, इन्नी समझदारी दे नाल चलना पैंदा। साडी सारिਆਂ नालों छोटी कौम आ, वो भी सारे देशों में खिलरी हुई है। देशों का वातावरण दिनों दिन बिगड़ता जा रहा, हालात इन्ने गंभीर होंदे जा रहे हैं। ते जे तुसीं एक दूए दी लत्तां खिंचांगे, कल नूं संकट की घड़ी आ गई ते दसो कौन संभालेगा। हिंदुस्तान की गुलामी का कारण यही सी, वो जिहड़े बड़े बड़े रजवाड़े सी एक दूए दे लत्तां खिंचदे। जय चंद ने अपनी किरड़ कढण लई 850 साल मुगलों की झोली च हिंदुस्तान पाता। फिर 3 सदियां तो बाद गोरियां दे रहा, फिर नौजवान कालजां दे मुंडे उठे पढ़े लिखे हैं, उन्हीं उठ के अंदोलन शुरू किए। भगत सिंह, ऊधम सिंह आदि होर किन्ने क गिणा ते साध सिंह। ये नहीं कि गांधी दे चरखे नाल राज मिल गया, पता नहीं कि खालसियां नूं किन्ना कु खून हुण तक डोलना पिया। ये आजादी दे आनंद होके नहीं, आजादी दिवाउण वाला कौन है ते आजादी दीआं बहारां लुटण वाला कौन है, ये गल असीं समझदे नहीं। जे समझ विच आ जाए तो असीं जथेबंद होके तुर पईए। आ 84 च की कुछ होया, की कुछ हो रहा है, हाले भी समझ नहीं। इन्ना कुछ होने के बावजूद भी शराबां, भंगड़े, नाच मुजरे, डांस, क्लबां पब्बां च हाले भी असीं समझे नहीं। अब ना भजस भजस का भाई आवे अंत ना भजिया जाई। समझण की कोशिश करो, नहीं तो फिर जन भगत नूं को कहो ना मानो ते फिर कीतो आपनों पई है, भोगना पैंदा है। सियाणा बंदा तां कह जांदा। सानू सियाणियां ने सिक्ख्या दित्ती महापुरखां ने, आप ते भावें उन्ने सियाणे नहीं, पर सियाणियां को बैठदे हुंदे सी। गज के बोलो, सियाणे को बहना भी थोड़ी थोड़ी अकल आ जांदी है। सियाणे पुरुषां दी 100 मूर्खां नालों एक सियाणे दी संगत करनी चंगी है। और उन्हां बंदियां दी सिੱਖਿਆ सुनो ਜਿਹੜੇ ਤੁਹਾਡੇ ਏਕਤਾ ਕਰਦੇ ਆ, ਜਿਹੜੇ ਤੁਹਾਨੂੰ ਪਾੜਦੇ ਆ, ਲੀਰੋ ਲੀਰ ਕਰਦੇ ਆ, ਚਾਹੇ ਧਰਮ ਦੇ ਨਾਂ ਤੇ ਹੈ, ਚਾਹੇ ਧਰਮ ਸ਼ਾਸਤਰਾਂ ਦੇ ਨਾਂ ਤੇ ਹੈ, ਚਾਹੇ ਮਰਜ਼ਾਦਾ ਦੇ ਨਾਂ ਤੇ ਹੈ। ਉਹਨਾਂ ਤੋਂ ਕਿਨਾਰਾ ਕਸ਼ੀ ਕਰੋ, ਸਾਵਧਾਨੀ ਨਾਲ ਚੱਲੋ। ਇੱਕ ਸੂਈ ਹੁੰਦੀ ਹੈ, ਇੱਕ ਕੈਂਚੀ ਹੁੰਦੀ ਹੈ। ਸੂਈ ਤਾਂ ਦਰਜੀ ਨੇ ਪੱਗ ਤੇ ਟੰਗੀ ਹੁੰਦੀ ਹੈ, ਕੈਂਚੀ ਪੈਰਾਂ 'ਚ ਰੁਲਦੀ ਹੈ। ਕੈਂਚੀ ਲੀਰਾਂ ਕਰਦੀ ਹੈ, ਉਹ ਸੀਂਦੀ ਹੈ। ਇਹ ਨੁਕਤਾ ਸਿੱਖੋ। ਇੱਕ ਛੱਜ ਹੁੰਦਾ, ਕਿ ਛਾਨਣੀ ਹੁੰਦੀ ਹੈ। ਛੱਜ ਕੀ ਕਰਦਾ, ਰੁਆੜੀ ਪੈਜੀ ਕੱਢ ਕੇ ਬਾਹਰ ਘੁੰਡੀਆਂ ਸੜਦਾ, ਤੇ ਛਾਨਣੀ ਦਾਣੇ ਛਾਣ ਦਿੰਦੀ ਹੈ, ਰੋੜ ਰੱਖ ਲੈਂਦੀ ਹੈ। ਛੱਜ ਵਾਂਗੂ ਬਰਾਈ ਕੱਢ ਕੇ ਬਾਹਰ ਸੁੱਟਿਓ, ਤੇ ਛਾਨਣੀ ਵਾਂਗੂ ਰੋੜ ਕੰਕਰ ਨਾ ਸਾਂਭ ਕੇ ਰੱਖ ਲਿਓ। ਇਹ ਨੁਕਤਾ ਅੱਜ ਲੈ ਕੇ ਜਾਣਾ ਅਤੇ ਇਸੇ ਦਾ ਅੱਗੇ ਪ੍ਰਚਾਰ ਕਰਨਾ। ਮੈਂ ਜਾਂ ਸੋਧੀ ਰੋਜ਼ ਤੁਹਾਡੇ ਦਰਮਿਆਨ ਨਹੀਂ ਆ ਸਕਦੇ, ਜਾਂ ਹੋਰ ਮਹਾਂਪੁਰਖ। ਦੁਨੀਆ ਕਿੱਥੇ ਤੱਕ ਹੈ, ਸਾਰੇ ਘੁੰਮਣਾ ਹੋਇਆ, ਸਾਰੇ ਜਾਣਾ ਹੋਇਆ। ਆਪਣਾ ਦੇਸ਼ ਹੀ ਬਹੁਤ ਹੈ ਪ੍ਰਚਾਰ ਲਈ, ਬਹੁਤ ਔਖਾ ਹੈ। ਪਰ ਚੰਦ ਦਿਨ ਆ ਜਿਹੜੀ ਸਿੱਖਿਆ ਬਾਣੀ ਦੇ ਆਧਾਰ ਤੇ ਦਿੱਤੀ ਜਾਂਦੀ ਹੈ, ਇਹਨੂੰ ਗ੍ਰਹਿਣ ਵੀ ਕਰੋ, ਚੇਤੇ ਵੀ। ਪਰਿਵਾਰ ਚ ਲਿਆਓ, ਰਿਸ਼ਤੇਦਾਰਾਂ, ਮਿੱਤਰਾਂ, ਕੌਮ ਤੱਕ ਲਿਜਾਓ, ਫੇਰ ਚੜ੍ਹਦੀ ਕਲਾ ਹੋਏਗੀ। ਸਾਰੇ ਪ੍ਰਚਾਰਕ ਬਣ ਜਾਓ, ਬਣੋ ਨੇਕੀ ਦੇ। ਜੇ ਕਿਸੇ ਨੂੰ ਵਿਦਵਤਾ ਦਿੱਤੀ ਹੈ, ਉਹ ਆਪਣੀ ਕਲਮ ਨੂੰ ਕੌਮ ਦੀ ਚੜ੍ਹਦੀ ਕਲਾ, ਬੁਰਾਈ ਛਡਾਉਣ ਵਾਲੇ ਪਾਸੇ, ਨਸ਼ੇ ਛਡਾਉਣ ਵਾਲੇ, ਕੁਕਰਮ ਛਡਾਉਣ ਵਾਲੇ, ਹਾਂਜੀ, ਚੰਗਾ ਆਚਾਰ ਪੈਦਾ ਕਰਨ ਲਈ ਲਿਖੋ, ਚੰਗਾ ਜੀਵਨ ਬਣਾਉਣ ਲਈ, ਗੁਰਸਿੱਖੀ ਵਧਾਉਣ ਲਈ, ਸ਼ਰਧਾ ਭਗਤੀ, ਪ੍ਰੇਮਾ ਭਗਤੀ, ਗਿਆਨ ਦਾ, ਧਰਮ ਦਾ, ਸਿੱਖ ਦੀ ਆਰਥਿਕ ਦਸ਼ਾ ਨੂੰ, ਰਾਜਨੀਤਿਕ, ਸਮਾਜਿਕ, ਵਿਵਹਾਰਕ ਦਸ਼ਾ, ਪਰਮਾਰਥੀ ਦਸ਼ਾ ਨੂੰ ਮਹਾਨ ਬਣਾਉਣ ਵਾਸਤੇ ਲਿਖੋ। ਜਿੰਨਾ ਲਿਖਣਾ, ਅਸੀਂ ਉਹਨਾਂ ਵਿਦਵਾਨਾਂ ਦਾ ਸਤਿਕਾਰ ਕਰਾਂਗੇ, ਉਹਨਾਂ ਨੂੰ ਸਟੇਜਾਂ ਦੇ ਸਰੂਪੇ ਵੀ ਦੇਵਾਂਗੇ। ਤੇ ਜਿਹੜੇ ਕੌਮ ਨੂੰ ਲੀਰੋ ਲੀਰ ਕਰਦੇ ਆ, ਉਹਨਾਂ ਨੂੰ ਗੁਰੂ ਮਹਾਰਾਜ ਨਹੀਂ ਬਖਸ਼ਣਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆ ਹੁਣ ਸ਼ਬਦ ਸਾਰੇ ਗੱਜ ਵੱਜ ਕੇ ਬੋਲਿਓ ਤਿੰਨਾਂ ਹਿੱਸਿਆਂ 'ਚ, ਤੇ ਉਹ ਤੋਂ ਬਾਅਦ ਫਿਰ ਆਪ ਜੀ ਤੋਂ ਛੁੱਟੀ ਲੈਣੀ ਹੈ ਤੇ ਖਿਮਾ ਵੀ, ਕਿਉਂਕਿ ਫਿਰ ਮੇਰੀ ਫਲਾਈਟ ਹੈ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ। ਤੇ ਸੋਧੀ ਸਾਹਿਬ ਜੀ ਦਾ, ਪ੍ਰਬੰਧਕਾਂ ਦਾ, ਸਾਰੀਆਂ ਸੰਗਤਾਂ ਦਾ
ਨਿਹੰਗ ਸਿੰਘ ਜੀ, ਸਾਰੇ ਸੇਵਾਦਾਰ ਛੋਟੇ ਵੱਡੇ ਸਾਰਿਆਂ ਦਾ, ਦੇਸ਼ ਵਾਸੀਆਂ ਦਾ, ਪ੍ਰਦੇਸ਼ ਵਾਲਿਆਂ ਦਾ, ਤੁਸੀਂ ਇਹਨਾਂ ਦੇ ਨਿਸ਼ਾਨ ਚਲਾਏ ਹੈ। ਗੁਰਦੁਆਰੇ ਸੰਗਤ ਪੰਗਤ ਦੀ ਪ੍ਰਥਾ ਤੇ ਗਿਆਨੀ ਸਿੰਘ ਜਿੰਨੇ ਆ ਕੇ ਇੱਥੇ ਧਰਮ ਪ੍ਰਚਾਰ ਕਰਦੇ ਆ। ਟਕਸਾਲ ਵਾਲੇ ਸਿੰਘਾਂ ਨੂੰ ਵੀ ਇਹ ਨਿਮਰਤਾ ਸਹਿਤ ਹੀ ਪ੍ਰੇਰਨਾ ਕਰਾਂਗਾ ਕਿ ਤੁਸੀਂ ਵੀ ਫੁੱਟ ਦਾ ਸ਼ਿਕਾਰ ਨਾ ਹੋ। ਉੱਥੇ ਬਲੈਚ ਵੀ ਬੜਾ ਇਕੱਠੇ ਕਰਦੇ ਆਏ ਆ, ਗੁਰਮੁਖੋ ਸਤਿਕਾਰ ਘਟੂਗਾ। ਇੱਥੇ ਵੀ ਰਲ ਮਿਲ ਕੇ ਚੱਲੋ। ਖਾਬ ਹੈ ਖਰਚ ਹੈ ਰਲ ਮਿਲ ਭਾਈ, ਟੋਟ ਨਾ ਵੱਧ ਹੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਦਿਆਰ। ਰਲ ਮਿਲ ਕੇ ਚੱਲੋ, ਪ੍ਰੇਮ ਨਾ ਚੱਲੋ। ਮਹਾਰਾਜ ਨੇ ਕੌਤਕ ਕੀਤਾ ਸੀ ਨਾ, ਚੌਲ ਬਣਾਏ, ਇੱਕ ਦਿਨ ਕੁੱਤੇ ਛੱਡਤੇ। ਉਹ ਖਾਣਾ ਦਾ ਕੀ, ਕੁੱਤੇ ਦਾ ਕੁੱਤਾ ਪੈਰੀ ਵੱਡ ਵੱਡ ਲਹੂ ਲੁਹਾਨ ਹੋ ਗਿਆ। ਦੂਏ ਦਿਨ ਹਰਨ ਛੱਡੇ, ਉਹ ਢਿੱਡ ਭਰ ਕੇ ਚਲਾ ਗਿਆ ਪੂਛਾਂ ਲਾਉਂਦੇ। ਮਹਾਰਾਜ ਕਹਿੰਦੇ ਜੇ ਤਾਂ ਇਉਂ ਹਰਨ ਵਾਲੀ ਬਿਰਤੀ ਧਾਰੋਗੇ ਨਾ, ਏਕਤਾ ਵਾਲੀ, ਢਿੱਡ ਭਰੋਗੇ, ਮੌਜਾਂ ਲੁਟੋਗੇ। ਤੇ ਜੇ ਕੂਕਰ ਬਿਰਤੀ ਧਾਰੀ, ਹੱਥ ਲੋ ਲਹੂ ਲੁਹਾਨ ਹੋ ਗਿਆ ਵੱਡ ਵੱਡ ਕੇ। ਏਕਤਾ ਸਿੱਖਿਓ, ਇਤਫਾਕ ਸਿੱਖਿਓ, ਰਲ ਮਿਲ ਕੇ ਚੱਲਣਾ ਸਿੱਖਿਓ। ਦਸਮ ਪਾਤਸ਼ਾਹ ਤਾਂ ਬਹੁਤ ਕੁਝ ਕਰਕੇ ਗਏ, ਸਾਨੂੰ ਸਮਝਾ ਕੇ ਗਏ, ਕਿਰਪਾ ਕਰਕੇ ਗਏ ਆ। ਹੁਣ ਦੇਖੋ ਬਾਣੀ ਚ ਹੈ, ਗੁਰਮੰਤਰਹੀਣ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟ ਕੂਕਰਿਆ ਸੂ, ਕਿੰਨੇ ਕਰੜੇ ਸ਼ਬਦ। ਜੇ ਕਹੀਏ ਮਹਾਰਾਜ ਨੇ ਇਹ ਕਿਉਂ ਲਿਖਿਆ, ਅਸੰਖ ਮੂਰਖੰਦ ਘੋਰ, ਸੰਖ ਚੋਰ ਹਰਾਮ ਖੋਰ। ਮਹਾਰਾਜ ਨੇ ਜੋ ਲਿਖਿਆ ਸਹੀ ਲਿਖਿਆ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਹੂੰ ਆਪਹੁ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੋ ਹੁਕਮ ਆ। ਹੁਕਮ ਦੇ ਉੱਤੇ ਕੋਈ ਕਿੰਤੂ ਪਰੰਤੂ ਹੁੰਦੀ ਹੀ ਨਹੀਂ। ਸੋਨੇ ਦੇ ਉੱਤੇ ਕਦੀ ਮਲਮਾ ਨਹੀਂ ਜੇ ਚੜਦਾ। ਗੱਜ ਕੇ ਬੋਲੋ। ਜਿੰਨਾ ਮਰਜੀ ਜ਼ੋਰ ਲਾਈ ਜਾਂਦੇ ਆ, ਬਾਣੀ ਬਾਣੀ ਰਹਿਣੀ ਹੈ। ਬਾਣੀ ਦੇ ਕਰਤੇ ਨੇ ਉਹੀ ਰਹਿਣਾ, ਮਹਾਨਤਾ ਰਹਿਣੀ। ਦੇਖੋ ਤੋਜ ਕੇ ਜਹਾਂਗੀਰੀਆ ਸੋਧੀ ਸਾਹਿਬ, ਜਹਾਂਗੀਰ ਮੌਕੇ ਦਾ ਡਿਕਟੇਟਰ ਬਾਦਸ਼ਾਹ, ਉਹ ਗੁਰੂ ਅਰਜਨ ਸਾਹਿਬ ਨੂੰ ਲਿਖਦਾ ਕਿ ਬਿਆਸ ਦੇ ਕਿਨਾਰੇ ਅਰਜਨਵਾਲ ਨਾਮ ਦਾ ਧਾੜਵੀ ਰਹਿੰਦਾ, ਡਾਕੂ ਰੱਖੇ ਹੈ, ਭੋਲੇ ਪਾਲੇ ਮੁਸਲਮਾਨ ਹਿੰਦੂ ਵੀ ਵਾਹ ਕਰਦਾ। ਇਹ ਕੁਫਰ ਦੀ ਦੁਕਾਨ ਮੈਂ ਬੰਦ ਕਰਨੀ, ਮੁਰਤਿਆ ਹਨ ਵਾਲੇ, ਇੰਨੀ ਸਜ਼ਾ, ਇੰਨਾ ਜੁਰਮਾਨਾ, ਜਾਂ ਮੁਸਲਮਾਨ ਹੁਣ ਕਰਾਮਾਤ। ਇਹ ਲਿਖਿਆ ਉਹ ਪਤਾ ਨਹੀਂ ਕਿਹੜੀ ਲਾਇਬ੍ਰੇਰੀ ਚ ਸੇਂਕ ਉਹਨੂੰ ਖਾਂਦੀ ਹੋਣੀ ਆ। ਤੇ ਦੂਏ ਪਾਸੇ ਭੱਟਾ ਨੇ ਵੀ ਲਿਖਿਆ, ਰਚਨਾ ਇੱਕੋ ਹੀ ਟਾਈਮ ਦੀ ਹੈ, ਸੁਣੋ ਧਿਆਨ ਨਾਲ। ਅੰਤ ਨਾ ਪਾਵ ਦੇਵ ਸਭੈ, ਮੁਨ ਇੰਦਰ ਮਹਾਸਿਵ ਜੋਗ ਕਰੀ, ਫੁਨ ਬੇਦ ਬਰਾਂਚ ਵਿਚਾਰ ਰਹਿਓ, ਹਰ ਜਾਪ ਨ ਛਾੜਿਓ ਇਹ ਕਰੀ, ਮਥਰਾ ਜਨ ਕੋ ਦੀਨ ਦਿਆਲ ਹੈ, ਸਭ ਸੰਗਤ ਸ੍ਰੇਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਸੋ ਅਰਜਨ ਮਾਹਿ। ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾ ਰਿਹਾ, ਚੌਰ ਹੋ ਰਿਹਾ, ਉੱਥੇ ਭੱਟਾਂ ਦੀ ਬਾਣੀ ਤੇ ਵੀ ਹੋ ਰਿਹਾ। ਜਹਾਂਗੀਰ ਦੀ ਜਿਹੜੀ ਰਚਨਾ ਲਾਇਬ੍ਰੇਰੀ ਪਈ, ਉਹਨੂੰ ਪੁੱਛਦਾ ਕੋਈ ਨਾ। ਮੌਕੇ ਦਾ ਬਾਦਸ਼ਾਹ, ਭੱਟ ਵਿਚਾਰੇ ਗਰੀਬ ਸੇਵਾਦਾਰ ਆ। ਇਸ ਤਰ੍ਹਾਂ ਬਹੁਤ ਲੋਕ ਲਿਖੀ ਜਾਂਦੇ ਆ, ਉਹਦਾ ਕੋਈ ਮੁੱਲ ਨਹੀਂ, ਬੋਲੀ ਜਾਂਦੇ ਆ। ਕਾਮਾਂ ਰੋਲੀ ਪਾਉਂਦੇ ਆ, ਉਹਦਾ ਕੀ ਮੁੱਲ ਆ? ਕਾਮਾਂ ਦੇ ਗਏ ਢੱਗੇ ਨਹੀਂ ਮਰਦੇ। ਬਹੁਤਾ ਫਿਕਰ ਕਰਨ ਦੀ ਵੀ ਲੋੜ ਨਹੀਂ ਹੁੰਦੀ। ਪਰ ਗੁਰਬਾਣੀ ਦੇ ਉੱਤੇ ਮਲਮਾ ਨਹੀਂ ਜੇ ਚੜਦਾ। ਇਹ ਸੱਚੇ ਪਾਤਸ਼ਾਹ ਦੀ ਆਪਣੀ ਰਚਨਾ, ਉਹ ਆਪਣੀ ਬਾਣੀ ਦੇ ਮਾਲਕ ਆਪ ਆ, ਤੇ ਸਾਨੂੰ ਫਿਕਰ ਕਾਹਦਾ? ਕਈ ਕਹਿੰਦੇ ਜੀ ਆਹ ਗ੍ਰੰਥ ਫਲਾਨਾ। ਮੈਂ ਕਿਹਾ ਬਾਣੀ ਨੇ ਸਾਡੀ ਰੱਖਿਆ ਕਰਨੀ, ਕਸੀ ਬਾਣੀ ਦੀ। ਹਾਂ, ਸੇਵਾ ਸੰਭਾਲ ਕਰਨੀ ਉਹ ਸਾਡਾ ਫਰਜ਼ ਹੈ। ਜਿੰਨੀ ਕੋਈ ਕੀਮਤੀ ਚੀਜ਼ ਹੁੰਦੀ ਹੈ, ਉਹਦੀ ਸੇਵਾ ਸੰਭਾਲ ਵੀ ਉਤਨੇ ਇਹਤਿਆਤ ਨਾਲ ਹੁੰਦੀ ਹੈ। ਹੀਰਾ ਮੂਰਖ ਨੂੰ ਦੇ ਦਿਓ ਜਾਂ ਕਮਜ਼ੋਰ ਬੰਦੇ ਨੂੰ, ਦੋ ਚਪੇੜਾਂ ਮਾਰ ਖੋ ਕੇ ਲੈ ਜਾਓ। ਉਹ ਰਾਜਾ ਹੀ ਕੋ ਰੱਖ ਸਕਦਾ, ਮਾੜਾ ਹੀਰਾ ਕਿੱਥੋਂ ਰੱਖ? ਇਸ ਕਰਕੇ ਜਿੰਨੀ ਕੋਈ ਕੀਮਤੀ ਚੀਜ਼, ਉਹਦੀ ਸੰਭਾਲ ਵੀ ਉਤਨੀ ਵੱਡੀ। ਇਹ ਮਨੁੱਖ ਜਨਮ ਵੱਡਾ ਕੀਮਤੀ ਹੈ। ਇਹਦੀ ਸੰਭਾਲ ਵਾਸਤੇ ਸਾਨੂੰ ਬੜੀ ਇਹਤਿਆਤ ਵਿਚਾਰ ਦੇ ਨਾਲ ਚੱਲਣਾ ਚਾਹੀਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਲੋ ਗੱਜ ਵੱਜ ਕੇ ਬੋਲੋ ਭਾਈ। ਇੱਕ ਨਾਨੂੰ ਸੋਝੀ ਆ ਗਈ ਆ, 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 ਇੱਕ ਨਾਨੂੰ ਸੋਝੀ ਆ ਗਈ ਆ। ਸੋਝੀ ਆ ਗਈ ਆ,
ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਇੱਕ ਫਿਰਦੇ ਬੇਪਰਵਾਹ, ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਇੱਕ ਨਾਨੂੰ ਸੋਝੀ ਆ ਗਈ ਆ, ਇੱਕ ਨਾਨੂੰ ਸੋਝੀ ਆ ਗਈ ਆ। ਸੋ ਪਰਮ ਪਵਿੱਤਰ ਸਾਧ ਸੰਗਤ ਜੀ, ਵਿਚਾਰ ਲੈ ਕੇ ਤੁਰੋ, ਵਿਚਾਰ ਦੇ ਸਹਿ ਚੱਲੋ। ਜੇ ਸਾਡੇ ਅੰਦਰ ਕਿਸੇ ਦੇ ਕਮਜ਼ੋਰੀ ਵੀ ਹੈ, ਬਹਿਸ ਝਗੜਿਆਂ ਦੀ ਲੋੜ ਨਹੀਂ। ਪ੍ਰੇਮ ਪਿਆਰ ਨਾਲ ਵੀਰ ਜੀ, ਭੈਣ ਜੀ, ਮਾਤਾ ਜੀ, ਬਜ਼ੁਰਗ ਜੀ, ਆਪਾਂ ਕੌਮ ਵਿੱਚ ਫੁੱਟ ਨਾ ਪਾਈਏ, ਰਲ ਮਿਲ ਕੇ ਚੱਲੀਏ। ਕਈ ਪੰਥਕ ਮਸਲੇ ਆ ਜਿਹੜੇ ਬਹਿ ਕੇ ਵਿਚਾਰਨ ਯੋਗ ਹੁੰਦੇ ਆ, ਉਹ ਭੰਡੀ ਪ੍ਰਚਾਰ ਨਾਲ ਹੱਲ ਨਾ ਹੋਣੇ ਆ, ਨਾ ਹੋ ਸਕਦੇ। ਇਸ ਵਾਸਤੇ ਜੇ ਕਿਤੇ ਸ਼ੰਕਾ ਹੋਵੇ, ਸਾਰਿਆਂ ਨੂੰ ਰਲ ਮਿਲ ਕੇ ਬੈਠੋ, ਬਹਿ ਕੇ ਵਿਚਾਰੋ ਤੇ ਮਨ ਦੀਆਂ ਭ੍ਰਾਂਤੀਆਂ ਦੂਰ ਕਰੋ, ਫਿਰ ਚੜ੍ਹਦੀ ਕਲਾ ਹੀ ਹੈ। ਇੰਨੀਆਂ ਬੇਨਤੀਆਂ ਕਰਦੇ ਹੋਏ ਫਿਰ ਇੱਥੋਂ ਦੇ ਪ੍ਰਬੰਧਕ ਸੇਵਾਦਾਰ ਸੋਧੀ ਸਾਹਿਬ ਜੀ ਦਾ ਤੇ ਮਹਾਂਪੁਰਖਾਂ ਦੇ ਵਿਦਿਆਰਥੀ ਹੈ, ਉਹਨੇ ਦੇਖੋ ਕਿੰਨਾ ਉਦਮ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਦਾਸ ਤੇ ਵੀ, ਆਪ ਤੇ ਵੀ, ਸਾਰੀ ਕੌਮ ਦੀ, ਦੇਸ਼ ਦੀ, ਸਾਰੇ ਸੰਸਾਰ ਦਾ ਭਲਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਿਧਾਂਤ ਹੈ, ਉਹਨਾਂ ਦੇ ਪਾਵਨ ਚਰਨਾਂ ਦੇ ਛੋਹ ਨਾਲ ਪਵਿੱਤਰ ਹੋਈ ਨਗਰੀ ਸੁਲਤਾਨਪੁਰ ਲੋਧੀ, ਜਿੱਥੋਂ ਮਹਾਰਾਜ 4 ਉਦਾਸੀਆਂ ਕਰਕੇ ਸੰਦੇਸ਼ ਦੇਣ ਗਏ ਸੀ, ਤੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਧੂੜ ਲੈ ਕੇ ਤੁਹਾਡੇ ਚਰਨਾਂ 'ਚ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਹੀ ਪ੍ਰਚਾਰਨ ਲਈ ਆਉਣ ਦਾ ਇਸ ਭਾਗ ਮਿਲਿਆ। ਤੇ ਇਸ ਤਰ੍ਹਾਂ ਸਾਰੇ ਬਾਣੀ ਨੂੰ ਗ੍ਰਹਿਣ ਕਰੋ, ਸ਼ਬਦ ਨੂੰ, ਤੇ ਤੜਕੇ ਉਠੋ, ਇਸ਼ਨਾਨ ਕਰੋ, 1.5 ਘੰਟਾ ਸਵੇਰੇ, ਘੰਟਾ ਸ਼ਾਮ ਨੂੰ ਸਿਮਰਨ ਵੀ ਕਰੋ, ਤੇ ਨਿਤਨੇਮ ਵੱਧ ਤੋਂ ਵੱਧ ਖੰਡੇਵਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ। ਰੋਮਾਂ ਦੀ ਬੇਅਦਬੀ ਤਿਆਗੋ, ਨਸ਼ੇ ਆਪਸ ਵਿੱਚ ਏਕਤਾ ਇਤਫਾਕ ਕਰਕੇ ਚੱਲੋ, ਫਿਰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। 10ਵੇਂ ਗ੍ਰੰਥ ਵਿੱਚ ਕੁੱਲ ਕਿੰਨੀਆਂ ਬਾਣੀਆਂ ਹਨ? 10ਵੇਂ ਗ੍ਰੰਥ ਵਿੱਚ ਕੁੱਲ 14 ਬਾਣੀਆਂ ਹਨ। ਜਿਨ੍ਹਾਂ ਬਾਣੀਆਂ ਦੇ ਨਾਮ ਔਰ ਛੰਦਾਂ ਦੀ ਗਿਣਤੀ ਇਸ ਪ੍ਰਕਾਰ ਹੈ। ਨੰਬਰ 1 ਜਾਪ ਸਾਹਿਬ, ਇਸ ਦੇ 199 ਛੰਦ ਹਨ। ਨੰਬਰ 2 ਅਕਾਲ ਉਸਤਤ, ਇਸ ਦੇ 171 ਛੰਦ ਪੂਰੇ ਤੇ ਇੱਕ ਅੱਧਾ ਛੰਦ ਹੈ। ਨੰਬਰ 3 ਬਚਿੱਤਰ ਨਾਟਕ, ਇਸ ਦੇ 471 ਛੰਦ ਹਨ। ਨੰਬਰ 4 ਚੰਡੀ ਚਰਿਤਰ ਪਹਿਲਾ, ਇਸ ਦੇ 233 ਛੰਦ ਹਨ। ਨੰਬਰ 5 ਚੰਡੀ ਚਰਿਤਰ ਦੂਜਾ, ਇਸ ਦੇ 262 ਛੰਦ ਹਨ। ਨੰਬਰ 6 ਬਾਰ ਭਗਉਤੀ ਜੀ ਕੀ, ਇਸ ਦੀਆਂ 55 ਪੌੜੀਆਂ ਹਨ।
नंबर 7 ਗਿਆਨ ਪ੍ਰਬੋਧ। ਇਸ ਦੇ 336 ਛੰਦ ਹਨ। ਅੱਗੇ 8ਵਾਂ 24 ਅਵਤਾਰ ਹੈ। ਇਹਨਾਂ ਬਾਰੇ ਪਹਿਲਾ ਕ੍ਰਿਸ਼ਨ ਅਵਤਾਰ ਦੇ 24 ਅਵਤਾਰ ਰੂਪ ਦਾ ਵਰਣਨ ਹੈ। ਵਿਸ਼ਨੂੰ ਦੇ ਜਿਹੜੇ 24 ਅਵਤਾਰ ਆ ਉਹਨਾਂ ਦੇ ਰੂਪਾਂ ਦਾ ਵਰਣਨ ਹੈ। ਵਿਸ਼ਨੂੰ ਨੇ ਜੋ 24 ਅਵਤਾਰ ਧਾਰੇ ਆ, ਭਾਵ 23 ਹੋ ਗਏ ਅਤੇ 24ਵਾਂ ਨੇਕ ਕਲੰਕ ਦੱਸਦੇ ਆ। ਨੰਬਰ 1 ਮੱਛ, ਇਸ ਦੇ 54। ਨੰਬਰ 2 ਕੱਛ, ਇਹਦੇ 5। ਨੰਬਰ 3 14 ਰਤਨ। ਨੰਬਰ 4 ਨਾਰਾਇਣ 6। ਨੰਬਰ 5 ਮਹਾਮੁਨੀ 8। ਨੰਬਰ 6 ਬੈਰਾ 14। ਨੰਬਰ 7 ਨਰਸਿੰਘ 42। ਨੰਬਰ 8 52 ਦੇ 27। ਨੰਬਰ 9 ਪਰਸਰਾਮ 35। ਨੰਬਰ 10 ਬ੍ਰਹਮਾ 7। ਨੰਬਰ 11 ਰੁਦਰ 1 39। ਨੰਬਰ 12 ਰੁਦਰ 2 50। ਨੰਬਰ 13 ਰੁਦਰ 3 28। ਨੰਬਰ 14 ਤੇ ਵਿਸ਼ਨ 7। ਨੰਬਰ 15 ਅਰਹੰਤ ਦੇਵ 20। ਨੰਬਰ 16 ਮਨ ਰਾਜਾ 8। ਨੰਬਰ 17 ਧਨੰਤਰ 6। ਨੰਬਰ 18 ਚੰਦਰਮਾ 15। ਨੰਬਰ 19 ਸੂਰਜ ਦਾ 27। ਨੰਬਰ 20 ਰਾਮ 864 ਛੰਦ ਹੈ। 21 ਨੰਬਰ 21 ਕ੍ਰਿਸ਼ਨ 2492 ਛੰਦ ਹੈ। ਨੰਬਰ 22 ਨਰ 7 ਹੈ ਅਤੇ ਨੰਬਰ 23 ਬੌਧ 3। ਨੰਬਰ 24 ਨੇਕ ਕਲੰਕੀ ਦੇ 588 ਛੰਦ ਹੈ ਅਤੇ ਮੀਰ ਮਹਿੰਦੀ 588 ਅਤੇ ਬ੍ਰਹਮਾ ਅਵਤਾਰ 343, ਜਿਨ੍ਹਾਂ ਵਿੱਚ 7 ਅਵਤਾਰਾਂ ਦਾ ਵੇਰਵਾ ਹੈ। ਰੁਦਰ ਅਵਤਾਰ 1 ਅਤੇ ਦੱਤ ਦੇ 498। ਪਾਰਸ 357। 9ਵਾਂ ਸਵਈਏ 33। 10ਵਾਂ ਸ਼ਬਦ ਹਜ਼ਾਰੇ 10। 11ਵਾਂ ਸੱਦ 1। 12ਵਾਂ ਖਾਲਸਾ ਮਹਿਮਾ 4। 13ਵਾਂ ਸ਼ਾਸਤਰ ਨਾਮ ਵਾਲਾ 1318 ਛੰਦ। 14 ਨੰਬਰ 14 ਚਰਿਤ੍ਰੋ ਪਖਿਆਨ 7555। 10 ਸ਼ਬਦ 33 ਸਵਈਏ ਔਰ 55 ਪੌੜੀਆਂ ਤੋਂ ਇਲਾਵਾ ਕੁੱਲ ਛੰਦਾਂ ਦਾ ਜੋੜ 16125 ਅਤੇ ਅੱਧਾ ਆ ਨਾਲ 125 ਸਾਢਾ ਲੈ ਲਓ, ਅੱਧਾ ਛੰਦ ਹੈ। 125 ਪੂਰੇ ਅਤੇ ਅੱਧਾ। 10ਵਾਂ ਗ੍ਰੰਥ ਸਮੁੱਚਾ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਕਿਸੇ ਪ੍ਰਕਾਰ ਕਿੰਤੂ ਨਹੀਂ ਕਰਨਾ, ਅੰਦਰਲੀ ਅਤੇ ਬਾਹਰਲੀ ਸੁਚੇਤੀ ਲਈ ਇਹ ਗ੍ਰੰਥ ਦੀ ਰਚਨਾ ਕੀਤੀ ਹੈ ਔਰ ਹੁਕਮ ਵੀ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਨੂੰ ਗੁਰਤਾ ਗੱਦੀ ਦਿੱਤੀ ਹੈ ਅਤੇ ਇਹ ਸਾਡੀ ਮੌਜ ਵਿੱਚ ਸਾਰੀ ਰਚਨਾ ਕੀਤੀ ਹੈ। ਸੋ ਇਸ ਵਾਸਤੇ ਖਾਲਸੇ ਨੂੰ ਦੂਸਰੇ ਜੋ
ਪੰਥ ਹੈ ਉਹਨਾਂ ਦੇ ਬੋਧ ਵਾਸਤੇ ਮਹਾਰਾਜ ਨੇ ਬੇਅੰਤ ਗ੍ਰੰਥਾਂ ਦੇ ਅਨੁਵਾਦ ਵੀ ਕਰਾਏ ਤੇ ਆਪਣੇ ਮੁਖਾਰਬਿੰਦ ਤੋਂ ਵੀ ਬਖਸ਼ਿਸ਼ਾਂ ਕੀਤੀਆਂ। ਸੋ ਇਸ ਬਾਰੇ ਸਾਰੀ ਜਿਹੜੀ ਇਹਦੀ ਰਚਨਾ ਜੋ ਵੇਰਵਾ ਦੱਸਿਆ ਗਿਆ, ਸੋ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਪੰਥ ਵਿੱਚ ਏਕਤਾ, ਇਤਫਾਕ ਔਰ ਪਿਆਰ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।